ਪਹਿਲਾਂ ਤਾਂ ਮੈਂ ਤੁਹਾਨੂੰ ਨੋਟ ਕਰਵਾ ਦੇਣਾ ਜਿੱਥੇ ਉਹਦੀ ਮਿਸਟੇਕ ਸੀਗੀ, ਟਾਈਪਿੰਗ ਮਿਸਟੇਕ ਆ ਉਹਦੇ 'ਚ। ਹਾਂਜੀ ਪੀਪੀਟੀ ਸ਼ੋ ਹੋਣ ਲੱਗ ਪਈ ਸਾਰਿਆਂ ਨੂੰ? यस सर। यस सर। ਓਕੇ ਜੀ ਓਕੇ। ਹਾਂਜੀ ਇਹ ਰਿਹਾ ਆਪਣੇ ਕੋਲੇ ਮਿਸਟੇਕ ਕੀ ਆ, ਏ ਰੇਸ ਟੂ ਪਾਵਰ ਇੱਥੇ ਕੀ ਲਿਖਿਆ ਜਾਣਾ ਚਾਹੀਦਾ ਆ, ਏ ਰੇਸ ਟੂ ਪਾਵਰ ਕੇ ਉਹ ਨॉन ਜ਼ੀਰੋ ਆ, ਤਾਂ ਮੇਰੇ ਕੋਲੇ ਕੀ ਹੋਏਗਾ ਏ ਰੇਸ ਟੂ ਪਾਵਰ ਕੇ ਪਲੱਸ 1 ਜ਼ੀਰੋ ਆ। ਮੀਨਿੰਗ ਕੀ ਆ, ਉਸ ਤੋਂ ਇੱਕ ਪਾਵਰ ਪਹਿਲਾਂ ਨॉन ਜ਼ੀਰੋ ਹੋ ਜਾਣੀ ਚਾਹੀਦੀ ਆ ਤੇ ਅਗਲੀ ਪਾਵਰ ਕਿੰਨੀ ਹੋਣੀ ਚਾਹੀਦੀ ਹੈ ਜ਼ੀਰੋ। ਤੇ ਜਿਵੇਂ ਮੈਂ ਕੱਲ ਬੋਲਿਆ ਸੀ, ਮੈਂ ਇਸ ਤਰ੍ਹਾਂ ਬੋਲਿਆ ਸੀ n-1 ਨॉन ਜ਼ੀਰੋ ਆ, ਤਾਂ ਏ ਰੇਸ ਟੂ ਪਾਵਰ n ਕਿੰਨੀ ਹੋਣੀ ਚਾਹੀਦੀ ਆ ਜ਼ੀਰੋ ਹੋਣੀ ਚਾਹੀਦੀ ਹੈ। ਤਾਂ ਮਤਲਬ ਜਿਹੜੀ ਪਾਵਰ ਤੇ ਜਾ ਕੇ ਉਹਨੇ ਜ਼ੀਰੋ ਬਣਨਾ ਉਹਨੂੰ ਆਪਾਂ ਇੰਡੈਕਸ ਬੋਲਦੇ ਸੀ। ਠੀਕ ਹੈ ਜੀ, ਟਾਈਪਿੰਗ ਐਰਰ ਆ ਇੱਥੇ, ਇੱਥੇ ਨॉन ਜ਼ੀਰੋ ਆ ਇੱਧਰ ਜ਼ੀਰੋ। ਠੀਕ ਹੈ, ਜਿਹਨੂੰ ਨੋਟ ਕਰਕੇ ਰੱਖ ਲਓ ਨਾ, ਤੇ ਉੱਥੇ ਆਪਣੇ ਜਿਹੜੇ ਨੋਟਸ ਪ੍ਰਿੰਟ ਆਊਟ ਕਢਵਾਏ ਆ ਉਹਦੇ 'ਚ ਇਹਨੂੰ ਕਰੈਕਟ ਕਰ ਲਿਓ ਜੀ। ਠੀਕ ਹੈ ਜੀ सर जी जिवें a क्यूब 0 आ जाऊगा, ਹਾਂਜੀ ਇਹ ਕੀ फिर इंडेक्स 3 होगा। ਹਾਂਜੀ ਇੰਡੈਕਸ 3 ਹੋਏਗਾ। ठीक है ਠੀਕ ਹੈ ਜੀ, ਬਟ ਕੰਡੀਸ਼ਨ ਹੋਣੀ ਚਾਹੀਦੀ ਆ ਏ ਸਕੁਅਰ ਨॉन ਜ਼ੀਰੋ ਹੋਣਾ ਚਾਹੀਦਾ। ਠੀਕ ਹੈ ਜੀ, ਇਹ ਵੀ ਦੇਖਣਾ ਆਪਾਂ। ਜਿਸ ਤਰ੍ਹਾਂ ਆਪਾਂ ਇਹ ਵਾਲੀ ਮੈਟ੍ਰਿਕਸ ਲਵਾਂਗੇ ਏ 0 1 1 0 0 1 0 0 0। ਹੁਣ ਜੇ ਤੁਸੀਂ ਇਹਦਾ ਏ ਸਕੁਅਰ ਕਰੋਗੇ ਤਾਂ ਉਹਨੇ ਨॉन ਜ਼ੀਰੋ ਬਣੇਗਾ, ਬਟ ਜਦੋਂ ਤੁਸੀਂ ਇਹਦੀ ਏ ਪਾਵਰ 3 ਕਰੋਗੇ ਤਾਂ ਉਹ ਜ਼ੀਰੋ ਬਣੇਗਾ। ਚੈੱਕ ਕਰ ਲਿਓ ਜੀ। ਠੀਕ ਹੈ ਜੀ, ਐਗਜ਼ਾਮਪਲ ਇਸੇ ਦੀ ਕਲੀਅਰ ਹੈ ਜੀ। ਜੇ ਦੇਖੋ ਏ ਸਕੁਅਰ ਇਹਦੇ ਵਿੱਚ ਜ਼ੀਰੋ ਬਣ ਜਾਂਦਾ ਤਾਂ ਫਿਰ ਮੇਰੇ ਕੋਲ ਏ ਜਿਹੜਾ 1 ਆ ਇਹਦੀ ਪਾਵਰ ਮਤਲਬ ਉਹ ਨॉन ਜ਼ੀਰੋ ਹੋਣਾ ਚਾਹੀਦਾ ਸੀ। ਇਹ ਦੋ ਗੱਲਾਂ ਧਿਆਨ 'ਚ ਰੱਖਣੀਆਂ ਬਸ। ਕਲੀਅਰ ਹੈ ਜੀ, ਇਹਦੇ 'ਚ ਜੋ ਕਰੈਕਸ਼ਨ ਸੀ ਮੈਂ ਕਰਵਾ ਦਿੱਤੀ, ਇਹਨੂੰ ਹੁਣ ਮੈਂ ਬੰਦ ਕਰਨ ਲੱਗਾ। ਹੁਣ ਅੱਜ ਦਾ ਆਪਾਂ ਟੌਪਿਕ ਸਟਾਰਟ ਕਰਦੇ ਹਾਂ ਡਿਟਰਮੀਨੈਂਟ। ਓਕੇ ਜੀ, ਸ਼ੋ ਹੋਣ ਲੱਗ ਪਈ ਪੀਪੀਟੀ, ਫਿਰ ਹੀ ਆਪਾਂ ਸਟਾਰਟ ਕਰਦੇ ਹਾਂ ਤਾਂ ਕਿ ਕਨਫਰਮ ਹੋ ਜਾਏ ਮੈਨੂੰ ਜਰਾ। ਓਕੇ ਜੀ, ਆਪਾਂ ਮੈਟ੍ਰਿਕਸ ਟੌਪਿਕ ਕਰ ਚੁੱਕੇ ਹਾਂ। ਮੈਟ੍ਰਿਕਸ ਨੂੰ ਅੱਗੇ ਆਪਾਂ ਹੁਣ ਨੈਕਸਟ ਲੈਵਲ ਤੇ ਲੈ ਕੇ ਚੱਲਦੇ ਹਾਂ। ਨਹੀਂ ਸ਼ੋ ਹੋਈ ਜੀ? हो रही है सर। ਓਕੇ ਜੀ, ਮੜਾ ਚੈੱਕ ਕਰ ਲਓ। ਓਕੇ ਜੀ ਠੀਕ ਹੈ सर कल हाँ एक बार ये बंद हो गई क्योंकि बिल आ रही ਇਸ ਤਰ੍ਹਾਂ ਹੋਣਾ ਤਾਂ ਨਹੀਂ ਚਾਹੀਦਾ ਗਾ। ਕਿਤੇ ਤੁਹਾਡੇ ਹੈਡਫੋਨ ਵਗੈਰਾ ਤਾਂ ਨਹੀਂ ਲੱਗੇ? ਕਈ ਵਾਰ ਹੈਡਫੋਨ ਦੇ ਕਾਰਨ ਵੀ ਆਉਂਦੀ ਆ। नहीं सर आज नहीं हो रही कल नहीं हुई। ਓਕੇ ਚਲੋ ਕੋਈ ਨਾ, ਆਪਾਂ ਸਟਾਰਟ ਕਰਦੇ। ਮੇਰੀ ਆਵਾਜ਼ 'ਚ ਤਾਂ ਨਹੀਂ ਕੋਈ ਪ੍ਰੋਬਲਮ ਆ ਰਹੀ? नहीं सर नो। ਓਕੇ ਚਲੋ ਸਟਾਰਟ ਕਰਦੇ ਹਾਂ ਜੀ। ਮੈਟ੍ਰਿਕਸ ਪੜ੍ਹ ਚੁੱਕੇ ਹਾਂ ਜੀ ਆਪਾਂ। ਹੁਣ ਮੈਟ੍ਰਿਕਸ ਨੂੰ ਨੈਕਸਟ ਟੌਪਿਕ ਆਪਣਾ ਡਿਟਰਮੀਨੈਂਟ ਆ। ਤਾਂ ਡਿਟਰਮੀਨੈਂਟ ਕਿਵੇਂ ਫਾਈਂਡ ਕਰਨਾ? ਓਕੇ ਜੀ, ਡਿਟਰਮੀਨੈਂਟ ਜੇ ਆਪਾਂ ਫਾਈਂਡ ਕਰਨਾ ਆ ਤਾਂ ਇੱਕ ਆਪਣੇ ਕੋਲੇ ਮੈਟ੍ਰਿਕਸ ਕਿਹੜੀ ਹੋਣੀ ਚਾਹੀਦੀ ਆ? ਸਕੇਅਰ ਮੈਟ੍ਰਿਕਸ ਹੋਣੀ ਚਾਹੀਦੀ ਆ। ਸਕੇਅਰ ਮੈਟ੍ਰਿਕਸ ਦਾ ਹੀ ਆਪਾਂ ਡਿਟਰਮੀਨੈਂਟ ਫਾਈਂਡ ਕਰ ਸਕਦੇ ਹਾਂ। ਨॉन ਸਕੇਅਰ ਮੈਟ੍ਰਿਕਸ ਦਾ ਡਿਟਰਮੀਨੈਂਟ ਆਪਾਂ ਫਾਈਂਡ ਨਹੀਂ ਕਰ ਸਕਦੇ। ਠੀਕ ਹੈ ਜੀ, ਹੁਣ ਦੇਖੋ ਅਗਰ ਮੈਟ੍ਰਿਕਸ ਦੀ ਆਪਾਂ ਗੱਲ ਕਰਦੇ ਸੀ ਤਾਂ ਮੈਟ੍ਰਿਕਸ ਦੇ ਵਿੱਚ ਆਪਣੇ ਕੋਲੇ ਅਲੱਗ-ਅਲੱਗ ਤਰ੍ਹਾਂ ਦੇ ਐਲੀਮੈਂਟ ਹੁੰਦੇ ਸੀ। ਜਿਵੇਂ ਆਪਾਂ 2x2 ਦੀ ਮੈਟ੍ਰਿਕਸ ਦੇਖੀਏ ਤਾਂ ਇਹਦੇ 'ਚ ਮੇਰੇ ਕੋਲੇ 4 ਐਲੀਮੈਂਟਸ ਹੁੰਦੇ ਸੀ। ਜਿੱਦਾਂ ਫਸਟ ਐਲੀਮੈਂਟ ਹੋ ਗਿਆ A12, ਸੈਕੰਡ ਹੋ ਗਿਆ A21, ਥਰਡ ਤੇ A22। ਤਾਂ ਹੁਣ ਜਦੋਂ ਆਪਾਂ ਡਿਟਰਮੀਨੈਂਟ ਦੀ ਗੱਲ ਕਰਦੇ ਹਾਂ, ਮੀਨਿੰਗ ਕਿ ਮੇਰੇ ਕੋਲ ਇੱਕ ਫਿਕਸ ਫਾਈਨਾਈਟ ਵੈਲਿਊ ਆਏਗੀ। ਜਦੋਂ ਆਪਾਂ ਡਿਟਰਮੀਨੈਂਟ ਫਾਈਂਡ ਕਰਾਂਗੇ ਤਾਂ ਆਪਾਂ ਇਸ ਤਰ੍ਹਾਂ ਡਿਨੋਟ ਕਰਨਾ ਉਹਨੂੰ, A ਦੇ ਦੋਨੋਂ ਸਾਈਡ ਤੇ ਜਿਹੜਾ ਮੋਡ ਦਾ ਨਿਸ਼ਾਨ ਹੁੰਦਾ ਉਹ ਪਾ ਕੇ, ਇਹ ਡਿਟਰਮੀਨੈਂਟ ਦਾ ਸਿੰਬਲ ਆ ਜੀ। ਤਾਂ ਇੱਕ ਮੇਰੇ ਕੋਲੇ ਫਿਕਸਡ ਆਂਸਰ ਆਇਆ ਕਰੇਗਾ। ਠੀਕ ਹੈ, ਜਿਹੜਾ ਫਾਈਨਾਈਟ ਹੋਏਗਾ। ਫਾਈਨਾਈਟ ਮਤਲਬ ਉਹਦੀ ਕੋਈ ਨਾ ਕੋਈ ਵੈਲਿਊ ਆਏਗੀ। ਤਾਂ ਇਸ ਫਾਈਨਾਈਟ ਨੰਬਰ ਨੂੰ ਕੀ ਆਪਾਂ ਨਾਮ ਦਿੰਦੇ ਆ? ਡਿਟਰਮੀਨੈਂਟ ਦਾ। ਠੀਕ ਹੈ ਜੀ, ਐਵਰੀ ਸਕੇਅਰ ਮੈਟ੍ਰਿਕਸ ਕੈਨ ਬੀ ਐਸੋਸੀਏਟ ਦਾ ਮਤਲਬ ਕੋਈ ਨਾ ਕੋਈ ਮੇਰੇ ਕੋਲੇ ਆਂਸਰ ਆਉਂਦਾ ਆ ਟੂ ਐਕਸਪ੍ਰੈਸ਼ਨ ਔਰ ਏ ਨੰਬਰ ਵਿਚ ਇਜ਼ ਨੋਨ ਐਜ਼ ਏ ਡਿਟਰਮੀਨੈਂਟ। ਮਤਲਬ ਜਿਹੜਾ ਮੇਰੇ ਕੋਲੇ ਆਂਸਰ ਆਏਗਾ ਉਹਨੂੰ ਕੀ ਕਹਾਂਗੇ ਆਪਾਂ? ਡਿਟਰਮੀਨੈਂਟ। ਅੱਗੇ ਦੇਖ ਲਓ ਜੀ, ਮੈਟ੍ਰਿਕਸ ਹੈਜ਼ ਨੋ ਡੈਫੀਨੇਟ ਵੈਲਿਊ। ਮਤਲਬ ਕਿ ਇੱਕ ਜਿਹੜੀ ਮੈਟ੍ਰਿਕਸ ਆ ਉਹਦੀ ਕੋਈ ਡੈਫੀਨੇਟ ਵੈਲਿਊ ਨਹੀਂ ਹੁੰਦੀ, ਮਤਲਬ ਕਿ ਉਹਦੀ ਵੈਲਿਊ ਚੇਂਜ ਹੁੰਦੀ ਰਹਿੰਦੀ ਹੈ। ਹੁਣ ਡਿਟਰਮੀਨੈਂਟ ਹੋਏਗਾ ਜਿਹੜਾ ਆਪਾਂ ਫਾਈਂਡ ਕਰਾਂਗੇ ਤਾਂ ਉਹ ਡਿਟਰਮੀਨੈਂਟ ਇੱਕ ਫਿਕਸ ਵੈਲਿਊ ਹੋਏਗੀ, ਤਾਂ ਜਦ ਕਿ ਮੈਟ੍ਰਿਕਸ ਦੀ ਕੋਈ ਵੀ ਫਿਕਸ ਵੈਲਿਊ ਨਹੀਂ ਹੁੰਦੀ। ਠੀਕ ਹੈ ਜੀ, ਇੱਕ ਚੀਜ਼ ਹੋਰ ਨੋਟ ਕਰ ਲਓ। ਹਾਂਜੀ, ਅਗਰ ਮੇਰੇ ਕੋਲੇ ਕੀ ਆ
ਕੋਈ ਵੀ ਮੈਟ੍ਰਿਕਸ ਨॉन ਸਕੁਅਰ ਆ ਤਾਂ ਆਪਾਂ ਉਹਦਾ ਕੀ ਕਰ ਸਕਦੇ ਆ, ਡਿਟਰਮੀਨੈਂਟ ਫਾਈਂਡ ਨਹੀਂ ਕਰ ਸਕਦੇ। ਨॉन ਸਕੁਅਰ ਮੈਟ੍ਰਿਕਸ ਹੈਵ ਨੋ ਡਿਟਰਮੀਨੈਂਟ, ਆਪਾਂ ਫਾਈਂਡ ਹੀ ਨਹੀਂ ਕਰ ਸਕਦੇ ਉਹਦਾ। ਇਹਨੂੰ ਨੋਟ ਕਰਕੇ ਰੱਖ ਲਓ। ਜਿੱਦਾਂ ਮੈਂ ਇੱਕ ਮੈਟ੍ਰਿਕਸ ਲੈ ਲਾਂ, ਉਹਦਾ ਆਰਡਰ 2x3 ਲੈ ਲਾਂ, ਤਾਂ ਇਹਦਾ ਡਿਟਰਮੀਨੈਂਟ ਡਜ਼ ਨਾਟ ਐਗਜ਼ਿਸਟ, ਯਾਨੀ ਕਿ ਆਪਾਂ ਇਹਨੂੰ ਫਾਈਂਡ ਹੀ ਨਹੀਂ ਕਰ ਸਕਦੇ। ਹੁਣ ਅੱਗੇ ਚੱਲਦੇ ਜੀ, ਫਿਰ ਆਪਾਂ ਸਕੁਅਰ ਮੈਟ੍ਰਿਕਸ ਦੀ ਗੱਲ ਕਰਦੇ ਹਾਂ, ਤਾਂ ਫਿਰ ਕਿਹੜੀਆਂ ਕਿਹੜੀਆਂ ਸਕੁਅਰ ਮੈਟ੍ਰਿਕਸ ਹੋਣਗੀਆਂ ਉਹ ਵੀ ਦੇਖ ਲਓ। ਤਾਂ ਡਿਟਰਮੀਨੈਂਟ ਮੈਂ ਫਾਈਂਡ ਕਰ ਸਕਦਾ 1x1 ਦਾ, ਜਾਂ 2x2 ਦਾ ਫਾਈਂਡ ਕਰ ਸਕਦਾ, ਜਾਂ ਮੈਂ 3x3 ਦਾ ਕਰ ਸਕਦਾ, ਜਾਂ ਮੈਂ n×n ਦਾ ਕਰ ਸਕਦਾ। ਤਾਂ ਆਪਾਂ ਕੀ ਜ਼ਿਆਦਾਤਰ ਆਪਣੇ ਕੋਲ ਕਿੱਥੋਂ ਤੱਕ ਦਾ ਕੰਮ ਹੁੰਦਾ, 3x3 ਤੱਕ ਦਾ ਹੀ ਹੁੰਦਾ ਹੈ, ਠੀਕ ਹੈ ਜੀ। ਤਾਂ ਅੱਗੇ ਚੱਲਦੇ ਆਪਾਂ, ਪਹਿਲਾਂ 1x1 ਤੋਂ ਚੱਲਦੇ ਹਾਂ। ਦੇਖੋ ਅਗਰ ਮੇਰੇ ਕੋਲ ਕੋਈ ਵੀ ਮੈਟ੍ਰਿਕਸ ਆ, 1x1 ਦਾ ਮਤਲਬ ਕੀ ਆ, ਉਹਦੇ ਚ ਇੱਕੋ ਹੀ ਐਲੀਮੈਂਟ ਆ। ਤਾਂ ਮੰਨ ਲਓ ਮੇਰੇ ਕੋਲ A11 ਆ, ਤਾਂ ਇਹਦੀ ਡਿਟਰਮੀਨੈਂਟ ਦੀ ਵੈਲਿਊ ਵੀ ਕੀ ਹੋਏਗੀ, ਜੋ ਅੰਦਰ ਐਲੀਮੈਂਟ ਹੋਏਗਾ ਉਹੀ ਡਿਟਰਮੀਨੈਂਟ ਹੋਏਗਾ, ਠੀਕ ਹੈ। ਜੇ ਆਪਾਂ 1x1 ਦੀ ਮੈਟ੍ਰਿਕਸ ਲੈ ਕੇ ਚੱਲਦੇ ਆ, ਤਾਂ ਅਗਰ ਮੇਰੇ ਕੋਲੇ 2x2 ਦੀ ਮੈਟ੍ਰਿਕਸ ਆ, ਤਾਂ ਜਿਹੜੇ ਉਹਦੇ ਐਲੀਮੈਂਟ ਹੋਣਗੇ ਉਹਨਾਂ ਦਾ ਆਪਾਂ ਡਿਟਰਮੀਨੈਂਟ ਕਿੱਦਾਂ ਫਾਈਂਡ ਕਰਨੇ ਉਹ ਵੀ ਦੇਖ ਲਓ। ਮੇਰੇ ਕੋਲ ਫਸਟ ਐਲੀਮੈਂਟ A11, फर्स्ट रो सेकंड कॉलम यानी कि A12 वाला एलिमेंट हो गया, यानी कि A21, एंड लास्ट वाला एलिमेंट सेकंड रो सेकंड कॉलम। ਤਾਂ ਇਹਦਾ ਡਿਟਰਮੀਨੈਂਟ ਕਿਵੇਂ ਫਾਈਂਡ ਕਰਨਾ, ਇਹ ਤਾਂ ਵੈਸੇ ਸਾਰਿਆਂ ਨੂੰ ਆਉਂਦਾ, ਪਰ ਫਿਰ ਵੀ ਆਪਾਂ ਡਿਸਕਸ਼ਨ ਕਰਕੇ ਚੱਲਦੇ ਹਾਂ। ਨੀਚੇ ਨੂੰ ਗਏ, ਦੇਖੋ ਜਦੋਂ ਆਪਾਂ ਸਾਈਕਲ ਚਲਾਉਣੇ ਆ ਜਾਂ ਆਪਾਂ ਨੀਚੇ ਨੂੰ ਜਾਂਦੇ ਪਹਾੜੀ ਤੋਂ, ਤਾਂ ਇੱਕ ਪੋਜ਼ਿਟਿਵ એનર્ਜੀ ਹੁੰਦੀ ਹੈ ਆਪਣੇ ਕੋਲੇ। ਤਾਂ ਜਦੋਂ ਆਪਾਂ ਉੱਪਰੋਂ ਨੀਚੇ ਨੂੰ ਜਾਣਾ ਤਾਂ ਆਪਣੇ ਕੋਲੇ ਸਾਈਨ ਕਿਹੜਾ ਆਏਗਾ, ਪੋਜ਼ਿਟਿਵ, ਯਾਨੀ ਕਿ A11 ਤੇ A22। ਹੁਣ ਉੱਪਰ ਨੂੰ ਜਾਣਾ ਇੱਥੋਂ, ਫਿਰ ਤਾਂ ਉੱਪਰ ਨੂੰ ਜਾਣ ਲੱਗੇ ਆਪਣੇ ਕੋਲ એનર્ਜੀ ਕੰਜ਼ਿਊਮ ਹੁੰਦੀ, ਤਾਂ ਮਤਲਬ ਜਦੋਂ ਵੀ ਆਪਾਂ ਕਿਤੇ ਵੀ ਉੱਪਰ ਨੂੰ ਚੜਨਾ ਤਾਂ ਆਪਾਂ ਨੈਗੇਟਿਵ ਸਾਈਨ ਜ਼ਰੂਰ ਲਗਾਇਆ ਕਰਨਾ। ਇਹ ਕਿਹੜਾ ਮੇਰੇ ਕੋਲ ਬਣ ਜਾਣਾ, ਦੇਖੋ A12 ਤੇ A21, ਇਹ ਕੀ ਬਣ ਗਿਆ ਮੇਰੇ ਕੋਲੇ, ਡਿਟਰਮੀਨੈਂਟ ਬਣ ਗਿਆ, ਠੀਕ ਹੈ ਜੀ। ਤਾਂ ਹੁਣ ਆਪਾਂ ਇੱਕ ਐਗਜ਼ਾਮਪਲ ਵੀ ਲੈ ਕੇ ਚੱਲਦੇ ਹਾਂ ਤੇ ਫਿਰ ਉਹਦਾ ਆਨਸਰ ਦੇਖਦੇ ਹਾਂ। ਫਟਾਫਟ ਤੁਸੀਂ ਕਰਕੇ ਤੁਸੀਂ ਦੱਸ ਦੇਣਾ ਆਨਸਰ, ਕੋਈ ਵੀ ਵੈਲਿਊ ਆਪਣੀ ਕਾਪੀ ਤੇ ਜਿਹੜੀ ਮਰਜ਼ੀ ਲਿਖ ਲਈਏ। ਪਹਿਲਾਂ ਤਾਂ ਮੈਟ੍ਰਿਕਸ ਲਿਖਾਂਗੇ, ਠੀਕ ਹੈ। ਮੈਟ੍ਰਿਕਸ ਦਾ ਸਿੰਬਲ ਆਪਾਂ ਸਕੁਅਰ ਬ੍ਰੈਕਟਸ ਦੇ ਵਿੱਚ ਹੀ ਲਿਖਣਾ, ਜਿਵੇਂ 2 -1 1 4। ਤਾਂ ਜਦੋਂ ਡਿਟਰਮੀਨੈਂਟ ਲਿਖਣਾ ਤਾਂ A ਦੇ ਦੋਨੋਂ ਬੰਨੇ ਮੋਡ ਵਰਗਾ ਸਾਈਨ ਲਗਾ ਦੇਣਾ, ਉੱਪਰੋਂ ਨੀਚੇ ਨੂੰ ਗਏ 8, ਹਾਂਜੀ, ਤਾਂ ਨੂੰ ਗਏ ਫਿਰ ਵਾਪਸ, ਤਾਂ ਕਿੰਨਾ ਆਨਸਰ ਆ ਗਿਆ -1। ਤਾਂ ਇੱਕ ਮਾਈਨਸ ਆਪਾਂ ਖੁਦ ਲਗਾਉਣਾ ਸੀ ਆਪਦੇ ਕੋਲੋਂ, ਇੱਕ ਉੱਪਰੋਂ ਆ ਗਿਆ, ਤਾਂ ਟੋਟਲ ਮੇਰੇ ਕੋਲ ਕਿੰਨਾ ਆ ਗਿਆ 8 + 1 9 ਆਨਸਰ ਆ ਗਿਆ, ਠੀਕ ਹੈ ਜੀ। ਅੱਗੇ ਚੱਲਦੇ ਜੀ, ਹੁਣ ਆਪਾਂ 3x3 ਦੀ ਮੈਟ੍ਰਿਕਸ, ਤਾਂ ਉਹਦਾ ਡਿਟਰਮੀਨੈਂਟ ਵੈਸੇ ਤਾਂ ਸਾਰਿਆਂ ਨੂੰ ਆਉਂਦਾ, ਪਰ ਫਿਰ ਵੀ ਆਪਾਂ ਦੇਖਦੇ ਹਾਂ ਕਿਵੇਂ ਫਾਈਂਡ ਕਰਨਾ। ਲਓ ਜੀ, ਆਪਾਂ ਐਲੀਮੈਂਟ ਲਿਖ ਦਿੰਦੇ ਹਾਂ, A11 A12 A13 A21 A22 A33, ਇੱਕ ਮਿੰਟ 23, ਓਕੇ ਜੀ। ਲਾਸਟ ਵਾਲਾ ਹੋ ਜਾਏਗਾ A31 32 A33। ਤਾਂ ਸਭ ਤੋਂ ਪਹਿਲਾਂ ਤਾਂ ਸਕੁਅਰ ਮੈਟ੍ਰਿਕਸ ਆਪਾਂ ਉੱਪਰੋਂ ਸਟਾਰਟ ਕਰ ਦੇਣਾ, ਪਲੱਸ ਮਾਈਨਸ ਪਲੱਸ, ਠੀਕ ਹੈ ਜੀ। ਇਹ ਅਗਰ ਜੇਕਰ ਮੈਂ ਫਸਟ ਰੋ ਦੇ ਨਾਲ ਐਕਸਪੈਂਡ ਕਰਨਾ, ਸਿਮਿਲਰ ਮੈਂ ਸੈਕੰਡ ਵਾਲਾ ਵੀ ਦੱਸ ਦਿੰਦਾ। ਤਾਂ ਉੱਪਰੋਂ ਕੀ ਕਰਨਾ, ਦੇਖੋ ਫਸਟ ਦੇ ਨਾਲ ਮੈਂ ਪੋਜ਼ਿਟਿਵ ਸਾਈਨ ਲਗਾਇਆ, ਉਹ ਉਸੇ ਤਰ੍ਹਾਂ ਉਹਦੀ ਰੋ ਤੇ ਉਹਦਾ ਕਾਲਮ ਉਡਾ ਦੇਣਾ, ਤੇ ਜਿਹੜਾ ਬਾਕੀ ਬਚੂਗਾ ਉਹਨੂੰ ਡਿਟਰਮੀਨੈਂਟ ਫਾਰਮ ਦੇ ਵਿੱਚ ਲਿਖ ਦੇਣਾ। ਤਾਂ ਕੀ ਬਣ ਗਿਆ ਮੇਰੇ ਕੋਲ, ਦੇਖੋ A22 A33, ਸੌਰੀ 23 ਬਣ ਜਾਏਗਾ, ਠੀਕ ਹੈ ਜੀ। ਤਾਂ ਲਾਸਟ ਵਾਲਾ ਮੇਰੇ ਕੋਲ ਕਿਹੜਾ ਬਣ ਜਾਣਾ, A32 ਤੇ A33। ਸਿਮਿਲਰ ਅੱਗੇ ਗਏ, ਅੱਗੇ ਮੇਰੇ ਕੋਲ ਮਾਈਨਸ ਦਾ ਨਿਸ਼ਾਨ ਹੈ A12। ਤਾਂ ਹੁਣ 12 ਦੇ ਕੋਲੇ ਗਏ ਤੇ ਆਪਾਂ ਬਾਕੀ ਜਿੱਥੇ ਪਹੁੰਚੇ, ਇੱਕ ਮਿੰਟ ਜੀ ਮੈਂ ਰੱਬ ਕਰਦਾ ਥੋੜਾ ਜਿਹਾ, ਹਾਂਜੀ ਦੇਖੋ ਜਰਾ, ਹੁਣ ਮੈਂ ਕਿੱਥੇ ਪਹੁੰਚਾ ਸੈਕੰਡ ਤੋਂ, ਤਾਂ ਉਹਦੀ ਰੋ ਤੇ ਉਹਦਾ ਕਾਲਮ ਉਡਾ ਦਿਓ, ਜਿਹੜਾ ਬਾਕੀ ਬਚ ਗਿਆ ਉਹ ਲਿਖ ਦਿਓ। ਤੇ ਕਿਹੜਾ ਬਚਿਆ ਮੇਰੇ ਕੋਲ 21 ਤੇ 23, ਤੇ ਨੀਚੇ ਤੋਂ ਮੇਰੇ ਕੋਲ ਕਿਹੜਾ ਬਣ ਗਿਆ A31 ਐਂਡ A33। ਤਾਂ ਲਾਸਟ ਵਾਲੇ ਐਲੀਮੈਂਟ ਕੋਲੇ ਗਏ, ਲਾਸਟ ਵਾਲਾ ਐਲੀਮੈਂਟ ਕਿਹੜਾ, ਉੱਪਰ ਪਲੱਸ ਦਾ ਨਿਸ਼ਾਨ ਹੈ ਤਾਂ ਮੈਂ ਪਲੱਸ ਦਾ ਲਗਾ ਦਾਂਗਾ, ਤਾਂ ਕਿੰਨਾ ਬਚੇਗਾ 1 3। ਤਾਂ ਉਹਦੀ ਰੋ ਤੇ ਉਹਦਾ ਕਾਲਮ ਉਡਾ ਦੇਣਾ ਆਪਾਂ। ਲਓ ਜੀ, ਰੋ ਪਹਿਲਾਂ ਹੀ ਖਤਮ ਆ ਤਾਂ ਕਾਲਮ ਉਡਾ ਦਿੱਤਾ, ਜਿਹੜਾ ਬਾਕੀ ਬਚਿਆ ਉਹਨੂੰ ਲਿਖ ਦਿਓ, A21 A22 A31 A32। ਤਾਂ ਇਹ ਆਪਣੇ ਕੋਲ ਇੱਕ 2x2 ਦਾ ਡਿਟਰਮੀਨੈਂਟ ਆ ਸਾਰੇ ਤਿੰਨੋਂ, ਤੇ ਹੁਣ ਆਪਾਂ 2x2 ਦੇ ਡਿਟਰਮੀਨੈਂਟ ਫਾਈਂਡ ਕਰਨੇ ਸਿੱਖੇ ਹੋਏ ਆ, ਆਪਾਂ ਉਹਦੀ ਵੈਲਿਊ ਫਾਈਂਡ ਕਰ ਦਾਂਗੇ, ਠੀਕ ਹੈ ਜੀ। ਤਾਂ ਇੱਕ ਆਪਾਂ ਐਗਜ਼ਾਮਪਲ ਵੀ ਕਰ ਲੈਣੇ ਇਹਦੀ ਫਟਾਫਟ, ਤੇ ਇਹਦਾ ਆਨਸਰ ਫਾਈਂਡ ਕਰ ਲਓ 102
312,104 ਤਾਂ ਫਟਾਫਟ ਇਹਦੀ ਵੈਲਿਊ ਫਾਈਂਡ ਕਰਕੇ ਦੱਸ ਦਿਓ ਕਿੰਨੀ ਆ ਰਹੀ ਹੈ। ਠੀਕ ਹੈ ਜੀ, ਤਾਂ ਫਟਾਫਟ ਇਹਦਾ ਆਨਸਰ ਫਾਈਂਡ ਕਰ ਲਓ ਇੱਕ ਵਾਰ ਤੇ ਮੈਨੂੰ ਦੱਸ ਦਿਓ ਕਿੰਨਾ ਆ ਰਿਹਾ। ਮੈਂ ਵੀ ਨਾਲ ਫਟਾਫਟ ਕਰ ਦਿੰਦਾ। ਫਸਟ ਵਾਲਾ ਉੱਪਰ ਲਿਖ ਦਿਓ ਪਲੱਸ ਮਾਈਨਸ ਪਲੱਸ, ਲਓ ਜੀ 1, ਬਾਕੀ ਕਿਹੜਾ ਬਚ ਗਿਆ 1204, ਤਾਂ 0 ਮਾਈਨਸ ਦੀ 0, ਜੇ ਤੁਹਾਨੂੰ ਇੱਥੇ 0 ਆ ਜੇ ਤਾਂ ਨਾਲ ਕੁਝ ਵੀ ਲਿਖਣ ਦੀ ਲੋੜ ਨਹੀਂ, ਉਹਨੂੰ ਖਾਲੀ ਛੱਡ ਦਿਓ। ਠੀਕ ਹੈ, ਤਾਂ +2 ਕਿਉਂਕਿ 0 ਨੇ ਇਹਨੂੰ ਸਾਰਿਆਂ ਨੂੰ 0 ਬਣਾ ਦੇਣਾ, ਆਪਾਂ ਨੂੰ ਕੋਈ ਮਤਲਬ ਨਹੀਂ ਉਹਦੇ ਨਾਲ। 3 1 ਤੇ 1 0, ਤਾਂ ਫਟਾਫਟ ਕੈਲਕੂਲੇਸ਼ਨ ਕਰ ਦਈਏ। 4 ਮਾਈਨਸ 0 ਸਰ 2 ਤੇ ਮਾਈਨਸ 2। ਠੀਕ ਹੈ ਜੀ, ਇਹਨੂੰ ਜਦੋਂ ਸੋਲਵ ਕੀਤਾ ਤਾਂ ਓਵਰਆਲ ਆਨਸਰ -2 ਆ ਗਿਆ ਤੇ ਆਨਸਰ ਕਿੰਨਾ ਆ ਗਿਆ 2 ਆ ਗਿਆ ਜੀ। ਕਲੀਅਰ ਹੈ ਜੀ, ਤਾਂ ਇਹਨੂੰ ਰੱਬ ਕਰ ਦਈਏ ਆਪਾਂ। ਚਲੋ ਅੱਗੇ ਦੇਖਦੇ ਹਾਂ। ਓਕੇ ਜੀ, ਹੁਣ ਇਸੇ ਨੂੰ ਅਗਰ ਆਪਾਂ ਸੈਕੰਡ ਰੋ ਦੇ ਨਾਲ ਐਕਸਪੈਂਡ ਕਰਨਾ, ਠੀਕ ਹੈ ਜੀ, ਆਪਾਂ ਹੁਣ ਇਹਨੂੰ ਕਿਸੇ ਵੀ ਕਾਲਮ ਜਾਂ ਕਿਸੇ ਵੀ ਰੋ ਦੇ ਨਾਲ ਐਕਸਪੈਂਡ ਕਰ ਸਕਦੇ ਹਾਂ। ਤਾਂ ਉਹ ਦੇਖੋ ਕਿਵੇਂ ਕਰਨਾ। ਸੈਕੰਡ ਰੋ, ਆਪਾਂ ਸੈਕੰਡ ਰੋ ਕੋਲੇ ਜਾਣਾ, ਤਾਂ ਦੇਖੋ ਪ੍ਰੋਸੈਸ ਕੀ ਆ, ਉੱਪਰੋਂ ਸਟਾਰਟ ਕਰ ਦਿਓ ਪਲੱਸ ਮਾਈਨਸ ਪਲੱਸ, ਪਲੱਸ ਤੇ ਖਤਮ ਹੋਇਆ ਤਾਂ ਅੱਗੇ ਐਲੀਮੈਂਟ ਕਿਹੜਾ ਆਏਗਾ ਮਾਈਨਸ ਪਲੱਸ ਤੇ ਮਾਈਨਸ। ਹੁਣ ਸੈਕੰਡ ਰੋ ਦੀ ਗੱਲ ਕਰਦੇ ਨਾ, ਹੁਣ ਆਪਾਂ 3 ਕੋਲੇ ਜਾਣਾ, ਯਾਨੀ ਕਿ 3 ਦੀ ਰੋ ਤੇ ਕਾਲਮ ਉਡਾ ਦਿਓ। 3 ਦੀ ਰੋ ਤੇ ਕਾਲਮ ਉਡਾ ਦਿੱਤਾ ਤੇ ਕਿੰਨਾ ਬਚ ਗਿਆ ਮੇਰੇ ਕੋਲ, ਦੇਖੋ 3, ਜਿਹੜੇ ਕੋਐਫੀਸ਼ੀਐਂਟ ਬਚ ਗਏ, ਕੌਣ ਉੱਪਰ ਬਚਿਆ 0 2 0 4। ਅਗਲੇ ਕੋਲੇ ਗਏ, ਇਹਦੇ ਅੱਗੇ ਨਾਲ ਮਾਈਨਸ ਦਾ ਨਿਸ਼ਾਨ ਸੀ ਤਾਂ ਫਿਰ ਮੈਂ ਮਾਈਨਸ ਲਗਾਵਾਂਗਾ। ਅਗਲੇ ਕੋਲੇ ਕਿਹੜਾ ਪਲੱਸ ਦਾ ਨਿਸ਼ਾਨ ਤੇ ਯਾਨੀ ਕਿ 1, ਤਾਂ 1 ਇਹਦੀ ਰੋ ਤੇ ਕਾਲਮ ਉਡਾ ਦਿਓ 1 ਵਾਲੇ ਦਾ। ਲਓ ਜੀ 1 ਵਾਲੇ ਦਾ ਕਾਲਮ ਤੇ ਰੋ ਉਡਾ ਦਿਓ। ਉੱਪਰ ਕਿੰਨਾ ਸੀ ਵੀ, ਇੱਥੇ 3 ਸੀਗਾ। ਠੀਕ ਹੈ ਜੀ, ਇਹਦੀ ਰੋ ਤੇ ਇਹਦਾ ਕਾਲਮ ਉਡਾ ਦਿੱਤਾ, ਤੇ ਜਿਹੜੇ ਬਾਕੀ ਬਚ ਗਏ ਉਹ ਲਿਖ ਦਿਓ। ਤਾਂ ਬਾਕੀ ਕਿਹੜੇ ਕਿਹੜੇ ਬਚ ਗਏ ਇੱਥੇ 3 2 1 4, ਤਾਂ ਲਾਸਟ ਵਾਲਾ ਐਲੀਮੈਂਟ ਕਿਹੜਾ ਮੇਰੇ ਕੋਲ ਮਾਈਨਸ ਦਾ 2, ਤਾਂ ਉਹਦੀ ਰੋ ਤੇ ਕਾਲਮ ਉਡਾ ਦਿਓ। ਉਹਦਾ ਰੋ ਤੇ ਕਾਲਮ ਉਡਾਇਆ, ਕਿੰਨਾ ਬਚਿਆ ਮੇਰੇ ਕੋਲੇ 3 0 1 0। ਤੇ ਜਦੋਂ ਇਹਨੂੰ ਸੋਲਵ ਕਰੋਗੇ ਤਾਂ ਜਿਹੜਾ ਆਨਸਰ ਪਹਿਲਾਂ ਆਇਆ ਸੀ ਆਨਸਰ ਉਹੀ ਆਏਗਾ 2। ਚੈੱਕ ਕਰ ਲਿਓ ਜੀ, ਮਤਲਬ ਡਿਟਰਮੀਨੈਂਟ ਦੀ ਵੈਲਿਊ ਤੇ ਕੋਈ ਫਰਕ ਨਹੀਂ ਪੈਣਾ, ਤੁਸੀਂ ਜਿਹੜੇ ਮਰਜ਼ੀ ਕਾਲਮ ਜਾਂ ਜਿਹੜੇ ਮਰਜ਼ੀ ਰੋ ਦੇ ਨਾਲ ਇਹਨੂੰ ਐਕਸਪੈਂਡ ਕਰ ਸਕਦੇ ਹੋ ਜੀ। ਇਸੇ ਤਰ੍ਹਾਂ ਤੁਸੀਂ ਅਗਰ ਕੋਈ ਵੀ ਕਾਲਮ ਦੇਖਣਾ ਤਾਂ ਆਪਾਂ ਇੱਕ ਕਾਲਮ ਵੀ ਦੇਖ ਲੈਨੇ ਫਟਾਫਟ, ਕੋਈ ਨਾ ਕੋਈ ਉਠਾ ਕੇ ਇਹਨੂੰ ਰਬ ਕਰ ਲਿਆ ਜਸਟ। ਸਰ ਫਸਟ ਐਲੀਮੈਂਟ ਜਿਹੜਾ ਤੁਸੀਂ 1 ਸੀ। ਕਿਹੜੇ ਵਾਲਾ ਜੀ, ਇੱਥੇ 1 ਸੀਗਾ ਜੀ ਉੱਥੇ। ਹਾਂਜੀ ਸਰ। ਓਕੇ ਜੀ, 1 ਸੀ ਤਾਂ ਉੱਥੇ 1 ਲਿਖ ਦਿੰਦੇ ਆ। ਠੀਕ ਹੈ ਜੀ, ਰੱਬ ਹੋ ਗਿਆ ਸੀਗਾ ਜੀ, ਇੱਥੇ 1 ਸੀਗਾ ਤਾਂ ਫਿਰ ਇੱਥੇ ਚੇਂਜ ਹੋ ਜਾਏਗਾ, ਇੱਥੇ 1 ਹੋ ਜਾਏਗਾ। ਕਲੀਅਰ ਹੈ ਜੀ, ਰੱਬ ਹੋਣ ਦੇ ਕਾਰਨ ਮੈਨੂੰ ਲੱਗਾ ਜਿਵੇਂ 3 ਆ। ਕਲੀਅਰ ਹੈ ਜੀ। ਹੁਣ ਤੁਸੀਂ ਇਹਨੂੰ ਕਿਸੇ ਵੀ ਕਾਲਮ ਦੇ ਨਾਲ ਐਕਸਪੈਂਡ ਕਰਨਾ ਹੋਵੇ, ਤਾਂ ਮੰਨ ਲਓ ਤੁਸੀਂ ਸੈਕੰਡ ਕਾਲਮ ਦੇ ਨਾਲ ਐਕਸਪੈਂਡ ਕਰਨਾ, ਤਾਂ ਸਭ ਤੋਂ ਪਹਿਲਾ ਕੰਮ ਕੀ ਕਰਨਾ, ਉੱਪਰ ਪਹਿਲੀ ਨੂੰ ਪਲੱਸ ਮਾਈਨਸ ਪਲੱਸ ਲਿਖ ਦਿਓ। ਹੁਣ ਸੈਕੰਡ ਕਾਲਮ ਵਾਲਾ ਆਉਣਾ ਸੀ ਨਾ, ਤਾਂ ਸੈਕੰਡ ਕਾਲਮ ਇੱਥੇ ਆ ਮੇਰੇ ਕੋਲੇ, ਤਾਂ ਉੱਪਰ ਜਿਹੜਾ ਸਾਈਨ ਆ ਉਹਦੇ ਆਪੋਜ਼ਿਟ ਸਾਈਨ ਹੈ, ਯਾਨੀ ਕਿ ਪਹਿਲਾ ਮਾਈਨਸ ਆ, ਸੈਕੰਡ ਵਾਲਾ ਪਲੱਸ, ਲਾਸਟ ਵਾਲਾ ਮਾਈਨਸ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਤੁਸੀਂ ਸੈਕੰਡ ਕਾਲਮ ਦੇ ਨਾਲ ਇਹਨੂੰ ਐਕਸਪੈਂਡ ਕਰ ਸਕਦੇ ਹੋ, ਬਟ ਵੈਲਿਊ ਜਿਹੜੀ ਹਮੇਸ਼ਾ ਕੀ ਆਏਗੀ, ਸੇਮ ਹੀ ਆਏਗੀ। ਕਲੀਅਰ ਹੈ ਜੀ, ਉਹਦਾ ਪਲੱਸ ਆਏਗਾ ਉੱਪਰ। ਇੱਕ ਮਿੰਟ ਜੀ, ਮੈਂ ਰੱਬ ਕਰ ਦਿੱਤਾ। ਓਕੇ ਜੀ, ਆਪਾਂ ਕਿੱਥੇ ਗੱਲ ਕਰਦੇ ਪਏ ਸੀ, ਸੈਕੰਡ ਕਾਲਮ ਦੇ। ਦੇਖੋ ਮੈਂ ਇੱਥੇ ਕਾਲਮ ਬਣਾ ਹੀ ਦਿੰਦਾ, ਪਲੱਸ ਮਾਈਨਸ ਪਲੱਸ, ਫਿਰ ਮਾਈਨਸ ਪਲੱਸ ਮਾਈਨਸ ਪਲੱਸ ਮਾਈਨਸ ਪਲੱਸ। ਤਾਂ ਹੁਣ ਜੇ ਸੈਕੰਡ ਨਾਲ ਕਰਨਾ ਤਾਂ ਫਿਰ ਮੇਰੇ ਕੋਲੇ ਕੀ ਆਏਗਾ, ਇਹ ਵਾਲੇ ਸਾਈਨ ਆਉਣਗੇ। ਠੀਕ ਹੈ ਜੀ, ਜੇ ਥਰਡ ਦੇ ਨਾਲ ਕਰਨਾ ਤਾਂ ਥਰਡ ਵਾਲੀ ਫਿਰ ਮੇਰੇ ਕੋਲ ਲਾਸਟ ਵਾਲੇ ਸਾਈਨ ਆਉਣਗੇ। ਠੀਕ ਹੈ, ਯਾਨੀ ਕਿ ਇੱਕ ਸਾਈਡ ਤੋਂ ਸਟਾਰਟ ਹੋ ਜਾਏ ਪਲੱਸ ਮਾਈਨਸ ਸਰ ਐਲੀਮੈਂਟ ਤੇ ਹਾਂਜੀ ਅਕੋਰਡਿੰਗ ਐਲੀਮੈਂਟ ਵੀ ਦੇਖ ਸਕਦੇ ਆਪਾਂ। ਐਲੀਮੈਂਟ ਕਿਸ ਤਰ੍ਹਾਂ ਦੇਖ ਸਕਦੇ ਹਾਂ, ਉਹਦੇ ਨਾਲ ਯਾਦ ਰਹਿੰਦਾ ਆ। ਜਿਵੇਂ ਸਰ A11 ਹੈ, 1 + 1 2 ਬਣ ਗਿਆ, 2 ਈਵਨ ਹੋ ਗਿਆ। ਓਕੇ ਜੀ, ਉਦਾਂ ਵੀ ਦੇਖ ਲਓ, ਕੋਈ ਦਿੱਕਤ ਨਹੀਂ। ਹਾਂਜੀ ਸਰ, ਈਵਨ ਓਡਲੀ। ਠੀਕ ਹੈ ਜੀ, ਉਦਾਂ ਵੀ ਦੇਖ ਸਕਦੇ ਹੋ, ਉਹ ਵੀ ਕੋਈ ਪ੍ਰੋਬਲਮ ਨਹੀਂ। ਠੀਕ ਹੈ ਜੀ, ਉਹ ਤਾਂ ਆਪਣਾ ਆਪਣਾ ਯਾਦ ਕਰਨ ਦਾ ਤਰੀਕਾ ਹੁੰਦਾ। ਤੁਸੀਂ ਕਹਿ ਰਹੇ ਹੋ ਇਹ ਫਸਟ ਪਲੇਸ ਆ 1 1, ਇਹਨਾਂ ਦੋਨਾਂ ਦਾ ਸਮ ਹੋ ਗਿਆ ਈਵਨ ਹੋ ਗਿਆ ਤਾਂ ਪਲੱਸ ਲਗਾ ਦਿਓ। ਠੀਕ ਹੈ ਜੀ, ਇਹ ਹੋ ਗਿਆ 1 2, ਔਡ ਹੋ ਗਿਆ ਤਾਂ ਮਾਈਨਸ ਲਗਾ ਦਿਓ। ਠੀਕ ਹੈ ਜੀ, ਇਦਾਂ ਬੋਲ ਰਹੇ ਹੋ ਨਾ, ਇਹ 1 3 ਈਵਨ ਹੋ ਗਿਆ ਤਾਂ ਪਲੱਸ ਲਗਾ ਦਿਓ। ਯੈਸ ਸਰ। ਜਿੱਦਾਂ ਮਰਜ਼ੀ ਕਰ ਲਓ, ਇਹ ਆਪਣੀ ਅੰਡਰਸਟੈਂਡਿੰਗ ਹੈ ਜੀ। ਠੀਕ ਹੈ ਜੀ, ਚਲੋ ਅੱਗੇ ਚੱਲਦੇ ਹਾਂ ਜੀ ਆਪਾਂ ਨੈਕਸਟ। ਇਹ ਤਾਂ ਬੇਸਿਕਸ ਨੇ, ਤੁਹਾਨੂੰ ਸਾਰਿਆਂ ਨੂੰ ਆਉਂਦੇ ਹੀ ਆ। ਹੁਣ ਅੱਗੇ ਫਟਾਫਟ ਕਰਦੇ ਹਾਂ ਜਿਹੜੇ ਬੇਸਿਕ ਆ, ਤਾਂ ਕਿ ਆਪਾਂ ਵੱਧ ਤੋਂ ਵੱਧ ਸਮ ਅੱਜ ਟਰਾਈ ਕਰ ਸਕੀਏ।
देखो अगर कोई भी डिटरमिनेंट आ ਜਾਂ ਕੋਈ ਵੀ ਮੈਟ੍ਰਿਕਸ ਆ ਉਹਦੀ ਇੱਕ ਰੋ ਜਾਂ ਕਾਲਮ 0 ਆ ਜੇ ਤਾਂ ਓਵਰਆਲ ਆਨਸਰ 0 ਆ ਜਾਣਾ। ਠੀਕ ਆ, ਆਪਾਂ ਨੂੰ ਸੋਲਵ ਕਰਨ ਦੀ ਜ਼ਰੂਰਤ ਨਹੀਂ। ਕਿਉਂ? ਕਿਉਂਕਿ ਆਪਾਂ ਉਸੇ ਕਾਲਮ ਜਾਂ ਉਸੇ ਰੋ ਦੇ ਨਾਲ ਕੀ ਕਰਨਾ, ਆਪਾਂ ਨੂੰ ਐਕਸਪੈਂਡ ਕਰ ਦੇਣਾ। ਸਪੋਜ਼ ਕਰੋ ਉੱਪਰ ਵਾਲੀ ਮੈਟ੍ਰਿਕਸ ਆ ਤਾਂ ਫਿਰ ਮੈਂ ਇਹਨੂੰ ਫਸਟ ਕਾਲਮ ਦੇ ਨਾਲ ਐਕਸਪੈਂਡ ਕਰਾਂਗਾ ਤਾਂ ਇਹ ਕੀ ਬਣੇਗਾ, ਦੇਖੋ ਪਲੱਸ ਮਾਈਨਸ ਪਲੱਸ, ਤਾਂ 0 ਦੇ ਨਾਲ ਜੋ ਮਰਜ਼ੀ ਮਲਟੀਪਲਾਈ ਹੋਇਆ ਖਤਮ ਹੋ ਗਿਆ। ਸੈਕੰਡ 0 ਦੇ ਨਾਲ ਜੋ ਮਰਜ਼ੀ ਮਲਟੀਪਲਾਈ ਹੋ ਗਿਆ ਖਤਮ ਹੋ ਗਿਆ। ਥਰਡ 0 ਦੇ ਨਾਲ ਜੋ ਮਰਜ਼ੀ ਹੋ ਗਿਆ ਮਲਟੀਪਲਾਈ ਤਾਂ ਉਹਨੇ ਖਤਮ ਹੋ ਜਾਣਾ, ਉਹਨੂੰ ਮੈਂ ਸੋਲਵ ਵੀ ਨਹੀਂ ਕਰਨਾ, ਤਾਂ ਜਸਟ ਆਨਸਰ ਮੇਰਾ ਕਿੰਨਾ ਆ ਜਾਣਾ, 0 ਆ ਜਾਣਾ। ਕਲੀਅਰ? ਨੈਕਸਟ ਦੇਖ ਲਓ ਜੀ, ਅਗਰ ਆਪਾਂ ਕੀ ਕਰਦੇ ਹਾਂ, ਮੈਟ੍ਰਿਕਸ ਦੀ ਰੋ ਜਾਂ ਕਾਲਮ ਇੰਟਰਚੇਂਜ ਕਰ ਦਿੰਦੇ ਆ ਤਾਂ ਡਿਟਰਮੀਨੈਂਟ ਦੀ ਵੈਲਿਊ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਕਿਸ ਤਰ੍ਹਾਂ? ਦੇਖੋ ਮੇਰੇ ਕੋਲ ਜਿਹੜੀ ਪਹਿਲੀ ਮੈਟ੍ਰਿਕਸ ਆ, ਅਗਰ ਇਹਦਾ ਮੈਂ ਨਾਮ ਦੇ ਦਾਂ A, ਇਹ ਕੀ ਹੈ ਮੇਰੇ ਕੋਲ 1 4 9 4 8 2 3 5 1, ਤਾਂ ਕੀ ਕੀਤਾ ਮੈਂ, ਇਹਦਾ ਟਰਾਂਸਪੋਜ਼ ਕਰ ਦਿੱਤਾ। ਠੀਕ ਹੈ, ਜਾਨੀ ਕਿ ਰੋ ਚੇਂਜ ਕਰਤੀਆਂ ਕਾਲਮ 'ਚ, ਤਾਂ ਦੇਖੋ ਕੀ ਬਣ ਗਿਆ ਮੇਰੇ ਕੋਲੇ 1 4 9 4 8 2, ਹਾਂਜੀ ਲਾਸਟ ਕਿਹੜਾ ਬਣ ਜਾਣਾ ਮੇਰੇ ਕੋਲੇ 4 8 2, ਇਹ ਬਣ ਜਾਣਾ ਮੇਰੇ ਕੋਲੇ 3 5 ਤੇ 1। ਤਾਂ ਜਿਹੜਾ ਮੈਂ ਇਹਦਾ ਡਿਟਰਮੀਨੈਂਟ ਫਾਈਂਡ ਕਰੂੰਗਾ ਕੋਈ ਫਰਕ ਨਹੀਂ ਆਏਗਾ, ਯਾਨੀ ਕਿ ਅਗਰ ਮੈਂ A ਦਾ ਡਿਟਰਮੀਨੈਂਟ ਫਾਈਂਡ ਕਰ ਲਾਂ ਭਾਵੇਂ ਮੈਂ A ਟਰਾਂਸਪੋਜ਼ ਦਾ ਡਿਟਰਮੀਨੈਂਟ ਕਰ ਲਾਂ, ਦੋਨਾਂ ਦੀ ਵੈਲਿਊ ਕਿੰਨੀ ਆਏਗੀ, ਸੇਮ ਆਏਗੀ। ਇਹ ਵੀ ਨੋਟ ਕਰਕੇ ਰੱਖ ਲਓ। ਇਹ ਤੋਂ ਕੀ ਪਤਾ ਲੱਗਦਾ, ਨੋਟ ਡਿਟਰਮੀਨੈਂਟ ਆਫ A ਇਜ਼ ਇਕੁਅਲ ਟੂ ਡਿਟਰਮੀਨੈਂਟ ਆਫ A ਟਰਾਂਸਪੋਜ਼। ਠੀਕ ਹੈ ਜੀ, ਇੱਥੋਂ ਆਪਣੇ ਕੋਲ ਇੱਕ ਰਿਜ਼ਲਟ ਬਣ ਗਿਆ। ਨੈਕਸਟ ਦੇਖ ਲਓ ਜੀ, ਅਗਰ ਮਤਲਬ ਦੋ ਰੋ ਜਾਂ ਕਾਲਮ ਆਪਸ ਦੇ ਵਿੱਚ ਇੰਟਰਚੇਂਜ ਕਰ ਦਿੱਤੇ ਜਾਂਦੇ ਆ ਤਾਂ ਜਿਹੜੀ ਡਿਟਰਮੀਨੈਂਟ ਦੀ ਵੈਲਿਊ ਆਏਗੀ ਉਹਦੇ ਅੱਗੇ ਤੁਸੀਂ ਜਸਟ ਕੀ ਲਗਾ ਦਿਓ, ਜਿਹੜਾ ਪਹਿਲਾ ਡਿਟਰਮੀਨੈਂਟ ਦੀ ਵੈਲਿਊ ਆਈ ਹੋਈ ਉਹਨੂੰ ਮਾਈਨਸ ਦੇ ਨਾਲ ਰਿਪਲੇਸ ਕਰ ਦਿਓ। ਅਗਰ ਮਤਲਬ ਦੋ ਕਾਲਮਸ ਜਾਂ ਰੋ ਆਪਸ ਦੇ ਵਿੱਚ ਇੰਟਰਚੇਂਜ ਕਰੀ ਦੀਆਂ, ਤੇ ਦੇਖੋ ਹੁਣ ਇਹਦੇ ਚ ਕੀ ਹੋਇਆ ਸੀਗਾ, ਹਾਂਜੀ ਦੋਨੋਂ R1 ਤੇ R2 ਇੰਟਰਚੇਂਜ ਹੋਈਆਂ। ਠੀਕ ਹੈ, R1 ਇੰਟਰਚੇਂਜ ਕਰ ਦਿੱਤੀ R2 ਦੇ ਨਾਲ, ਤਾਂ ਫਿਰ ਡਿਟਰਮੀਨੈਂਟ ਦੀ ਜਿਹੜੀ ਵੈਲਿਊ ਫਸਟ ਵਾਲੀ ਦੀ ਆਈ ਹੋਏਗੀ ਤਾਂ ਉਹ ਜਸਟ ਕੀ ਬਣ ਜਾਏਗੀ, ਡਿਟਰਮੀਨੈਂਟ ਦੀ ਵੈਲਿਊ ਨੈਗੇਟਿਵ ਸਾਈਨ ਦੇ ਨਾਲ ਇਹਦੀ ਆ ਜਾਏਗੀ। ਠੀਕ ਹੈ ਜੀ, ਹਾਂਜੀ ਅੱਗੇ ਦੇਖੋ ਜੀ, ਅਗਰ ਮੇਰੇ ਕੋਲ ਕੋਈ ਵੀ ਦੋ ਰੋਜ਼ ਜਾਂ ਕਾਲਮ ਸੇਮ ਹੋਣ, ਠੀਕ ਹੈ ਜੀ, ਕੋਈ ਵੀ ਦੋ ਰੋ ਜਾਂ ਕਾਲਮ ਆਪਸ ਦੇ ਵਿੱਚ ਸੇਮ ਹੋਣ, ਸੇਮ ਮੀਨ ਆਇਡੈਂਟੀਕਲ ਹੋਣ, ਤਾਂ ਤੁਸੀਂ ਉਹਦਾ ਡਾਇਰੈਕਟ ਆਨਸਰ ਕੀ ਲਗਾ ਦਿਓ, 0 ਲਗਾ ਦਿਓ, ਉਹਨੂੰ ਸੋਲਵ ਕਰਨ ਦੀ ਲੋੜ ਨਹੀਂ। ਠੀਕ ਹੈ ਜੀ, ਡਿਟਰਮੀਨੈਂਟ ਦੀ ਵੈਲਿਊ ਕੀ ਉਹਦੀ ਹੋ ਜੂਗੀ 0। ਕਿਉਂ? ਕਿਉਂਕਿ ਆਪਾਂ ਕੀ ਲਗਾ ਸਕਦੇ ਹਾਂ, ਮੈਟ੍ਰਿਕਸ ਦੇ ਉੱਪਰ ਆਪਰੇਸ਼ਨਸ ਲਗਾ ਸਕਦੇ ਹੁੰਦੇ ਆ। ਤਾਂ ਇਹਦੇ ਤੇ ਦੇਖੋ ਆਪਰੇਸ਼ਨ ਕੀ ਲੱਗਦਾ ਆ, 1 3 6 1 3 6 2 4 5, ਦੇਖੋ C1 ਤੇ C2 ਦੋਨੋਂ ਸੇਮ ਆ। ਦੇਖੋ ਹੁਣ ਅਗਰ ਮੈਂ C1 ਤੇ ਆਪਰੇਸ਼ਨ ਲਗਾ ਦਿੰਦਾ, ਮਤਲਬ ਆਪਰੇਟ ਕਰਨਾ ਕਿੱਦਾਂ ਕਰਾਂਗੇ, C1 ਮਾਈਨਸ C2 ਕਰਾਂਗੇ, ਯਾਨੀ ਕਿ C1 ਦੇ ਐਲੀਮੈਂਟ C2 ਦੇ ਵਿੱਚੋਂ ਮਾਈਨਸ ਕਰ ਦਾਂਗੇ। ਤਾਂ ਦੇਖੋ ਆਨਸਰ ਚੇਂਜ ਕਾਹਦੇ ਚ ਆਉਣਾ, C1 ਦੇ ਵਿੱਚ, ਤਾਂ ਕੀ ਬਣਨਾ 0 0 0 1 3 6, ਕਿਉਂਕਿ ਬਾਕੀ ਨੂੰ ਤਾਂ ਮੈਂ ਕੁਝ ਕਿਹਾ ਹੀ ਨਹੀਂ। ਤਾਂ ਦੇਖੋ ਇੱਕ ਕਾਲਮ ਕੀ ਬਣ ਗਿਆ ਮੇਰੇ ਕੋਲ 0 ਬਣ ਗਿਆ, ਤਾਂ ਓਵਰਆਲ ਆਨਸਰ ਕਿੰਨਾ ਮੇਰੇ ਕੋਲੇ 0 ਹੋ ਗਿਆ। ਠੀਕ ਹੈ ਜੀ, ਸਰ ਥਰਡ ਪ੍ਰੋਪਰਟੀ ਰਿਪੀਟ ਕਰਿਓ। ਥਰਡ, ਓਕੇ ਜੀ, ਹਾਂਜੀ ਹਾਂਜੀ ਓਕੇ ਜੀ। ਫੋਰਥ ਦੀ ਇਹ ਤਾਂ ਚ ਕਿਸੇ ਨੂੰ ਕੋਈ ਐਗਜ਼ਾਮਪਲ ਡਾਊਟ ਕੋਈ ਨਹੀਂ, ਮਤਲਬ ਹਾਂਜੀ ਫੋਰਥ ਦੀ ਤਾਂ ਕੋਈ ਦਿੱਕਤ ਨਹੀਂ ਨਾ। ਨਹੀਂ ਸਰ। ਨਹੀਂ ਸਰ, ਓਕੇ ਜੀ। 3 ਦੇਖ ਲਓ, 3 ਦੀ ਐਗਜ਼ਾਮਪਲ ਉੱਪਰ ਹੀ ਲਿਖੀ ਹੋਈ ਆ। ਤੁਸੀਂ ਕੀ ਕੀਤਾ, ਦੇਖੋ ਜਿਹੜੀ A ਮੈਟ੍ਰਿਕਸ ਸੀ, ਮੰਨ ਲਓ ਮੇਰੇ ਕੋਲ ਇਹ ਵਾਲੀ A ਮੈਟ੍ਰਿਕਸ ਆ, ਤਾਂ ਜਿਹੜੀ ਇਹ ਤੋਂ ਮੈਟ੍ਰਿਕਸ A ਵਾਲੀ ਬਣੀ, ਇਹਦੇ ਵਿੱਚ ਕੀ ਬਣਿਆ, R1 ਤੇ R2 ਨੂੰ ਆਪਸ ਦੇ ਵਿੱਚ ਇੰਟਰਚੇਂਜ ਕਰ ਦਿੱਤਾ। ਦੇਖੋ ਇਹ ਵਾਲੀ ਜਿਹੜੀ ਪਹਿਲੀ ਰੋ ਆ ਉਹ ਇਹਦੇ ਚ ਕਿੱਥੇ ਆ, ਸੈਕੰਡ ਪਲੇਸ ਤੇ ਆ, ਤੇ ਜਿਹੜੀ ਇਹਦੀ ਸੈਕੰਡ ਰੋ ਆ ਉਹ ਕਿੱਥੇ ਆ, ਫਸਟ ਪਲੇਸ ਤੇ, ਜਿਵੇਂ ਕਿ R2 R1 ਦੀ ਜਗ੍ਹਾ ਤੇ ਆ ਗਿਆ, ਤੇ ਜਿਹੜਾ R1 ਆ ਉਹ R2 ਦੀ ਜਗ੍ਹਾ ਤੇ ਚਲਾ ਗਿਆ। ਹੁਣ ਤੁਸੀਂ ਜਿਹੜੀ ਵੀ ਵੈਲਿਊ ਫਾਈਂਡ ਕਰੋਗੇ ਡਿਟਰਮੀਨੈਂਟ ਦੀ, ਮੰਨ ਲਓ ਹੁਣ ਮੈਨੂੰ ਐਗਜ਼ੈਕਟ ਵੈਲਿਊ ਨਹੀਂ ਪਤਾ ਡਿਟਰਮੀਨੈਂਟ ਦੀ ਕਿੰਨੀ ਆ ਰਹੀ ਆ, ਹੁਣ ਮੈਂ ਵੈਸੇ ਹੀ ਕਹਿ ਰਿਹਾ, ਮੰਨ ਲਓ ਇਹਦਾ ਆਨਸਰ 10 ਆ ਜਾਂਦਾ, ਤੇ ਜਿਹੜਾ ਤੁਸੀਂ ਸੈਕੰਡ ਮੈਟ੍ਰਿਕਸ ਦਾ ਡਿਟਰਮੀਨੈਂਟ ਫਾਈਂਡ ਕਰੋਗੇ ਤਾਂ ਉਹ ਤੁਹਾਡੇ ਕੋਲ ਕਿੰਨਾ ਆਏਗਾ, -10 ਆਏਗਾ। ਠੀਕ ਹੈ ਜੀ, ਓਕੇ ਜੀ, ਕਰਕੇ ਦੇਖ ਲਓ, ਜੋ ਇਹਦੀ ਵੈਲਿਊ ਆਏਗੀ ਤਾਂ ਜੋ ਇਹਦੀ ਵੈਲਿਊ ਆਏਗੀ ਉਹ ਨੈਗੇਟਿਵ ਚ ਆਏਗੀ ਉਸੇ ਦੀ। ਕਲੀਅਰ ਹੈ ਜੀ? ਯੈਸ। ਓਕੇ ਜੀ, ਅੱਗੇ ਦੇਖੋ 5th ਪ੍ਰੋਪਰਟੀ ਕੀ ਕਹਿ ਰਹੀ ਹੈ ਮੇਰੇ ਕੋਲੇ,
ਅਗਰ ਕਿਸੇ ਕਾਲਮ ਦੇ ਵਿੱਚੋਂ ਜਾਂ ਰੋ ਦੇ ਵਿੱਚੋਂ ਕੋਈ ਐਲੀਮੈਂਟ ਮੈਂ ਬਾਹਰ ਕੱਢ ਲਾਂ, ਠੀਕ ਹੈ ਜੀ, ਜੇ ਸੇਮ ਹੋਵੇ ਤਾਂ ਜਿਹੜੀ ਡਿਟਰਮੀਨੈਂਟ ਦੀ ਵੈਲਿਊ ਮੇਰੇ ਕੋਲ ਇੱਧਰ ਆ ਰਹੀ ਸੀ, ਮੰਨ ਲਓ a ਦੀ ਵੈਲਿਊ ਜਿਹੜੀ ਡਿਟਰਮੀਨੈਂਟ ਦੀ ਆ ਰਹੀ ਸੀ, ਤਾਂ ਜਿਹੜੀ ਨਵਾਂ ਇੱਧਰ ਬਣੀ ਮੈਟ੍ਰਿਕਸ, ਤਾਂ ਤੁਸੀਂ ਕੀ ਕਰੋ, ਇਹਦੀ ਵੈਲਿਊ ਡਿਟਰਮੀਨੈਂਟ ਦੀ ਫਾਈਂਡ ਕਰ ਲਓ, ਸਮਥਿੰਗ ਆ ਜਾਏਗੀ, ਤਾਂ ਉਹਨੂੰ k ਦੇ ਨਾਲ ਬਾਅਦ ਦੇ ਵਿੱਚ ਮਲਟੀਪਲਾਈ ਕਰ ਦਿਓ, ਤਾਂ ਦੋਨੋਂ ਕੀ ਹੋਣਗੇ, ਸੇਮ ਹੋਣਗੇ। ਠੀਕ ਹੈ ਜੀ, ਆਪਾਂ ਇਹਦੀ ਇੱਕ ਐਗਜ਼ਾਮਪਲ ਵੀ ਲੈ ਲੈਂਦੇ ਹਾਂ। ਦੇਖੋ ਜਰਾ, ਇੱਕ ਮੈਟ੍ਰਿਕਸ ਹੈ, ਜਿਵੇਂ ਮੈਂ ਕਹਦਾ 2 4 6 1 0 0 0 1 0, ਠੀਕ ਹੈ, ਇਦਾਂ ਦੀ ਮੈਟ੍ਰਿਕਸ ਲੈ ਲਈ। ਤਾਂ ਹੁਣ ਤੁਸੀਂ ਇਹਦਾ ਫਟਾਫਟ ਡਿਟਰਮੀਨੈਂਟ ਫਾਈਂਡ ਕਰਕੇ ਦੇਖੋ ਕਿੰਨਾ ਆ ਰਿਹਾ। ਤਾਂ ਮੈਂ ਇਹਦਾ ਡਿਟਰਮੀਨੈਂਟ ਫਾਈਂਡ ਕਰਦਾ, ਦੇਖੋ ਕਿੰਨਾ ਆਏਗਾ 1, ਤਾਂ ਇਹਦਾ ਕਿੰਨਾ ਆ ਜਾਏਗਾ -6 ਆਂਸਰ ਆ ਰਿਹਾ। ਠੀਕ ਹੈ ਜੀ, ਚੈੱਕ ਕਰ ਲਓ। ਹੁਣ ਕੀ ਕੀਤਾ, ਮੈਂ ਨਵੀਂ ਮੈਟ੍ਰਿਕਸ ਇਹ ਤੋਂ ਬਣਾ ਲਈ, ਉਹਦਾ ਨਾਮ ਮੈਂ ਦੇ ਰਿਹਾ B। ਤਾਂ ਤੁਸੀਂ ਦੇਖੋ ਫਸਟ ਰੋ ਦੇ ਵਿੱਚੋਂ ਕੌਣ ਕਾਮਨ ਨਿਕਲ ਰਿਹਾ, 2 ਕਾਮਨ ਨਿਕਲ ਰਿਹਾ, ਤਾਂ ਅੰਦਰ ਕਿੰਨਾ ਰਹੇਗਾ, ਜਸਟ 1 2 ਤੇ 3। ਤਾਂ ਬਾਕੀ ਸੈਕੰਡ ਤੇ ਥਰਡ ਰੋ ਨੂੰ ਕੁਛ ਨਹੀਂ ਕਿਹਾ। ਤਾਂ ਹੁਣ ਦੇਖੋ B ਦਾ ਡਿਟਰਮੀਨੈਂਟ ਕਿੰਨਾ ਆਏਗਾ, 2 ਤਾਂ ਉਸੇ ਤਰ੍ਹਾਂ ਆ ਗਿਆ। ਹੁਣ ਜਦੋਂ ਮੈਂ ਇਹਦੀ ਵੈਲਿਊ ਫਾਈਂਡ ਕਰਾਂਗਾ, ਇੱਕ ਮਿੰਟ, ਇਹਦਾ ਆ ਜਾਣਾ ਇੱਥੇ ਨਾਲ ਮਾਈਨਸ ਵੀ ਆ ਜਾਣਾ, ਇਹ ਤਾਂ ਪਲੱਸ 'ਚ ਆ ਜਾਣਾ। ਠੀਕ ਹੈ ਜੀ, ਕਿਉਂਕਿ ਆਪਾਂ ਇਹਨਾਂ ਐਕਸਪੈਂਡ ਕਰਾਂਗੇ ਨਾ, ਪਲੱਸ ਮਾਈਨਸ ਪਲੱਸ, ਕਲੀਅਰ ਹੈ ਜੀ। ਜਦੋਂ ਆਪਾਂ ਇਹਨੂੰ ਐਕਸਪੈਂਡ ਕੀਤਾ ਇਸ ਤਰ੍ਹਾਂ, ਤਾਂ ਇਹਨੇ ਕਿੰਨਾ ਬਣ ਜਾਣਾ ਸੀ, ਮਾਈਨਸ ਬਣ ਜਾਣਾ ਸੀ। ਠੀਕ ਹੈ ਜੀ, ਇਹਦੇ ਨਾਲ ਵੀ ਸੇਮ ਹੋਏਗਾ। ਠੀਕ ਹੈ ਜੀ, ਤਾਂ ਜਦੋਂ ਇਹਨੂੰ ਕਰਾਂਗੇ ਤਾਂ ਦੇਖੋ ਕਿੰਨਾ ਆਏਗਾ, ਆ 2 ਬਾਹਰ ਵਾਲਾ ਆ ਗਿਆ, ਤਾਂ ਮਾਈਨਸ ਨਿਸ਼ਾਨ ਇੱਕ ਇਸ ਮਾਈਨਸ ਦਾ ਆ ਗਿਆ, ਤੇ ਇੱਕ ਉੱਪਰੋਂ ਆ ਗਿਆ -3। ਤਾਂ ਦੇਖੋ ਆਂਸਰ ਕਿੰਨਾ ਆ ਰਿਹਾ, 6 ਹੀ ਆ ਰਿਹਾ। ਹੈਲੋ ਹੈਲੋ, ਹਾਂਜੀ ਸਰ, ਸਕਰੀਨ ਵਿਜ਼ੀਬਲ ਨਹੀਂ ਹੈਗੀ, ਕੋਈ ਮੇਰੇ ਨੈਟਵਰਕ ਹਾਂਜੀ, ਸਾਰਿਆਂ ਨੂੰ ਸਕਰੀਨ ਦਿਖ ਰਹੀ ਹੈ, ਵੀ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ? Yes, sir. ਮੇਬੀ ਤੁਹਾਡੇ ਨੈਟਵਰਕ 'ਚ ਥੋੜੀ ਜਿਹੀ ਪ੍ਰੋਬਲਮ ਹੋਏਗੀ, ਤਾਂ ਤੁਸੀਂ ਲੌਗ ਆਊਟ ਕਰਕੇ ਲੌਗਇਨ ਕਰਕੇ ਦੇਖ ਲਓ ਜੀ। ਓਕੇ ਜੀ, ਨੈਕਸਟ ਦੇਖਦੇ ਹਾਂ ਜੀ। ਡਿਟਰਮੀਨੈਂਟ ਦੀਆਂ ਕੁਝ ਪ੍ਰੋਪਰਟੀਜ਼ ਨੇ ਜਿਨ੍ਹਾਂ ਨੂੰ ਆਪਾਂ ਅਪਲਾਈ ਕਰਨਾ ਹੈ ਹੁਣ, ਤੇ ਇਹ ਸਾਰੀਆਂ ਜਿਹੜੀਆਂ ਇੰਪੋਰਟੈਂਟ ਨੇ ਉਹ ਪ੍ਰੋਪਰਟੀਜ਼ ਨਾਲ ਨੋਟ ਕਰਦੇ ਜਾਣਾ ਜੀ। ਪਹਿਲੀ ਪ੍ਰੋਪਰਟੀਜ਼ ਕੀ ਕਹਿ ਰਿਹਾ ਮੇਰੇ ਕੋਲੇ, ਦੋ ਮੈਟ੍ਰਿਕਸ ਨੇ, ਇੱਕ A ਆ, ਇੱਕ B ਹੈ ਮੈਟ੍ਰਿਕਸ। ਤਾਂ ਮੈਂ AB ਮੈਟ੍ਰਿਕਸ ਨੂੰ ਮਲਟੀਪਲਾਈ ਕਰਕੇ ਡਿਟਰਮੀਨੈਂਟ ਫਾਈਂਡ ਕਰ ਲਾਂ, ਜਾਂ ਪਹਿਲਾਂ A ਦਾ ਡਿਟਰਮੀਨੈਂਟ ਫਾਈਂਡ ਕਰ ਲਾਂ ਤੇ B ਦਾ ਡਿਟਰਮੀਨੈਂਟ ਫਾਈਂਡ ਕਰ ਲਾਂ, ਉਹਨਾਂ ਨੂੰ ਮਲਟੀਪਲਾਈ ਕਰ ਲਾਂ, ਮੇਰਾ ਆਂਸਰ ਸੇਮ ਆਏਗਾ। ਹੁਣ ਦੇਖੋ ਅਗਲੀ ਪ੍ਰੋਪਰਟੀ 'ਚ ਕੀ ਆ, A ਪਾਵਰ n ਕਰ ਲਓ, ਜਾਂ ਪਹਿਲਾਂ ਡਿਟਰਮੀਨੈਂਟ ਫਾਈਂਡ ਕਰ ਲਓ ਫਿਰ ਉਹਦੀ ਪਾਵਰ n ਕਰ ਦਿਓ, ਦੋਨੋਂ ਸੇਮ ਆਉਣਗੇ। ਮੰਨ ਲਓ ਤੁਹਾਨੂੰ A ਪਾਵਰ 100 ਦਾ ਡਿਟਰਮੀਨੈਂਟ ਪੁੱਛ ਲਿਆ, ਤਾਂ ਤੁਸੀਂ A ਪਾਵਰ 100 ਦਾ ਡਿਟਰਮੀਨੈਂਟ ਨਹੀਂ ਫਾਈਂਡ ਕਰਨਾ, ਤੁਹਾਨੂੰ ਕੀ ਦਿੱਤਾ ਹੋਏਗਾ ਉੱਥੇ, A ਦਾ ਡਿਟਰਮੀਨੈਂਟ ਫਾਈਂਡ ਕਰ ਲਓ, ਉਹਦੀ ਪਾਵਰ 100 ਕਰ ਦਿਓ। ਤਾਂ ਆਪਾਂ ਹੁਣ ਉੱਥੇ ਇਹ ਤਾਂ ਹੈ ਨਹੀਂ ਆਪਾਂ ਉਹਨੂੰ 100 ਵਾਰ ਮਲਟੀਪਲਾਈ ਕਰਾਂਗੇ, ਤਾਂ ਉੱਥੇ ਆਪਾਂ ਇਹਨੂੰ ਟ੍ਰਿਕ ਨੂੰ ਯੂਜ਼ ਕਰਨਾ। ਹਾਂਜੀ, ਥਰਡ ਵੈਰੀ ਇੰਪੋਰਟੈਂਟ ਆ, ਥਰਡ ਦੇ ਬੇਸ ਤੇ ਪੇਪਰ ਦੇ ਵਿੱਚ ਕਈ ਵਾਰ ਕੁਐਸਚਨ ਆਏ ਹੋਏ ਨੇ। ਦੇਖੋ ਜਰਾ, K into A, ਤਾਂ ਜਿੰਨਾ ਇਹਦਾ ਆਰਡਰ ਆ, ਸਪੋਜ਼ ਕਰੋ ਇਹਦਾ ਆਰਡਰ n ਕ੍ਰੋਸ n ਆ, ਹੁਣ K ਦਾ ਨਾਲ ਮਲਟੀਪਲਾਈ ਹੋਣ ਦਾ ਮਤਲਬ ਕੀ ਆ, ਹਰ ਇੱਕ ਐਲੀਮੈਂਟ ਦੇ ਨਾਲ K ਮਲਟੀਪਲਾਈ ਹੋਏਗਾ। ਠੀਕ ਆ, ਤਾਂ ਤੁਸੀਂ ਕੀ ਕਰਦੇ ਹੋ, ਜਸਟ K ਜਿੰਨਾ ਇਹਦਾ ਆਰਡਰ ਆ ਉਨੀ ਇਹਦੀ ਪਾਵਰ ਲਿਖ ਦਿਓ, ਤਾਂ ਇਕੱਲੇ A ਦਾ ਡਿਟਰਮੀਨੈਂਟ ਫਾਈਂਡ ਕਰ ਲਓ, ਤਾਂ ਇਹ ਦੋਨੋਂ ਤੁਹਾਡੇ ਕੋਲੇ ਸੇਮ ਆਉਣਗੇ। ਇਸ ਦੇ ਬੇਸ ਤੇ ਬਹੁਤ ਵਾਰ ਕੁਐਸਚਨ ਆਏ ਹੋਏ ਆ, ਵੈਰੀ ਇੰਪੋਰਟੈਂਟ। ਠੀਕ ਹੈ ਜੀ, ਤਾਂ ਲਾਸਟ ਵਾਲਾ ਜਿਹੜਾ ਉਸ ਤੋਂ ਵੀ ਇੰਪੋਰਟੈਂਟ ਆ, ਉਹ ਡਾਇਰੈਕਟ ਹੀ ਕੁਐਸਚਨ 'ਚ ਪੁੱਛਿਆ ਗਿਆ ਹੁਣ ਤੱਕ। ਤਾਂ ਕੀ ਕਹਿ ਰਿਹਾ ਮੇਰੇ ਕੋਲ, ਦੇਖੋ ਅਗਰ ਕੋਈ ਵੀ ਮੈਟ੍ਰਿਕਸ A ਆ, ਉਹ ਕੀ ਤੋਂ ਬਣੀ ਹੋਈ ਆ, B plus C ਤੋਂ। ਤਾਂ ਯਾਨੀ ਕਿ ਹੁਣ ਅਗਰ ਮੈਂ ਇੱਥੇ ਡਿਟਰਮੀਨੈਂਟ ਅਪਲਾਈ ਕਰਦਾ ਆ, ਡਿਟਰਮੀਨੈਂਟ A, ਇਹ ਬਰਾਬਰ ਨਹੀਂ ਹੋਏਗਾ ਡਿਟਰਮੀਨੈਂਟ ਆਫ B plus ਡਿਟਰਮੀਨੈਂਟ ਆਫ C। ਹੁਣ ਇਹਦੀ ਮੈਂ ਇੱਕ ਐਗਜ਼ਾਮਪਲ ਵੀ ਦਿੰਦਾ, ਤਾਂ ਤੁਸੀਂ ਇਦਾਂ ਦੀਆਂ ਦੋ ਮੈਟ੍ਰਿਕਸ ਲੱਭ ਕੇ ਦੇਖੀਏ। ਲਓ ਜੀ, ਇੱਕ ਮੈਂ B ਮੈਟ੍ਰਿਕਸ ਲੈ ਲਈ, B ਮੈਟ੍ਰਿਕਸ ਕਿੱਦਾਂ ਦੀ ਆ ਮੇਰੇ ਕੋਲ, 1 0 0 1। ਸਿਮਿਲਰ ਮੈਂ ਇੱਕ C ਮੈਟ੍ਰਿਕਸ ਲੈ ਲਿੱਤੀ, ਉਹ ਕੀ ਹੈ ਮੇਰੇ ਕੋਲ -1 0 0 -1। ਤਾਂ ਹੁਣ ਇਹਨਾਂ ਤੋਂ A ਮੈਟ੍ਰਿਕਸ ਬਣੇਗੀ, ਤਾਂ A ਮੈਟ੍ਰਿਕਸ ਜਰਾ ਬਣਾ ਕੇ ਦੇਖੋਗਾ ਫਟਾਫਟ। A ਮੈਟ੍ਰਿਕਸ ਕੀ ਹੋਏਗੀ, ਦੇਖੋ ਆਪੋਜ਼ਿਟ ਸਾਈਨ ਹੈ, ਇਹ ਬਣ ਗਈ 0 0 0। ਤਾਂ ਹੁਣ ਆਪਾਂ ਇਹਨੂੰ ਚੈੱਕ ਕਰਨਾ ਵੀ ਆਪਸ 'ਚ ਬਰਾਬਰ ਆਉਂਦੀ ਹੈ ਕਿ ਨਹੀਂ ਆਉਂਦੀ, ਤਾਂ ਕਰੋਗਾ ਜਰਾ।
ਤਾਂ ਡਿਟਰਮੀਨੈਂਟ ਜੇ ਮੈਂ a ਦਾ ਫਾਈਂਡ ਕੀਤਾ ਤਾਂ ਡਾਇਰੈਕਟ ਮੇਰੇ ਕੋਲ ਕਿੰਨਾ ਬਣ ਗਿਆ 0। ਡਿਟਰਮੀਨੈਂਟ ਠੀਕ ਹੈ b ਦਾ ਫਾਈਂਡ ਕੀਤਾ ਤਾਂ ਕਿੰਨਾ ਬਣ ਗਿਆ 1। ਤਾਂ ਸਿਮਿਲਰ ਮੇਰੇ ਡਿਟਰਮੀਨੈਂਟ c ਦਾ ਫਾਈਂਡ ਕੀਤਾ ਤਾਂ ਕਿੰਨਾ ਬਣ ਗਿਆ 1। ਤਾਂ ਹੁਣ ਉੱਪਰ ਫਿਲ ਕਰਕੇ ਦੇਖੋ 0 1 + 1। ਹੁਣ ਦੇਖੋ 0 ਕਦੇ ਵੀ 2 ਦੇ ਬਰਾਬਰ ਤਾਂ ਨਹੀਂ ਨਾ ਹੁੰਦੀ, ਠੀਕ ਹੈ ਜੀ। ਤਾਂ ਆਪਾਂ ਡਿਟਰਮੀਨੈਂਟ ਦੇ ਵਿੱਚ ਇਹ ਹਮੇਸ਼ਾ ਇਕੁਅਲ ਨਹੀਂ ਹੁੰਦੇ, ਹੋ ਸਕਦਾ ਸਮ ਕੇਸ ਦੇ ਵਿੱਚ ਇਕੁਅਲ ਆ ਜਾਣ ਬਟ ਨਾਟ ਆਲਵੇਜ਼ ਟਰੂ, ਠੀਕ ਹੈ ਜੀ। ਇਹ ਨੋਟ ਕਰਕੇ ਰੱਖ ਲਓ ਜੀ। ਹੁਣ ਇਹਦੇ ਚ ਤੁਸੀਂ ਨੋਟ ਕਿਹੜੀਆਂ ਕਰਨੀਆਂ, ਤੁਸੀਂ ਪਹਿਲੀਆਂ ਤਿੰਨੋਂ ਪ੍ਰੋਪਰਟੀਜ਼ ਅਪਲਾਈ ਕਰਨੀਆਂ, ਹੁਣ ਇਹ ਆਪਾਂ ਅੱਗੇ ਜਿਹੜੇ ਸਮ ਕਰਾਂਗੇ, ਠੀਕ ਹੈ ਜੀ। ਤਾਂ ਫਸਟ ਸਮ ਦੇਖੋ ਜਰਾ ਇਹਦੇ ਤੇ। ਹੁਣ ਤੁਹਾਡੇ ਕੋਲੇ ਸਪੋਜ਼ ਕਰੋ ਇਸ ਤਰ੍ਹਾਂ ਦਾ ਕੁਐਸਚਨ ਆ ਗਿਆ, ਤਾਂ ਤੁਸੀਂ ਇਹਨੂੰ ਕਿਸ ਤਰ੍ਹਾਂ ਕਰੋਗੇ। ਹੁਣ ਆਪਾਂ ਪਿੱਛੇ ਸਾਰੀਆਂ ਡਿਟਰਮੀਨੈਂਟ ਨਾਲ ਰਿਲੇਟਡ ਪ੍ਰੋਪਰਟੀਜ਼ ਕਰ ਚੁੱਕੇ ਹਾਂ, ਤਾਂ ਦੇਖੋ ਫਿਰ ਇਹਦਾ ਸਮ। ਹਾਂਜੀ ਸਰ ਇੱਕ ਨਾ ਹਾਂਜੀ ਸ਼ਰਮਾ ਪਬਲਿਕੇਸ਼ਨ ਚ ਆ ਡਿਟਰਮੀਨੈਂਟ ਦੇ ਨਾਲ ਸੋਲਵ ਕਰਨ ਵਾਸਤੇ ਉਹ a raised to power ਕੁਛ n - 1 ਨਾਲ ਫਾਰਮੂਲਾ। ਓਕੇ ਜੀ, ਛੱਡੋ ਤੁਸੀਂ ਉਹਨੂੰ, ਪਹਿਲਾਂ ਆਪਾਂ ਇਹ ਸਮ ਤੇ ਆਣੇ ਆ, ਉਹ ਆਪਾਂ ਬਾਅਦ ਚ ਡਿਸਕਸ ਕਰਦੇ ਹਾਂ। ਤੁਹਾਨੂੰ ਪੇਪਰ ਦੇ ਵਿੱਚ ਸਪੋਜ਼ ਕਰੋ ਇਹ ਸਮ ਆ ਗਿਆ, ਤਾਂ ਤੁਸੀਂ ਇਹਨੂੰ ਕਿੱਦਾਂ ਸੋਲਵ ਕਰਨਾ ਸ਼ੁਰੂ ਕਰੋਗੇ। ਹੁਣ ਤੁਸੀਂ ਇੱਕ ਤਾਂ ਤੁਹਾਡੇ ਕੋਲੇ ਮੈਥਡ ਹੈਗਾ, ਜਿਵੇਂ ਆਪਾਂ ਹੁਣੇ ਥੋੜੀ ਦੇਰ ਪਹਿਲਾਂ ਕੀਤਾ, ਉੱਪਰ ਪਲੱਸ ਲਗਾ ਕੇ ਮਾਈਨਸ ਲਗਾ ਕੇ ਪਲੱਸ ਲਗਾ ਕੇ, ਪਹਿਲਾ ਮੈਥਡ ਦਾ ਤੁਹਾਡੇ ਕੋਲੇ ਉਹ ਆ। ਬਟ ਆਪਾਂ ਉਸ ਚੱਕਰ 'ਚ ਨਹੀਂ ਪੈਣਾ, ਆਪਾਂ ਮੈਟ੍ਰਿਕਸ ਦੀਆਂ ਤੋਂ ਬਾਅਦ ਡਿਟਰਮੀਨੈਂਟ 'ਚ ਉਹਦੀਆਂ ਪ੍ਰੋਪਰਟੀਜ਼ ਪੜ੍ਹ ਚੁੱਕੇ ਆ, ਉਹਨੂੰ ਅਪਲਾਈ ਕਰਨਾ। ਦੇਖੋ ABC ਬਾਰੇ ਉਹਨੇ ਕੁਝ ਵੀ ਨਹੀਂ ਕਿਹਾ, ਹੈ ਨਾ ਜੀ। ਤਾਂ ਆਪਾਂ ਹੀ ਕਰਨਾ ABC ਦੀ ਕੁਝ ਇਦਾਂ ਦੀ ਵੈਲਿਊ ਫਿਲ ਕਰਨੀ ਹੈ ਜਿਹੜੀ ਮੈਨੂੰ ਜਮਾਂ ਹੀ ਸੌਖੀ ਕਰ ਦੇ। ਲਓ ਜੀ, ਮੈਂ A ਦੀ ਵੈਲਿਊ 1 ਫਿਲ ਕਰ ਦਿੱਤੀ, B ਦੀ ਵੈਲਿਊ 1 ਫਿਲ ਕਰ ਦਿੱਤੀ ਤੇ C ਦੀ ਵੈਲਿਊ 1 ਫਿਲ ਕਰਤੀ। ਕੋਈ ਰਿਸਟ੍ਰਿਕਸ਼ਨ ਨਹੀਂ, ਜਿਹੜਾ ਮੇਰੇ ਕੋਲੇ ਦਿਲ ਕੀਤਾ ਮੈਂ ਉਹ ਆਪਸ਼ਨ 'ਚ ਫਿਲ ਕਰ ਦਿੱਤਾ। ਤਾਂ ਹੁਣ ਤੁਸੀਂ ਫਿਲ ਕਰਕੇ ਦੇਖੋ ਮੈਟ੍ਰਿਕਸ ਕਿੱਦਾਂ ਦੀ ਬਣ ਗਈ। ਹਾਂਜੀ ਬਣਾਓ ਜਰਾ ਮੈਟ੍ਰਿਕਸ। ਤਾਂ ਮੈਟ੍ਰਿਕਸ ਨੂੰ ਮੈਂ ਨਾਮ ਦੇ ਦਿੱਤਾ A ਦਿੱਤਾ, ਕੀ ਬਣ ਗਿਆ ਦੇਖੋ 1 1 1 1 1 1 1 1 1। सारी रोज सेम बन गई आंसर कितना आ गया 0 ਆਇਡੈਂਟੀਕਲ। ਹਾਂਜੀ यस सर ਓਕੇ ਜੀ। ਤਾਂ ਹੁਣ ਬਟ ਇਹਦੇ ਚ ਇੱਕ ਗੱਲ ਹੋਰ ਧਿਆਨ ਰੱਖਣੀ ਆ, ਫੋਰਥ ਆਪਸ਼ਨ ਚ ABC ਆ, ਤਾਂ ਜਿਹੜੀ ਮੈਂ ਵੈਲਿਊਜ਼ ਫਿਲ ਕਰੀਆਂ ਮੈਂ ਉਹ ਆਪਸ਼ਨ ਦੇ ਵਿੱਚ ਵੀ ਫਿਲ ਕਰਨੀਆਂ। ਤਾਂ ਇਹਦੇ ਵਿੱਚ ਫਿਲ ਕਰਾਂਗੇ, ਦੇਖੋ ਮੇਰੇ ਕੋਲ ਕਿੰਨਾ ਬਣ ਜਾਏਗਾ 1 ਹੀ ਆਨਸਰ ਬਣ ਜਾਏਗਾ। ਹੁਣ ਦੇਖੋ ਆਪਣੇ ਕੋਲ ਆਨਸਰ ਆ ਗਿਆ 0। ਫਸਟ ਆਨਸਰ ਕਿੰਨਾ ਸੀ 1 ਨਹੀਂ ਆਇਆ, ਸੈਕੰਡ ਆਨਸਰ ਵੀ ਕੈਂਸਲ ਹੋ ਗਿਆ, ਲਾਸਟ ਆਪਸ਼ਨ D ਵੀ ਕੈਂਸਲ ਹੋ ਗਈ, ਓਨਲੀ C ਬਚੀ। ਠੀਕ ਹੈ ਜੀ, ਇਹਨੂੰ ਆਪਣਾ ਸੋਲਵ ਕਰਨ ਦਾ ਤਰੀਕਾ, ਇਹ ਵੀ ਆਪਣੇ ਮਾਸਟਰ ਕੈਡਰ ਦੇ ਪੇਪਰ ਦੇ ਵਿੱਚ ਸ਼ਾਇਦ 2017 ਵਾਲੇ ਚ ਆਇਆ ਹੋਇਆ। ਠੀਕ ਹੈ ਜੀ, 1 ਸੈਕਿੰਡ ਦਾ ਕੰਮ ਆਪਣੇ ਕੋਲ ਪੇਪਰ ਦੇ ਵਿੱਚ। ਅਗਲਾ ਕਰਦੇ ਹਾਂ ਜੀ ਇਹਨੂੰ। ਹੁਣ ਇਹ ਨਾ ਸੋਚੋ ਵੀ ਮੈਂ ਉੱਥੇ ਲੰਬੇ ABC ਦੇ ਕੋਈ ਵੀ ਹਾਂਜੀ ਕੋਈ ਵੀ ਵੈਲਿਊ ਫਿਲ ਕਰ ਦਿਓ, ਜਿਹੜੀ ਉਹਨਾਂ ਕਰ ਸਕਦੇ ਆ ਜਿਹੜਾ ਦਿਲ ਕਰਦਾ। ਦੇਖੋ ਉਸ ਤੋਂ ਪਹਿਲਾਂ ਮੇਰਾ ਦਿਲ ਕੀਤਾ ਮੈਂ A ਨੂੰ 0 ਫਿਲ ਕਰਦਾ, ਬਟ ਮੈਂ A ਨੂੰ 0 ਤਾਂ ਨਹੀਂ ਫਿਲ ਕੀਤਾ, ਦੇਖੋ 1/0 ਉਹ ਨੋਟ ਡਿਫਾਈਨ ਆ ਜਾਂਦਾ। ਠੀਕ ਹੈ ਜੀ, ਤਾਂ ਇਦਾਂ ਦੀ ਆਪਾਂ ਵੈਲਿਊ ਤੋਂ ਪਰਹੇਜ਼ ਕਰਨਾ ਜਿੱਥੇ ਆਪਾਂ ਉਹਨੂੰ ਡਿਫਾਈਨ ਨਾ ਕਰ ਸਕੀਏ। ਬਾਕੀ ਜਿਹੜੀ ਮਰਜ਼ੀ ਵੈਲਿਊ ਫਿਲ ਕਰ ਦਿਓ, ਠੀਕ ਹੈ ABC ਇਕੁਅਲੀ ਜੋ ਮਰਜ਼ੀ ਫਿਲ ਕਰ ਦਿਓ। ਮੈਂ ਬੋਲ ਰਿਹਾ ਭਲਾ A ਨੂੰ ਤੁਸੀਂ ਹਾਂਜੀ A ਨੂੰ 2 ਫਿਲ ਕਰ ਦਿਓ, B ਨੂੰ 2 ਫਿਲ ਕਰ ਦਿਓ, C ਨੂੰ 2 ਫਿਲ ਕਰ ਦਿਓ, ਜੋ ਮਰਜ਼ੀ ਫਿਲ ਕਰ ਦਿਓ, ਕਿਉਂਕਿ ABC ਆਪਾਂ ਨੂੰ ਕੁਝ ਨਹੀਂ ਕਹਿ ਰਿਹਾ। ਠੀਕ ਹੈ ਜੀ, ਦੇਖੋ ਅਗਰ 2 ਫਿਲ ਕਰਦੇ ਤਾਂ ਫਿਰ ਮੇਰੇ ਕੋਲ ਮੈਟ੍ਰਿਕਸ ਕਿੱਦਾਂ ਦੀ ਬਣਨੀ ਸੀ। ਹਾਂਜੀ ਮਾਈਕ ਆਫ ਕਰ ਲਿਓ ਜਰਾ। ਫਿਰ ਮੇਰੇ ਕੋਲ ਮੈਟ੍ਰਿਕਸ ਬਣਨੀ ਸੀ 1/2 1/2 1/2। ਤਾਂ 4 4 4 4 4 4। ਲਓ ਜੀ, ਤਾਂ ਹੁਣ ਤੁਸੀਂ ਫਿਰ ਇਹਦਾ ਡਾਇਰੈਕਟ ਆਨਸਰ 2 ਕਾਲਮ ਸੇਮ ਆ ਗਏ, ਤਾਂ ਆਨਸਰ ਅਗੇਨ 0। ਤੇ ਆਪਾਂ ਫੋਰਥ ਆਪਸ਼ਨ ਵੀ ਚੈੱਕ ਕਰਨੀ ਸੀ, ਇੱਥੇ ਕਿੰਨਾ ਜਾਣਾ ਸੀ ਆਨਸਰ 2 × 2 × 2। ਯਾਨੀ ਕਿ ਜੇ 8 ਆਨਸਰ ਆ ਜਾਂਦਾ ਫਿਰ ਮੇਰੀ C ਆਪਸ਼ਨ ਸੀ, ਤਾਂ ਹੁਣ ਮੇਰਾ ਆਨਸਰ 0 ਆ ਗਿਆ, ਤਾਂ ਮੇਰੀ ਆਪਸ਼ਨ ਨੰਬਰ C ਕਰੈਕਟ। ਤਾਂ ਇਹਨੂੰ ਆਪਾਂ ਸੋਲਵ ਕਰਨ ਦੇ ਚੱਕਰ 'ਚ ਨਹੀਂ ਪੈਣਾ, ਕਿਉਂਕਿ ਅਗਰ ਇਹ ਆਪਾਂ ਦੇਖਿਆ ਜਾਵੇ ਤਾਂ +2 ਦੇ ਵਿੱਚ 6 ਨੰਬਰ ਦਾ ਸਮ ਆਉਂਦਾ ਸੀਗਾ, ਬਟ ਆਪਾਂ ਇਹਨੂੰ ਇਸੇ ਮੈਥਡ ਨਾਲ ਹੀ ਕਰਨਾ ਜੀ। ਅਗਲਾ ਦੇਖੋ ਜਰਾ। ਜਰਾ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ, ਆਵਾਜ਼ ਤੁਹਾਡੀ ਸਮਝ ਨਹੀਂ ਆ ਰਹੀ। ਓਕੇ ਜੀ ਓਕੇ।
ਓਕੇ ਜੀ ਨੈਕਸਟ ਸਮ ਹੁਣੇ ਆਪਾਂ ਪੜ੍ਹ ਚੁੱਕੇ ਆ, ਉਸੇ ਹਿਸਾਬ ਨਾਲ ਕਰਨਾ। ਬਟ ਮੰਨ ਲਓ ਤੁਹਾਨੂੰ ਪੇਪਰ ਦੇ ਵਿੱਚ ਕੋਈ ਰੂਲ ਨਹੀਂ ਚੇਤਾ, ਸਾਰਾ ਕੁਝ ਭੁੱਲ ਗਿਆ, ਤਾਂ ਹੁਣ ਇਹ ਵੀ ਪੇਪਰ ਦੇ ਵਿੱਚ ਸਮ ਆਇਆ ਹੋਇਆ। ਤਾਂ ਕਰਨ ਦਾ ਤਰੀਕਾ ਦੇਖੋ ਕੀ ਆ ਮੇਰੇ ਕੋਲੇ। A ਦਾ ਡਿਟਰਮੀਨੈਂਟ ਮੈਨੂੰ -1 ਦਿੱਤਾ ਹੋਇਆ, B ਦਾ ਡਿਟਰਮੀਨੈਂਟ ਮੈਨੂੰ 3 ਦਿੱਤਾ ਹੋਇਆ। ਤਾਂ ਤੁਸੀਂ ਇਦਾਂ ਦੀਆਂ ਦੋ ਮੈਟ੍ਰਿਕਸ ਲੱਭਣੀਆਂ 3 ਆਰਡਰ ਦੀਆਂ, ਜਿਨ੍ਹਾਂ ਦਾ ਡਿਟਰਮੀਨੈਂਟ -1 ਹੋਵੇ ਤੇ ਇੱਕ ਦਾ ਡਿਟਰਮੀਨੈਂਟ ਹੋਵੇ 3। ਤੇ ਆਪਾਂ ਮੈਟ੍ਰਿਕਸ ਲੱਭਣੀਆਂ ਸੌਖੀਆਂ ਜੀਆਂ, ਇਹ ਨਾ ਹੋਵੇ ਤੁਸੀਂ ਔਖੀਆਂ ਲੱਭਣ ਬੈਠ ਜਾਓ। ਲਓ ਜੀ ਮੈਂ A ਮੈਟ੍ਰਿਕਸ ਲੱਭਣ ਲੱਗਾ, ਮੈਂ ਡਿਟਰਮੀਨੈਂਟ ਕਿੰਨਾ ਬਣਾਉਣਾ, -1 ਬਣਾਉਣਾ। ਤਾਂ ਇੱਥੇ ਲਿਖਦਾ ਮੈਂ -1 0 0 0 1 0 0 0 1। देखो A ਦਾ ਡਿਟਰਮੀਨੈਂਟ ਫਾਈਂਡ ਕਰੋਗੇ ਤਾਂ ਡਾਇਗਨਲ ਐਲੀਮੈਂਟ ਨੂੰ ਮਲਟੀਪਲਾਈ ਕਰੋ ਤਾਂ ਆਨਸਰ ਮੇਰਾ ਆ ਗਿਆ। ਕਿਉਂ? ਕਿਉਂਕਿ ਡਾਇਗਨਲ ਮੈਟ੍ਰਿਕਸ ਦਾ ਕੀ ਹੁੰਦਾ ਡਿਟਰਮੀਨੈਂਟ, ਡਾਇਗਨਲ ਐਲੀਮੈਂਟ ਦੀ ਪ੍ਰੋਡਕਟ। ਤਾਂ ਸਿਮਿਲਰ ਤੁਸੀਂ B ਮੈਟ੍ਰਿਕਸ ਲੈ ਲਓ। ਤਾਂ B ਮੈਟ੍ਰਿਕਸ ਕੀ ਕਰਦੇ ਆਪਾਂ, ਉਹਦਾ ਪਹਿਲਾ ਐਲੀਮੈਂਟ 3 ਲੈ ਲੈਂਦੇ ਆ, ਅੱਗੇ ਮੈਨੂੰ 1 ਚਾਹੀਦਾ 1, ਦੇਖੋ ਜੀ ਡਿਟਰਮੀਨੈਂਟ ਆ ਗਿਆ ਮੇਰੇ ਕੋਲੇ। ਹੁਣ ਮੈਂ ਕੀ ਕਰਨਾ, A ਤੇ B ਨੂੰ ਮਲਟੀਪਲਾਈ ਕਰਨਾ, ਇਹੀ ਕਹਿੰਦੇ ਨਾ A ਤੇ B ਨੂੰ ਮਲਟੀਪਲਾਈ ਕਰਨਾ, ਫਿਰ ਉਹਨੂੰ 3 ਦੇ ਨਾਲ ਮਲਟੀਪਲਾਈ ਕਰਨਾ। ਤੇ ਦੇਖੋ ਹੁਣ ਜਦੋਂ ਮੈਂ A ਤੇ B ਨੂੰ ਮਲਟੀਪਲਾਈ ਕੀਤਾ ਤਾਂ ਮੇਰੇ ਕੋਲੇ ਆਨਸਰ ਕਿੰਨਾ ਆ ਜਾਂਦਾ, ਡਾਇਗਨਲ ਐਲੀਮੈਂਟ ਆ। ਜਸਟ ਡਾਇਗਨਲ ਐਲੀਮੈਂਟ ਨੂੰ ਡਾਇਗਨਲ ਐਲੀਮੈਂਟ ਦੇ ਨਾਲ ਮਲਟੀਪਲਾਈ ਕਰ ਦਿਓ। -3 0 0, ਕਿਉਂਕਿ ਇਹਦੇ ਨਾਲ ਮਲਟੀਪਲਾਈ ਹੋ ਜਾਣੀ, ਬਾਕੀ ਤਾਂ ਸਾਰੇ 0 ਹੀ ਰਹਿ ਜਾਣੇ ਆ। ਨੈਕਸਟ ਵਾਲਾ 0 1, ਕਿਉਂਕਿ 1 ਨੇ 1 ਨਾਲ ਮਲਟੀਪਲਾਈ ਹੋ ਜਾਣਾ, ਤੇ ਲਾਸਟ ਵਾਲਾ ਇੱਧਰ 1, ਓਵਰਆਲ ਐਲੀਮੈਂਟ 0। ਤੇ ਅਗਲਾ ਪ੍ਰੋਸੈਸ ਕੀ ਕਹਿ ਰਿਹਾ ਮੇਰੇ ਕੋਲੇ, 3 ਦੇ ਨਾਲ ਮਲਟੀਪਲਾਈ ਕਰ ਦਿਓ। ਤਾਂ ਇਹਨੂੰ 3 ਦੇ ਨਾਲ ਮਲਟੀਪਲਾਈ ਕਰ ਦਿਓ ਤਾਂ ਕਿੰਨਾ ਹੋ ਗਿਆ, 3 ਨਾਲ ਮਲਟੀਪਲਾਈ ਕਰਨਾ ਮਤਲਬ ਸਾਰੀ ਮੈਟ੍ਰਿਕਸ ਨੂੰ 3 ਨਾਲ ਮਲਟੀਪਲਾਈ ਕਰਨਾ, ਯਾਨੀ ਕਿ -9 0 0 0 3 3 0 0, ਉਹ ਸੌਰੀ ਇੱਧਰ ਵੀ 0 ਤੇ ਲਾਸਟ ਵਾਲਾ ਐਲੀਮੈਂਟ 3। ਤਾਂ ਹੁਣ ਇਹਦਾ ਡਿਟਰਮੀਨੈਂਟ ਫਾਈਂਡ ਕਰਨਾ, ਤਾਂ ਤੁਸੀਂ ਫਟਾਫਟ ਇਹਦਾ ਡਿਟਰਮੀਨੈਂਟ ਫਾਈਂਡ ਕਰਕੇ ਦੱਸ ਦਿਓ ਕਿੰਨਾ ਹੋ ਗਿਆ। -81 ਹਾਂਜੀ -81। ਤਾਂ ਆਪਸ਼ਨ ਨੰਬਰ ਮੇਰੇ ਕੋਲੇ ਓਕੇ ਜੀ, ਇੱਥੇ ਮਾਈਨਸ ਸੋ ਦੋਨੋਂ ਆਪਸ਼ਨ ਸੇਮ ਹੈ ਸਰ। ਓਕੇ ਜੀ, ਇੱਕ ਨੂੰ ਆਪਾਂ -81 ਕਰ ਦਿੰਦੇ ਆ ਫਿਰ, ਠੀਕ ਹੈ ਜੀ, ਕਲੀਅਰ। ਇਹ ਸੀ ਆਪਣੇ ਕੋਲੇ ਬਾਈ ਐਗਜ਼ਾਮਪਲ ਕਰਨਾ। ਮੰਨ ਲਓ ਸਰ ਹਾਂਜੀ ਇੱਥੇ ਇੰਪੋਰਟੈਂਟ ਰਿਜ਼ਲਟ ਲਿਖਾਏ ਜਿਹੜੇ ਆ, ਉਹਦੇ ਵਿੱਚੋਂ ਥਰਡ ਵਾਲਾ ਜਿਹੜਾ ਕਰ ਸਕਦੇ ਆ। ਹਾਂਜੀ, ਹੁਣ ਮੈਂ ਉਸ ਤਰੀਕੇ ਨਾਲ ਵੀ ਕਰਵਾਉਣ ਲੱਗਾ ਸੀਗਾ ਤੁਹਾਨੂੰ, ਇਹ ਠੀਕ ਬਾਈ ਹੈ ਐਗਜ਼ਾਮਪਲ ਦੋਨੋਂ ਕਰਵਾਵਾਂਗਾ ਮੈਂ, ਡੋਂਟ ਵਰੀ, ਠੀਕ ਹੈ। ਇਹ ਬਾਈ ਐਗਜ਼ਾਮਪਲ ਸੀਗਾ। ਤਾਂ ਕੋਸ਼ਿਸ਼ ਕਰੋ, ਕਈ ਵਾਰ ਕੀ ਹੁੰਦਾ ਆਪਣੇ ਕੋਲੇ ਉੱਥੇ ਕੀ ਹੁੰਦਾ ਦਿਮਾਗ ਦੇ ਵਿੱਚੋਂ ਰੂਲ ਨਿਕਲ ਜਾਂਦਾ, ਤਾਂ ਐਗਜ਼ਾਮਪਲ ਦੇ ਨਾਲ ਆਪਣੇ ਕੋਲੇ ਗਲਤੀ ਦੇ ਚਾਂਸ ਬਹੁਤ ਘੱਟ ਹੁੰਦੇ ਆ। ਲਓ ਜੀ, ਤਾਂ ਕੀ ਹੈ ਮੇਰੇ ਕੋਲੇ 3AB, ਕਿੰਨੇ ਬਾਈ ਕਿੰਨੇ ਦੀ ਮੈਟ੍ਰਿਕਸ ਆ, 3/3 ਦੀ। ਤਾਂ ਹੁਣ ਇਹ ਮੇਰੇ ਕੋਲੇ ਕਾਹਦਾ ਕੰਮ ਕਰ ਰਿਹਾ, K ਦਾ ਕੰਮ ਕਰ ਰਿਹਾ। ਤਾਂ K ਦੀ ਪਾਵਰ N ਬਾਹਰ ਆ ਜਾਂਦੀ ਆ, ਯਾਨੀ ਕਿ 3 ਦੀ ਪਾਵਰ 3 ਬਾਹਰ ਆ ਗਈ, ਤਾਂ ਡਿਟਰਮੀਨੈਂਟ ਕਿੰਨਾ ਰਹਿ ਗਿਆ, AB ਦਾ ਫਾਈਂਡ ਕਰਨਾ। ਤਾਂ ਹੁਣ 3 ਦੀ ਪਾਵਰ 3 ਕਿੰਨਾ ਹੁੰਦਾ, ਹਾਂਜੀ ਹੁਣ ਇਹਨੂੰ 9 ਨਾ ਬੋਲ ਦਿਓ, 3 ਨੂੰ ਮਤਲਬ 3 ਵਾਰਾ ਮਲਟੀਪਲਾਈ ਕਰਨਾ। ਕਈ ਵਾਰ ਕੀ ਹੁੰਦਾ ਪੇਪਰ ਦੇ ਵਿੱਚ ਫਟਾਫਟ 3 ਦੀ ਪਾਵਰ 3 ਆਪਾਂ ਕਿੰਨਾ ਲਿਖ ਦਿੰਦੇ 9, ਤੇ ਵਿੱਚ ਗਲਤੀ ਦੇ ਵਾਸਤੇ 27 ਵੀ ਮਾਈਨਸ ਦਾ ਪਿਆ ਹੋਇਆ ਹੈ, ਠੀਕ ਹੈ ਜੀ, ਕਿੰਨਾ ਬਣ ਗਿਆ 27। ਲਓ ਜੀ, A ਦਾ ਡਿਟਰਮੀਨੈਂਟ ਤੇ B ਦਾ ਡਿਟਰਮੀਨੈਂਟ, ਹੁਣ ਦੋਵਾਂ ਦੀ ਵੈਲਿਊ ਤੁਹਾਨੂੰ ਪਤਾ ਆ, -1 ਤੇ 3। ਤੇ ਜਿਹੜਾ ਤੁਹਾਨੂੰ ਸੌਖਾ ਲੱਗਦਾ ਆ ਉਸ ਤਰੀਕੇ ਨਾਲ ਕਰ ਦਿਓ। ਇੱਥੇ ਇੱਕ ਆਪਸ਼ਨ ਅੱਗੇ ਮਾਈਨਸ ਲਗਾ ਲਓ, ਠੀਕ ਹੈ ਜੀ, ਕਲੀਅਰ ਹੈ ਜੀ, ਓਕੇ ਜੀ। ਸਰ ਡਿਟਰਮੀਨੈਂਟ ਆਫ A ਹਾਂਜੀ ਹਾਂਜੀ into determinant of B is equal to ਹਾਂਜੀ, determinant of A B ਨਹੀਂ ਹੁੰਦੀ। ਇਹ ਦੇਖੋ ਜੀ, ਕਿਉਂਕਿ ਇਹਦੇ ਚ ਆਪਣੇ ਕੋਲ ਹੁੰਦਾ ਇੱਕ ਸਿੰਗਲ ਵੈਲਿਊ ਆਉਂਦੀ ਆ, ਇਹਦੇ ਚ ਪੁੱਠਾ ਸਿੱਧਾ ਕਰਨ ਦੀ ਕੋਈ ਜ਼ਰੂਰਤ ਨਹੀਂ, ਠੀਕ ਹੈ ਜੀ, ਇੱਕ ਫਾਈਨਾਈਟ ਵੈਲਿਊ ਆਉਂਦੀ ਹੈ ਨਾ। ਤਾਂ ਜਿਹੜੀ ਮੈਟ੍ਰਿਕਸ ਸੀ ਉੱਥੇ ਹੁੰਦਾ ਸੀਗਾ ਆਪਣੇ ਕੋਲੇ AB ਨੂੰ ਅਗਰ ਪੁੱਠਾ ਸਿੱਧਾ ਕਰਨ ਦੇ ਪ੍ਰੋਬਲਮ ਆਵੇ, ਠੀਕ ਹੈ ਜੀ, ਇਹਦੇ ਚ ਨਹੀਂ ਆਏਗੀ, ਤਾਂ ਹੀ ਤੁਹਾਨੂੰ ਰਿਜ਼ਲਟ ਲਿਖਾਏ ਸੀ। ਕਲੀਅਰ ਹੈ ਜੀ, ਡਿਟਰਮੀਨੈਂਟ ਇਹਦੇ ਬਰਾਬਰ ਹੁੰਦਾ। ਓਕੇ ਜੀ, ਨੈਕਸਟ ਸਮ ਹੁਣ ਤੁਹਾਡੇ ਤੇ ਆ, ਤੁਸੀਂ ਇਹਨੂੰ ਕਿੰਨੀ ਛੇਤੀ ਤੇ ਕਿਵੇਂ ਜ਼ੀਰੋ ਆਨਸਰ। ਹਾਂਜੀ, ਆਨਸਰ ਤਾਂ 0 ਆ ਗਿਆ ਫਟਾਫਟ, ਤੇ ਬਾਕੀ ਸਾਰੇ ਵੀ ਟਰਾਈ ਕਰ ਦਿਓ ਕਿਵੇਂ ਆਇਆ। ਦੇਖੋ ABC 1 ਲੈ ਲਾਂਗੇ, ABC ਤਿੰਨੋਂ ਨੂੰ 1 ਫਿਲ ਕਰ ਦਿਓ, ਤਾਂ 1 ਸੈਕਿੰਡ ਦੇ ਵਿੱਚ ਆਨਸਰ ਆ ਗਿਆ। ਬਟ ਆਪਾਂ ਆਪਸ਼ਨ ਦੇ ਵਿੱਚ ਵੀ ਫਿਲ ਕਰਕੇ ਦੇਖ ਲਿਆ ਕਰੋ, ਕਈ ਵਾਰ ਕੀ ਹੁੰਦਾ ਜਿਹੜੀ ਆਪਸ਼ਨ ਦੇ ਵਿੱਚ ਆਪਣਾ ਆਨਸਰ ਆ ਰਿਹਾ ਉਹ ਆਪਸ਼ਨ ਦੇ ਵਿੱਚ ਹੋਰ ਆਪਸ਼ਨ ਨਾਲ ਵੀ ਮੈਚ ਹੋ ਜਾਂਦਾ। ਦੇਖੋ 1 + 1 + 1, ਇਹ ਤਾਂ 3 ਬਣਨਾ ਸੀ, ਤੇ ਲਾਸਟ ਵਾਲੀ ਕਿੰਨੀ ਬਣਨੀ ਸੀ 1 1 1 ਤੇ 1। ਤਾਂ ਮੇਰੇ ਕੋਲ ਆਨਸਰ ਕਿੰਨਾ ਆ ਗਿਆ, 0 ਹੀ ਆਉਂਦਾ ਹੈ। ਤਾਂ ਦੇਖ ਲਓ ਜੀ 1 1 1 1 1 1, ਦੋ ਆਪਣੇ ਕੋਲੇ ਸੇਮ ਆਉਂਦਾ।
ਤਾਂ ਲਾਸਟ ਵਾਲੀ ਕਿੰਨੇ ਬਣ ਜਾਣੀ ਸੀ 2 2 2। ਤਾਂ ਦੇਖੋ ਸਰ ਇਹ ਵੀ ਇਸ ਆਇਡੈਂਟੀਕਲ ਵਿੱਚ ਕਾਲਮ ਨੂੰ ਪਲੱਸ ਕਰਕੇ ਵੀ ਕਰ ਸਕਦੇ ਆ ਨਾ। ਕਿਸ ਤਰ੍ਹਾਂ ਪਲੱਸ ਕਰਕੇ ਜੀ? 2 ਔਰ ਕਾਲਮ 3 ਨੂੰ ਪਲੱਸ ਕਰ ਦਈਏ। ਦੇਖੋ ਉਹ ਤਾਂ ਆਪਣੇ ਕੋਲੇ ਲੌਂਗ ਮੈਥਡ ਹੋ ਗਿਆ ਜੀ। ਉਹਦੇ ਚ ਫਿਰ ਤੁਸੀਂ ਕਾਮਨ ਕੱਢੋਗੇ ਹਨਾ ਜੀ। ਉਹਦੇ ਚ ਫਿਰ ਕੀ ਕਰੋਗੇ ਤੁਸੀਂ, ਉਹ ਬਹੁਤ ਲੰਬਾ ਹੋ ਜਾਂਦਾ। ਤੇ ਆਪਾਂ ਅਗਰ ਲੰਬੇ ਮੈਥਡ ਦੇ ਵਿੱਚ ਪਾਵਾਂਗੇ ਤਾਂ ਪੇਪਰ ਦੇ ਵਿੱਚ ਟਾਈਮ ਵੇਸਟ ਜ਼ਰੂਰ ਹੋਏਗਾ। ਹੁਣ ਦੇਖੋ ਤੁਹਾਨੂੰ ਡਾਇਰੈਕਟ ਦਿਖਦਾ ਪਿਆ ਸੀ ABC ਨੂੰ ਮੈਂ 1 ਫਿਲ ਕਰਨਾ, 1 ਫਿਲ ਕਰਕੇ ਇੱਥੇ ਸੇਮ ਆ ਗਿਆ ਤਾਂ ਡਾਇਰੈਕਟ ਆਨਸਰ 0 ਬਣ ਰਿਹਾ। ਤਾਂ ਉੱਥੇ ਤੁਸੀਂ ਪਹਿਲਾਂ ਅਗਰ ਇਹਨੂੰ ਆਪਰੇਸ਼ਨ ਲਗਾਓਗੇ, ਐਡ ਕਰੋਗੇ, ਤਾਂ ਇਹੀ ਜਿਹੜਾ ਆਪਾਂ 5-5 7-7 ਸੈਕਿੰਡ ਦਾ ਫਰਕ ਪੈਂਦਾ ਆ, ਉਹੀ ਆਪਾਂ ਨੂੰ ਬਚਾ ਜਾਂਦਾ ਪੇਪਰ ਦੇ ਵਿੱਚ। ਕਲੀਅਰ ਹੈ ਜੀ? ਤਾਂ ਉਹ ਤਾਂ ਆਪਣੇ ਟ੍ਰੈਡੀਸ਼ਨਲ ਮੈਥਡ ਹੈ ਹੀ ਹੈ ਜਿਹੜਾ ਤੁਸੀਂ ਕਹਿ ਰਹੇ ਹੋ। ਤੁਸੀਂ C1 ਤੇ C2 ਤੇ ਆਪਰੇਸ਼ਨ ਲਗਾ ਕੇ ਇਹਨੂੰ ਇੱਥੇ ABC ਬਣ ਜਾਣਾ, ਠੀਕ ਹੈ ਜੀ। ਤਾਂ ਸੈਕਿੰਡ 'ਚ ਵੀ ABC ਬਣ ਜਾਣਾ, ਫਿਰ ਉਹਨੂੰ ABC ਨੂੰ ਕਾਮਨ ਕੱਢ ਲਓਗੇ, ਠੀਕ ਹੈ ਜੀ। ਉਹ ਲੰਬਾ ਪ੍ਰੋਸੈਸ ਹੋ ਜਾਂਦਾ ਜੀ। ਆਪਾਂ ਲੰਬੇ ਪ੍ਰੋਸੈਸ 'ਚ ਪੇਪਰ 'ਚ ਬਚਣਾ, ਠੀਕ ਹੈ ਜੀ। ਤਾਂ ਕੁਐਸਚਨ ਦੇਖਦੇ ਹਾਂ ਪਿਛਲਾ ਕੁਐਸਚਨ ਬਿਨਾਂ ਐਗਜ਼ਾਮਪਲ ਤੋਂ ਨਹੀਂ ਕਰ ਸਕਦੇ। ਕਿਹੜਾ ਜੀ? ਪਿਛਲਾ ਸਰ ਹਾਂਜੀ ਇਹ ਵਾਲਾ ਜੋ ਤੇ ਬਿਨਾਂ ਐਗਜ਼ਾਮਪਲ ਤੋਂ ਵੀ ਕਰਵਾ ਦਿੱਤਾ ਜੀ ਤੁਹਾਨੂੰ, ਦੋਨੋਂ ਮੈਥਡ ਕਰਵਾ ਦਿੱਤੇ ਆ। ਹਾਂਜੀ ਸਰ, ਬਿਨਾਂ ਐਗਜ਼ਾਮਪਲ ਤੋਂ ਠੀਕ ਹੈ। ਜੇ ਸਪੋਜ਼ ਕਰੋ ਮੰਨ ਲਓ ਕਈ ਵਾਰ ਕਿ ਪੇਪਰ ਦੇ ਵਿੱਚ ਆਪਣੇ ਮਾਈਂਡ ਤੇ ਇੰਨਾ ਕੁ ਪ੍ਰੈਸ਼ਰ ਹੁੰਦਾ ਕਿ ਆਪਾਂ ਨੂੰ ਜਿਹੜੇ ਐਗਜ਼ੈਕਟ ਮੈਥਡ ਭੁੱਲ ਜਾਂਦਾ, ਠੀਕ ਹੈ ਜੀ। ਤਾਂ ਉਹਦੇ ਵਾਸਤੇ ਆਪਾਂ ਐਗਜ਼ਾਮਪਲ ਲੈ ਕੇ ਚੱਲਣੀ ਮਾਈਂਡ ਦੇ ਵਿੱਚ। ਦੇਖੋ ਹਥਿਆਰ ਉਹੀ ਜਿਹੜਾ ਮੌਕੇ ਤੇ ਕੰਮ ਆ ਜੇ। ਤਾਂ ਕਈ ਵਾਰ ਕਿ ਆਪਣੇ ਕੋਲੇ ਜੇ ਹਥਿਆਰ ਹੀ ਇੱਕ ਹੋਵੇ ਤੇ ਆਪਾਂ ਨੂੰ ਕੋਈ ਮਾਰਨ ਪੈ ਜੇ, ਉਹ ਵੀ ਨਾ ਕੰਮ ਆਵੇ, ਤੇ ਫਿਰ ਮਾੜੀ ਗੱਲ ਹੈ ਨਾ। ਤਾਂ ਆਪਣੇ ਕੋਲ ਇਸੇ ਕਰਕੇ ਆਪਾਂ ਜਿੰਨੇ ਮੈਥਡ ਹੋ ਸਕੇ ਆਪਾਂ ਸਾਰੇ ਸਿੱਖਾਂਗੇ। ਅਪਲਾਈ ਜਿਹੜਾ ਤੁਹਾਡੇ ਕੋਲੇ ਮੌਕੇ ਤੇ ਕੰਮ ਆ ਗਿਆ ਉੱਥੇ ਪੇਪਰ 'ਚ, ਠੀਕ ਹੈ ਜੀ। ਹਾਂਜੀ ਫਟਾਫਟ ਦੇਖ ਲਓ ਜੀ ਇਹਦਾ ਆਨਸਰ ਕਿੰਨਾ ਹੋਏਗਾ। ਕੀ ਕਹਿ ਰਿਹਾ ਮੇਰੇ ਕੋਲ, ਦੇਖੋ x+2 x+3 ਨਾਲ ਇੱਕ ਕੰਡੀਸ਼ਨ ਦਿੱਤੀ ਹੋਈ ਆ। ABC ਕੀ ਮੇਰੇ ਕੋਲੇ AP 'ਚ ਆ, ਤੇ ਆਨਸਰ ਮੇਰੇ ਕੋਲੇ x 'ਚ ਦਿੱਤਾ ਹੋਇਆ, ਠੀਕ ਹੈ ਜੀ। ਤਾਂ ABC ਨੂੰ ਸਭ ਤੋਂ ਸੌਖਾ ਫਿਲ ਕਰਨਾ ਕੀ ਆ, ਤੁਸੀਂ ਦੱਸ ਸਕਦੇ ਹੋ? ਤਾਂ ABC 3 ਨੰਬਰ 1 0 ਫਿਲ ਕਰੋ ਨਾ, ਫਿਰ 0 ਤੋਂ ਸੌਖਾ ਕੌਣ ਆ? ਆਪਾਂ ਖਤਮ ਹੀ ਕਰਦੇ ਹੁਣ। ਕਲੀਅਰ ਹੈ ਜੀ? ਸਰ 1 2 3 ਵੀ ਕਰ ਸਕਦੇ ਹਾਂ। ਆਪਾਂ ਸੌਖਾ ਫਿਲ ਕਰਨਾ ਜੀ। 1 2 3 ਫਿਲ ਕਰੋਗੇ ਤਾਂ ਕੋਈ ਪ੍ਰੋਬਲਮ ਨਹੀਂ। ਆਪਾਂ ਇਹਨੂੰ ਸੌਖੇ ਤੋਂ ਸੌਖਾ ਫਿਲ ਕਰਨਾ, ਜਿਹਦੇ ਨਾਲ ਕੀ ਹੋ ਜੇ ਆਪਣੇ ਕੋਲ ਜਮਾ ਛੇਤੀ ਖਤਮ ਹੋ ਜੇ। ਲਓ ਜੀ ਹੁਣ ਮੈਂ 0 0 0 ਫਿਲ ਕੀਤਾ, ਤਾਂ 0 ਤੋਂ ਸੌਖਾ ਕੰਮ ਤਾਂ ਕੋਈ ਨਹੀਂ ਸਰ ਹੈਗਾ। AP ਦੀ ਕੰਡੀਸ਼ਨ ਹਾਂਜੀ AP ਦੇ ਵਿੱਚ ਕੀ ਹੁੰਦਾ, ਦੋਨਾਂ ਦਾ ਡਿਫਰੈਂਸ ਸੇਮ ਹੋਣਾ ਚਾਹੀਦਾ। ਦੇਖੋ 0 - 0 ਕਿੰਨਾ ਹੁੰਦਾ 0, ਤਾਂ ਅਗੇਨ 0 - 0 ਕਿੰਨਾ ਹੁੰਦਾ, ਹੋ ਜਾਣੀ ਕਿ ਹਰ ਇੱਕ ਟਰਮ ਦੇ ਵਿੱਚ ਸੇਮ ਡਿਫਰੈਂਸ ਹੋਣਾ ਚਾਹੀਦਾ। ਤਾਂ 0 ਦੇ ਵਿੱਚ ਤਾਂ ਤਿੰਨੇ ਟਰਮ ਸੀ 0 ਲਾ ਲਈ, ਠੀਕ ਹੈ ਜੀ। ਲਓ ਜੀ ਫਿਰ ਅਗਲਾ ਹੁਣ ਕੰਮ ਇਸ ਤੋਂ ਦੇਖੋ ਕੀ ਕਰ ਸਕਦੇ ਆਪਾਂ। x+4 ਹੁਣ ਆਪਾਂ x ਨੂੰ ਵੀ ਫਿਲ ਕਰਾਂਗੇ ਨਾਲ ਦੀ ਨਾਲ ਹੀ। ਮੈਂ ਇੱਕੋ ਸਟੈਪ 'ਚ ਤਾਂ ਨਹੀਂ ਕਰਾਇਆ ਤਾਂ ਕਿ ਕਨਫਿਊਜ਼ਨ ਨਾ ਹੋ ਜੇ। ਤਾਂ ਹੁਣ ਦੇਖੋ, ਤਾਂ ਤੁਸੀਂ ਕੀ ਫਿਲ ਕਰ ਦਿਓ, x ਦੀ ਕੋਈ ਨਾ ਕੋਈ ਵੈਲਿਊ ਫਿਲ ਕਰ ਦਿਓ। ਤਾਂ ਫਿਲ ਕਰਕੇ ਦੇਖੋ ਕਿੰਨਾ ਆਨਸਰ ਆ ਰਿਹਾ, ਜਿਹੜੀ ਮਰਜ਼ੀ ਵੈਲਿਊ ਫਿਲ ਕਰ ਦਿਓ। ਦੇਖੋ ਹੁਣ ਜੇ 0 ਫਿਲ ਕਰਦੇ ਹੋ, ਤੁਸੀਂ ਕਹਿ ਸਕਦੇ ਹੋ ਮੈਂ x ਨੂੰ ਵੀ 0 ਫਿਲ ਕਰਾਂ, ਬਟ 0 ਫਿਲ ਕਰਨ ਦਾ ਨੁਕਸਾਨ ਕੀ ਆ? x ਨੂੰ ਜਦੋਂ 0 ਫਿਲ ਕੀਤਾ ਤਾਂ ਓਵਰਆਲ ਆਨਸਰ ਸਿੱਧਾ 0 ਆ ਜਾਏਗਾ ਨਾ। ਤਾਂ ਫਿਰ ਮੇਰੇ ਕੋਲ ਫਸਟ ਆਪਸ਼ਨ ਵੀ 0 ਆ ਤੇ ਲਾਸਟ ਆਪਸ਼ਨ ਵੀ 0 ਬਣ ਜਾਣੀ ਹੈ, ਕਿਉਂਕਿ 0 ਫਿਲ ਕਰਨ ਦੇ ਨਾਲ ਤਾਂ 3 ਆਪਸ਼ਨ 0 ਬਣ ਗਈਆਂ। ਬਟ ਇੱਥੋਂ ਮੈਨੂੰ ਇੰਨਾ ਪਤਾ ਲੱਗਿਆ ਵੀ ਕਦੇ ਨਾ ਇਹਦਾ ਸੈਕੰਡ ਆਨਸਰ ਕਦੇ ਨਹੀਂ ਹੋ ਸਕਦਾ, ਠੀਕ ਹੈ। ਤਾਂ ਹੁਣ x ਨੂੰ ਜੋ ਮਰਜ਼ੀ ਫਿਲ ਕਰ ਦਿਓ, ਸੌਖਾ ਜਾ ਜਿਹੜਾ ਤੁਹਾਡਾ ਦਿਲ ਕਰਦਾ, ਠੀਕ ਹੈ। ਭਾਵੇਂ x ਨੂੰ 1 ਫਿਲ ਕਰ ਦਿਓ, ਤਾਂ ਫਿਰ ਦੇਖੋ ਡਿਟਰਮੀਨੈਂਟ ਦੀ ਵੈਲਿਊ ਕਿੰਨੀ ਆ ਗਈ, ਠੀਕ ਹੈ ਜੀ। ਕਿਉਂਕਿ 0 ਫਿਲ ਕਰਨਾ ਸੈਕੰਡ ਆਪਸ਼ਨ ਤਾਂ ਵੈਸੇ ਹੀ ਕੈਂਸਲ ਹੋ ਗਈ। ਫਟਾਫਟ ਦੇਖ ਲਓ ਜੀ, ਇਹ ਬਣ ਗਿਆ 3 4 5 4 5 6 1 1 1। ਤਾਂ ਹੁਣ ਦੇਖ ਲਓ ਆਨਸਰ ਕਿੰਨਾ ਆ ਰਿਹਾ। ਡਿਟਰਮੀਨੈਂਟ ਕੱਢ ਕੇ ਮੈਨੂੰ ਦੱਸ ਦਿਓ ਆਨਸਰ ਕਿੰਨਾ। ਸਰ 1 ਫਿਲ ਕਰਾਂਗੇ ਤਾਂ ਦੋ ਆਪਸ਼ਨਸ ਬਣਦੀਆਂ। ਸੈਕੰਡ ਆਪਸ਼ਨ ਆਪਣੀ ਪਹਿਲਾਂ ਹੀ ਕੈਂਸਲ ਹੋ ਚੁੱਕੀ ਆ ਜਦੋਂ x ਨੂੰ 0 ਫਿਲ ਕੀਤਾ ਸੀਗਾ। x ਨੂੰ 0 ਫਿਲ ਕੀਤਾ ਤਾਂ ਆਨਸਰ ਕਿੰਨਾ ਆ ਰਿਹਾ ਸੀ? 0 ਆ ਰਿਹਾ ਸੀਗਾ, 1 ਤਾਂ ਨਹੀਂ ਨਾ ਆ ਰਿਹਾ ਸੀਗਾ। ਹਾਂਜੀ ਸਰ। ਤਾਂ ਜਿਹੜੀ ਆਪਸ਼ਨ ਕੱਟੀ ਗਈ ਉਹਦੇ ਵੱਲ ਦੁਬਾਰਾ ਦੇਖਣਾ ਹੀ ਨਹੀਂ ਆਪਾਂ। ਹੁਣ ਇਧਰ ਆਨਸਰ ਦੇਖ ਲਓ ਕਿੰਨਾ ਆ ਰਿਹਾ, ਠੀਕ ਹੈ ਜੀ। ਮੈਂ ਆਪਰੇਸ਼ਨ ਲਗਾ ਦਿੰਦਾ 1 1 1 0 ਸੌਰੀ 1 1 0 ਤੇ ਇਧਰ ਬਣ ਜਾਣਾ 2 2 0। ਸਰ 0 ਆ ਰਿਹਾ। ਹਾਂਜੀ 0 ਆ ਰਿਹਾ। ਤਾਂ ਆਪਸ਼ਨ ਕਿਹੜੀ ਬਣ ਗਈ ਮੇਰੇ ਕੋਲੇ? C।
क्यों x ਨੂੰ 1 ਫਿਲ ਕੀਤਾ ਤਾਂ ਫਸਟ ਆਪਸ਼ਨ ਨੇ 1 ਬਣ ਜਾਣਾ ਸੀ ਤੇ ਫੋਰਥ ਨੇ ਕਿੰਨਾ ਬਣ ਜਾਣਾ ਸੀ 2। ਕਲੀਅਰ ਹੈ ਜੀ? ਓਕੇ ਜੀ, ਮਾਈਕ ਆਫ ਕਰ ਲਿਓ ਜੀ। ਓਕੇ ਜੀ, ਨੈਕਸਟ ਆਨਸਰ ਫਟਾਫਟ ਦੱਸ ਦਿਓ ਜੀ ਕਿੰਨਾ ਆਨਸਰ ਇਹਦਾ। ਤੇ ਤੁਸੀਂ ਟਰਾਈ ਕਰਨਾ ਜੀ। ਮਨਪ੍ਰੀਤ ਜੀ ਮਾਈਕ ਆਫ ਕਰ ਲਿਓ। ਤੁਸੀਂ ਕੀ ਕਰਨਾ ਹੁਣ, ABC ਦੀ ਇਦਾਂ ਦੀ ਵੈਲਿਊ ਫਿਲ ਕਰ ਦਿਓ, ਠੀਕ ਆ, ਉੱਪਰਲੇ ਡਿਟਰਮੀਨੈਂਟ ਦੇ ਵਿੱਚ ਉਹਦਾ ਆਨਸਰ 5 ਬਣ ਜੇ ਬਸ। ਉਸ ਤੋਂ ਬਾਅਦ ਮੈਂ ਕੁਝ ਨਹੀਂ ਲੈਣਾ ਦੇਣਾ। ਹੁਣ 5 ਫਿਲ ਕਰਨ ਵਾਸਤੇ ਮੈਂ ਕੀ ਕਰਦਾ, ਫਸਟ ਵਾਲਾ ਐਲੀਮੈਂਟ 5 ਕਰ ਦੇਣਾ, ਬਾਕੀ ਇੱਥੇ 1, ਇੱਥੇ 1, ਇਧਰ ਵੀ 0 0 0 0 0 0। ਲਓ ਜੀ, ਜਿਹੜੇ ਮੇਰੇ ਕੋਲ ਡਿਟਰਮੀਨੈਂਟ ਦਿੱਤਾ ਸੀ ਉਹਦੀ ਵੈਲਿਊ ਮੈਂ 5 ਬਣਾ ਲਈ ਆਪਦੀ। ਠੀਕ ਹੈ ਜੀ, 5 ਆ ਗਿਆ ਨਾ। ਤਾਂ ਹੁਣ ਇਹਦੇ ਵਿੱਚ ਕੀ ਆ, ਵੈਲਿਊ ਫਿਲ ਕਰਕੇ ਦੇਖੋ ਹੁਣ ਕਿਹਦੀ ਵੈਲਿਊ ਮੈਨੂੰ ਦਿੱਤੀ ਹੋਈ ਆ, A1 B1 ਤੇ C1 ਦੀ ਵੈਲਿਊ ਮੈਂ ਫਿਲ ਕਰਨੀ ਆ, ਬਾਕੀ ਸਾਰੀਆਂ 0 ਫਿਲ ਕਰ ਦਿਓ ਭਾਵੇਂ। ਹਾਂਜੀ ਦੇਖੋ ਖਾ ਜਰਾ ਕਿੰਨੀ ਛੇਤੀ ਹੁੰਦਾ, ਇਹ ਤੁਹਾਡੇ ਤੇ ਡਿਪੈਂਡ ਆ। ਸਰ ਕਾਦੀ ਵੈਲਿਊ ਭਰਨੀ ਹੈ? ਦੇਖੋ ਹੁਣ A ਮੈਟ੍ਰਿਕਸ ਨੂੰ ਇਹਦੇ ਨਾਲ ਕੰਪੇਅਰ ਕਰਾਂਗੇ ਨਾ, ਤਾਂ A1 ਕਿੰਨਾ 5 0 ਆਊਗਾ। ਚੈੱਕ ਕਰਨਾ ਪੈਣਾ ਜੀ, ਮੈਂ ਵੀ ਸੋਲਵ ਨਹੀਂ ਕੀਤਾਗਾ। ਸੋਲਵ ਕਰਕੇ ਦੇਖ ਲੈਂਦੇ ਆ। B1 ਓਕੇ ਜੀ, ਦੇਖ ਲੈਂਦੇ ਆਪਾਂ ਫਟਾਫਟ। ਮਲਟੀਪਲਾਈ ਚ ਸਰ ਸਾਰੇ। ਹਾਂਜੀ ਸਾਰੇ ਮਲਟੀਪਲਾਈ ਚ ਆ ਜੀ। ਤਾਂ ਦੇਖ ਦੋ ਫਿਰ, ਪਹਿਲੀ ਐਲੀਮੈਂਟ 0 ਮਾਈਨਸ 0 0 ਬਣ ਗਿਆ, ਅਗਲਾ ਵੀ 0 ਬਣ ਗਿਆ, ਲਾਸਟ ਵਾਲਾ ਵੀ 0 ਬਣ ਗਿਆ। ਓਕੇ ਜੀ, ਪਹਿਲੀ ਰੋ ਦੇ ਵਿੱਚੋਂ ਹੀ ਮੈਨੂੰ ਪਤਾ ਲੱਗ ਗਿਆ, ਅਗਲੀ ਭਲਾ ਮੈਂ ਸੋਲਵ ਵੀ ਨਾ ਕਰਾਂ। ਠੀਕ ਹੈ ਜੀ, ਕਿਉਂਕਿ ਦੇਖੋ ਪਹਿਲੀ ਰੋ ਦੇ ਵਿੱਚ ਜਦੋਂ ਮੈਂ ਇਹਨਾਂ ਸਾਰਿਆਂ ਦੀ ਵੈਲਿਊ ਫਿਲ ਕੀਤੀ ਤਾਂ 0 ਆ ਗਿਆ, ਤਾਂ ਇੱਕ ਰੋ ਜਾਂ ਕਾਲਮ 0 ਆ ਗਿਆ, ਤਾਂ ਓਵਰਆਲ ਆਨਸਰ ਕਿੰਨਾ ਬਣ ਜਾਣਾ 0। ਤਾਂ ਲਾਸਟ ਆਪਸ਼ਨ ਮੇਰੇ ਕੋਲ ਆਨਸਰ ਪਿਆ। ਤਾਂ ਹੁਣ ਤੱਕ ਤੁਹਾਨੂੰ ਪਤਾ ਲੱਗ ਚੁੱਕਿਆ ਹੋਵੇਗਾ ਅਗਰ ਡਿਟਰਮੀਨੈਂਟ ਦਾ ਇਦਾਂ ਦਾ ਸਮ ਆਉਂਦਾ ਤਾਂ ਮੈਂ ਕਿਵੇਂ ਸੋਲਵ ਕਰਨਾ। ਠੀਕ ਹੈ ਜੀ, ਮੈਥਡ ਕਲੀਅਰ? ਸਰ ਇਹਦੇ ਵਿੱਚ ਤੁਸੀਂ ਹਾਂਜੀ ਹਾਂਜੀ ਬੋਲੋ। 1 1 ਹੈ, ਇਹਨਾਂ ਨੂੰ B1 B2 ਤੇ C3 ਹਾਂਜੀ ਇੱਥੇ ਫਿਲ ਕਰਨਾ, ਸੌਰੀ B2 ਦੁਬਾਰਾ ਇੱਕ ਮਿੰਟ ਮੈਂ ਦੁਬਾਰਾ ਕਰਾ ਦਿੰਦਾ। ਤਾਂ ਤੁਸੀਂ ਮੈਟ੍ਰਿਕਸ ਦੇ ਵਿੱਚ ਇਦਾਂ ਦੀਆਂ ਵੈਲਿਊ ਫਿਲ ਕਰ ਲਓ ਜਿਹਦਾ ਡਿਟਰਮੀਨੈਂਟ 5 ਆ ਜੇ। ਤਾਂ ਇਹ ਬਣ ਗਿਆ 5 1 1, ਬਾਕੀ ਸਾਰੇ ਆਲ ਅਦਰ 0। ਤਾਂ ਹੁਣ ਤੁਸੀਂ ਜਸਟ ਵੈਲਿਊ ਹੀ ਫਿਲ ਕਰਨੀ, ਯਾਨੀ ਕਿ ਤੁਹਾਡੇ ਕੋਲ A1 ਦੀ ਵੈਲਿਊ 5 ਆ, B2 ਦੀ ਮੇਰੇ ਕੋਲ ਕਿੰਨੀ ਆ 1 ਤੇ C3 ਦੀ ਕਿੰਨੀ ਆ 1। ਤਾਂ ਹੁਣ ਬਾਕੀ ਸਾਰੀਆਂ ਆਲ ਅਦਰ 0। ਤਾਂ ਤੁਸੀਂ ਇਹਦੇ ਆਪਸ਼ਨ ਦੇ ਵਿੱਚ ਫਿਲ ਕਰ ਲਓ B2 ਤੇ C3 0। ਠੀਕ ਹੈ ਜੀ, B2 B3 ਤੇ C2 ਇਹ ਵੀ 0 ਬਣ ਗਿਆ। ਨੈਕਸਟ ਵੀ A2 ਤੇ A3 ਹੈ ਨਹੀਂਗਾ ਜੀ, A2 ਤੇ A3 ਉਹ ਵੀ 0 ਬਣ ਗਿਆ। ਲਾਸਟ ਵਾਲਾ ਕਿੰਨਾ ਮੇਰੇ ਕੋਲੇ A2 B3 ਜੀ, A2 ਹੈ ਨਹੀਂ ਇਹਦੇ ਚ, ਯਾਨੀ ਕਿ ਉਹਨੇ 0 ਬਣਾ ਦਿੱਤਾ। ਤੇ ਲਾਸਟ ਵਾਲਾ ਕਿੰਨਾ ਮੇਰੇ ਕੋਲੇ A3 ਤੇ B2 ਉਹ ਵੀ 0। ਤਾਂ ਫਿਰ ਵੀ ਮੇਰੇ ਕੋਲੇ ਆਨਸਰ 0 ਹੀ ਬਣ ਰਿਹਾ। ਕਲੀਅਰ ਹੈ ਜੀ? ਤੁਸੀਂ ਜਸਟ ਐਲੀਮੈਂਟ ਫਿਲ ਕਰਕੇ ਦੇਖ ਲੈਣੇ ਆ। ਇਹ ਮੇਰੇ ਕੋਲੇ A1 ਆ, ਇਹ ਮੇਰੇ ਕੋਲੇ B1 ਆ, ਇਹ ਮੇਰੇ ਕੋਲੇ C1। ਉਹਨਾਂ ਕੰਪੇਅਰ ਕਰ ਲਓ। ਸਰ B2 C3 1 ਬਣਨਗੇ। B2 C3 ਓਕੇ ਹਾਂਜੀ 1 ਬਣ ਗਿਆ। ਚਲੋ ਓਕੇ ਜੀ, ਫਿਰ ਸੈਕੰਡ ਫਸਟ -1 ਵਾਲਾ ਸਰ ਹਾਂਜੀ -1 ਬਣ ਗਿਆ। ਤਾਂ ਬਾਕੀ ਫਿਰ ਸੈਕੰਡ ਵੀ ਤੁਸੀਂ ਚੈੱਕ ਕਰ ਲਓ। ਹਾਂਜੀ ਸੈਕੰਡ ਵਾਲੇ ਐਲੀਮੈਂਟ ਚੈੱਕ ਕਰ ਲਓ ਜੀ ਕਿਹੜੇ ਬਣਨਗੇ। ਹਾਂਜੀ ਸੈਕੰਡ ਰੋ ਦੇ ਕਿਸੇ ਨੂੰ 1 0 0 ਬਣੂ ਸਰ, 0 0 -1 ਨਹੀਂ। ਇੱਕ ਮਿੰਟ ਜੀ, B2 C3 ਹਾਂਜੀ ਸਰ ਇੱਥੇ ਵੀ 1 ਫਸਟ ਬਣੇਗਾ। ਐਲੀਮੈਂਟ 1 -0 ਬਣੇਗਾ। ਹਾਂਜੀ ਫਸਟ ਵੀ ਬਣੇਗਾ ਜੀ। ਠੀਕ ਹੈ, ਕਲੀਅਰ ਹੈ ਜੀ। ਹੋਰ ਬਾਕੀ ਵੀ ਚੈੱਕ ਕਰ ਲਓ ਜੀ। ਸੈਕੰਡ ਰੋ ਕਿਹੜੀ ਬਣੀ ਉਹ ਵੀ ਚੈੱਕ ਕਰਿਓ। ਠੀਕ ਹੈ, ਤੁਹਾਨੂੰ ਮੈਥਡ ਦੱਸ ਚੁੱਕੇ ਆ, ਸਿਰਫ ਉਹਦਾ ਕੈਲਕੂਲੇਸ਼ਨ ਕਰਨ ਵਾਲੀ ਰਹਿ ਗਈ ਆਪਣੇ ਕੋਲੇ। B3 C1 ਹੈਗਾ ਜੀ ਕੋਈ ਇਹਦੇ ਚ? ਨਹੀਂ ਹੈਗਾ। B1 C3 ਉਹ ਵੀ ਨਹੀਂ ਹੈਗਾ ਗਾ। B1 C3 ਯਾਨੀ ਕਿ ਪਹਿਲਾਂ ਤਾਂ 0 ਬਣ ਗਿਆ, ਅਗਲੇ ਵਾਲਾ A1 C3 ਹੈਗਾ ਯਾਨੀ ਕਿ 5 ਹਾਂਜੀ 5 ਬਣ ਗਿਆ। ਉਸ ਤੋਂ ਅਗਲਾ ਦੇਖ ਲਓ ਜੀ A3 B1 A3 ਹੈਗਾ ਜੀ ਵਿੱਚ? ਹੈ ਨਹੀਂ ਗਾ ਜੀ, ਯਾਨੀ ਕਿ ਇਹ ਮੇਰੇ ਕੋਲ 0 ਬਣ ਗਿਆ। ਅਗਲਾ ਹੈਗਾ A1 B3 ਉਹ ਵੀ ਨਹੀਂ ਹੈਗਾ, 0 ਬਣ ਗਿਆ। ਓਕੇ ਜੀ, ਲਾਸਟ ਵਾਲਾ ਦੇਖ ਲਓ ਜੀ B1 C2 B1 ਹੈਗਾ ਜੀ? ਹੈ ਨਹੀਂਗਾ।
C2 ਉਹਨੇ ਵੀ 0 ਬਣ ਗਿਆ, ਇਹ ਤਾਂ 0 ਬਣ ਗਿਆ। A2 C1 25 ਆਨਸਰ ਆਊਗਾ ਸਰ। ਓਕੇ ਜੀ, ਚੈੱਕ ਕਰ ਲੈਣੇ ਜੀ ਆਪਣਾ ਕਿੰਨਾ ਆਨਸਰ ਆ ਰਿਹਾ। ਤੇ ਯਾਨੀ ਕਿ ਸੈਕੰਡ ਵਾਲਾ ਐਲੀਮੈਂਟ A1 ਤੇ C3 ਹੈਗਾ ਆ ਮੇਰੇ ਕੋਲ, ਯਾਨੀ ਕਿ 1 ਬਣ ਜਾਏਗਾ। ਲਾਸਟ ਵਾਲਾ A1 B2 ਯਾਨੀ ਕਿ 5 ਬਣ ਗਿਆ ਇਹ ਵੀ, ਤੇ A2 B1 ਕਲੀਅਰ ਆ ਜੀ। ਹੁਣ ਇਹਦਾ ਡਿਟਰਮੀਨੈਂਟ ਫਾਈਂਡ ਕਰ ਦਿਓ, ਦੇਖੋ ਕਿੰਨਾ ਆ ਰਿਹਾ, ਕਿੰਨਾ ਆ ਰਿਹਾ ਜੀ ਡਿਟਰਮੀਨੈਂਟ, ਕਿਸੇ ਨੇ ਸੋਲਵ ਕਰਿਆ ਇਹਨੂੰ? 25 ਆ ਰਿਹਾ ਜੀ। ਓਕੇ ਜੀ, ਮੈਂ ਫਿਰ ਵੀ ਕਰ ਦਿੰਦਾ ਇਹਨੂੰ ਫਟਾਫਟ। ਤਾਂ ਆਪਾਂ ਇਹਨੂੰ ਸੈਕੰਡ ਰੋ ਦੇ ਨਾਲ ਹੀ ਇਹਨੂੰ ਐਕਸਪੈਂਡ ਕਰ ਦਿੰਦੇ ਫਟਾਫਟ। ਤਾਂ ਇੱਧਰ ਕਿੰਨਾ ਬਣਨਾ ਸੀਗਾ, ਇਧਰੋਂ ਸਟਾਰਟ ਹੋਣਾ ਸੀ ਪਲੱਸ ਮਾਈਨਸ, ਯਾਨੀ ਕਿ 5 ਦੇ ਨਾਲ ਹੋਇਆ ਸਟਾਰਟ, ਤਾਂ ਖਤਮ ਹੋ ਗਿਆ 25 ਆ ਰਿਹਾ। ਹਾਂਜੀ, ਕਿੰਨਾ ਆ ਗਿਆ ਮੇਰੇ ਕੋਲੇ 1 -1 0 ਤੇ 5, ਤਾਂ ਮੇਰੇ ਕੋਲੇ ਆਨਸਰ 25 ਆ ਰਿਹਾ। ਠੀਕ ਹੈ ਜੀ, ਤਾਂ ਆਨਸਰ ਕਿੰਨਾ ਆ ਗਿਆ ਇਹਦਾ 25। ਠੀਕ ਹੈ ਜੀ, ਕੈਲਕੂਲੇਸ਼ਨ ਬਸ ਧਿਆਨ ਨਾਲ ਕਰ ਲਿਓ, ਹੋਰ ਕੁਝ ਵੀ ਨਹੀਂ ਹੈਗਾ। ਇਹਦੇ ਨਾਲ ਦੇ ਜਿੰਨੇ ਵੀ ਸਮ ਆ ਤੁਸੀਂ ਇਸੇ ਤਰ੍ਹਾਂ ਹੀ ਕਰਨੇ ਆ। ਤਾਂ ਜਿੱਥੇ ਤੁਹਾਡੇ ਕੋਲੇ ਵੈਲਿਊ ਫਿਲ ਕਰਨ ਤੇ ਕੋਈ ਰਿਸਟ੍ਰਿਕਸ਼ਨ ਨਹੀਂ, ਤਾਂ ਆਪਣੀ ਮਰਜ਼ੀ ਦੀਆਂ ਵੈਲਿਊ ਫਿਲ ਕਰ ਸਕਦੇ ਆ। ਠੀਕ ਹੈ ਜੀ, ਓਕੇ ਜੀ। ਹੁਣ ਜਿੰਨਾ ਹੋ ਚੁੱਕਿਆ, ਅੱਗੇ ਚੱਲਦੇ ਆ ਜੀ। ਉਸ ਤੋਂ ਬਾਅਦ ਅੱਗੇ ਆ ਗਿਆ ਜੀ ਮੇਰੇ ਕੋਲੇ ਡਾਇਗਨਲ ਮੈਟ੍ਰਿਕਸ। ਡਾਇਗਨਲ ਮੈਟ੍ਰਿਕਸ ਦਾ ਡਿਟਰਮੀਨੈਂਟ ਕੀ ਹੁੰਦਾ? ਡਾਇਗਨਲ ਮੈਟ੍ਰਿਕਸ ਮਤਲਬ ਆਪਾਂ n × n ਦੀ ਮੈਟ੍ਰਿਕਸ ਲੈ ਲੈਂਦੇ ਆ, ਤਾਂ ਮਤਲਬ ਇਹਦੇ ਡਾਇਗਨਲ ਐਲੀਮੈਂਟ ਕੋਈ ਨਾ ਕੋਈ ਹੋਣਗੇ, A B। ਠੀਕ ਹੈ, ਇੱਥੇ A1 ਕਹਿ ਦਿੰਦੇ, A2, ਲਾਸਟ ਵਾਲਾ ਮੈਂ AN ਕਹਿ ਦਿੱਤਾ, ਬਾਕੀ ਸਾਰੇ 0। ਤਾਂ ਇਹਦਾ ਡਿਟਰਮੀਨੈਂਟ ਕੀ ਹੋਏਗਾ ਅਗਰ ਮੈਂ ਕੱਢਣਾ ਹੋਏਗਾ? ਤਾਂ ਸਾਰਿਆਂ ਦੀ ਪ੍ਰੋਡਕਟ ਕਰ ਦਿਓ, A1 A2 A3 ਐਂਡ ਸੋ ਔਨ। ਕਲੀਅਰ ਹੈ ਜੀ? ਇਹ ਮੇਰੇ ਕੋਲ ਕਾਹਦਾ ਡਿਟਰਮੀਨੈਂਟ ਬਣ ਗਿਆ? ਡਾਇਗਨਲ ਐਲੀਮੈਂਟ। ਠੀਕ ਹੈ ਜੀ, ਓਕੇ ਜੀ। ਅੱਗੇ ਆ ਗਿਆ ਮੇਰੇ ਕੋਲ ਸਕੇਲਰ ਮੈਟ੍ਰਿਕਸ। ਤਾਂ ਸਕੇਲਰ ਮੈਟ੍ਰਿਕਸ ਦੇ ਵਿੱਚ ਮੇਰੇ ਕੋਲ ਕੀ ਹੁੰਦਾ? ਸਾਰੇ ਐਲੀਮੈਂਟ ਸੇਮ ਹੁੰਦੇ ਆ। ਸੇਮ ਹੋਣ ਦਾ ਮਤਲਬ ਕੀ ਆ? n × n ਦੀ ਮੈਟ੍ਰਿਕਸ ਆ, ਤਾਂ ਅਗਰ ਇਹ A ਆ, ਨੈਕਸਟ ਵੀ A ਹੋਏਗਾ, ਉਸ ਤੋਂ ਅਗਲਾ ਵੀ A, ਤੇ ਲਾਸਟ ਵਾਲਾ ਐਲੀਮੈਂਟ ਵੀ A, ਬਾਕੀ ਸਾਰਾ 0। ਤੇ ਅਗਰ ਹੁਣ ਮੈਂ ਇਹਦਾ ਡਿਟਰਮੀਨੈਂਟ ਫਾਈਂਡ ਕਰਨਾ, ਇੱਕ ਤਰ੍ਹਾਂ ਦੀ ਡਾਇਗਨਲ ਮੈਟ੍ਰਿਕਸ ਹੀ ਆ, ਤਾਂ ਮਲਟੀਪਲਾਈ ਹੋਣਗੇ ਸਾਰੇ A। ਤਾਂ ਕਿੰਨੀ ਵਾਰ ਮਲਟੀਪਲਾਈ ਹੋ ਰਿਹਾ ਮੇਰੇ ਕੋਲੇ? n ਟਾਈਮਸ, ਕਿਉਂਕਿ n ਟਾਈਮਸ A ਆਏਗਾ ਹਰ ਇੱਕ ਰੋ ਦੇ ਵਿੱਚ ਜਾਂ ਹਰ ਇੱਕ ਕਾਲਮ ਦੇ ਵਿੱਚ ਇੱਕ ਵਾਰ n ਆ ਰਿਹਾ। ਤਾਂ ਓਵਰਆਲ ਕਿੰਨਾ ਬਣ ਗਿਆ ਮੇਰੇ ਕੋਲੇ? A⁻n। ਕਲੀਅਰ ਹੈ ਜੀ? ਸਰ ਸਕੇਲਰ ਤੇ ਡਾਇਗਨਲ ਹਾਂਜੀ, ਜਿਹੜੀ ਸਕੇਲਰ ਮੈਟ੍ਰਿਕਸ ਹੁੰਦੀ ਆ ਉਹ ਇੱਕ ਤਰ੍ਹਾਂ ਦੀ ਡਾਇਗਨਲ ਮੈਟ੍ਰਿਕਸ ਹੀ ਆ, ਪਰ ਡਾਇਗਨਲ ਮੈਟ੍ਰਿਕਸ ਦੇ ਵਿੱਚ ਕੀ ਆ? ਐਲੀਮੈਂਟ ਅਲੱਗ-ਅਲੱਗ ਹੋ ਸਕਦੇ ਨੇ। ਮਤਲਬ ਇਹਦੀ ਵੈਲਿਊ 1 ਆ, ਇਹਦੀ 2 ਆ, ਇਹਦੀ 3 ਆ, ਇਹਦੀ ਕੋਈ ਸਮਥਿੰਗ 100 ਕਹਿ ਲਓ। ਠੀਕ ਹੈ ਜੀ, ਇਹਦੇ ਵਿੱਚ ਕੀ ਆ? ਅਗਰ ਇਹਦੀ ਵੈਲਿਊ 2 ਆ ਤਾਂ ਅਗਲੇ ਦੀ ਵੀ 2 ਆ, ਅਗਲੇ ਦੀ ਵੀ 2 ਆ, ਮਤਲਬ ਸਾਰੀਆਂ ਹੀ ਵੈਲਿਊਜ਼ ਸੇਮ ਹੋਣਗੀਆਂ। ਠੀਕ ਹੈ ਜੀ, ਇੱਕ ਤਰ੍ਹਾਂ ਦੀ ਇਹ ਵੀ ਡਾਇਗਨਲ ਮੈਟ੍ਰਿਕਸ ਹੀ ਆ, ਬਟ ਉਹਦੀ ਖਾਸ ਪ੍ਰੋਪਰਟੀ ਕੀ ਆ? ਡਾਇਗਨਲ ਐਲੀਮੈਂਟ ਸੇਮ ਹੋਣਗੇ, ਉਹਦੇ ਚ ਡਿਫਰੈਂਟ ਹੋ ਸਕਦੇ ਆ। ਕਲੀਅਰ? ਤਾਂ ਇਹਦਾ ਆਨਸਰ ਅਗਰ ਸਾਰੇ 2 ਹੋਣਗੇ ਤਾਂ 2⁻n ਬਣ ਜਾਣਾ। ਓਕੇ ਜੀ, ਅੱਗੇ ਆ ਗਿਆ ਆਇਡੈਂਟੀਟੀ ਮੈਟ੍ਰਿਕਸ। ਆਇਡੈਂਟੀਟੀ ਮੈਟ੍ਰਿਕਸ ਵੀ ਇੱਕ ਤਰ੍ਹਾਂ ਦੀ ਕੀ ਆ? ਡਾਇਗਨਲ ਮੈਟ੍ਰਿਕਸ ਆ। ਠੀਕ ਹੈ ਜੀ, ਡਾਇਗਨਲ ਮੈਟ੍ਰਿਕਸ ਆ, ਤੇ ਫਿਰ ਅੱਗੇ ਜਾ ਕੇ ਸਕੇਲਰ ਮੈਟ੍ਰਿਕਸ ਵੀ ਹੈਗੀ ਆ। ਅਗਰ ਸਕੇਲਰ ਮੈਟ੍ਰਿਕਸ ਤੇ ਉਹਦਾ ਵੀ ਸਪੈਸ਼ਲ ਕੇਸ ਆ। ਸਪੈਸ਼ਲ ਕੇਸ ਕੀ ਆ? ਐਵਰੀ ਡਾਇਗਨਲ ਐਲੀਮੈਂਟ ਕਿੰਨਾ ਇਹਦੇ ਚ? 1 ਹੋਏਗਾ। ਅਗਰ 1 ਹੋਏਗਾ ਤਾਂ ਫਿਰ ਕਿੱਦਾਂ ਦੀ ਬਣ ਜਾਏਗੀ? ਦੇਖੋ, ਇਹ ਮੈਟ੍ਰਿਕਸ ਆ ਕੋਈ ਵੀ, ਹਰ ਇੱਕ ਐਲੀਮੈਂਟ 1 ਐਂਡ ਸੋ ਔਨ, ਲਾਸਟ ਵਾਲਾ 1, ਆਲ ਅਦਰ 0। ਹੁਣ 1 ਨੂੰ ਜਿੰਨੀ ਵਾਰ ਮਰਜ਼ੀ ਮਲਟੀਪਲਾਈ ਕਰ ਲਓ, ਆਨਸਰ ਮੇਰੇ ਕੋਲ ਕਿੰਨਾ ਆਏਗਾ? ਉਹ 1 ਹੀ ਆਏਗਾ। ਤਾਂ ਇਥੋਂ ਮੈਨੂੰ ਕੀ ਪਤਾ ਲੱਗਦਾ? ਡਿਟਰਮੀਨੈਂਟ ਆਇਡੈਂਟੀਟੀ ਮੈਟ੍ਰਿਕਸ, ਜਾਂ ਇਹਨੂੰ ਯੂਨਿਟ ਮੈਟ੍ਰਿਕਸ ਵੀ ਕਹਿ ਦਿੰਦੇ ਆ। ਠੀਕ ਹੈ, ਕਈ ਵਾਰ ਠੀਕ ਹੈ, ਇਹਨੂੰ ਯੂਨਿਟ ਮੈਟ੍ਰਿਕਸ ਵੀ ਕਹਿ ਦਿੰਦੇ ਆ। ਤਾਂ ਉਹਦਾ ਹਮੇਸ਼ਾ ਮੇਰੇ ਕੋਲ 1 ਹੋਏਗਾ। ਕਲੀਅਰ? ਤਾਂ ਅੱਗੇ ਚੱਲਦੇ ਹਾਂ ਜੀ। ਲੋਅਰ ਟ੍ਰਾਇੰਗੂਲਰ ਹੋਵੇ ਜਾਂ ਅਪਰ ਟ੍ਰਾਇੰਗੂਲਰ ਹੋਵੇ, ਆਪਾਂ ਦੋਨੋਂ ਹੀ ਕੇਸ ਲੈ ਲੈਂਦੇ ਹਾਂ। ਲੋਅਰ ਟ੍ਰਾਇੰਗੂਲਰ ਮਤਲਬ ਥੱਲੇ ਉਹਦੀ ਟ੍ਰਾਇੰਗਲ ਸ਼ੇਪ, ਜਿਵੇਂ ABC, ਮੈਂ 3 × 3 ਦੀ ਲੈ ਲੈਣ ਲੱਗਾ। ਇੱਥੇ ਕੋਈ ਵੀ ਐਲੀਮੈਂਟ ਹੋਣਗੇ, D E F, ਉੱਪਰ ਵਾਲੇ ਸਾਰੇ 0। ਜਾਂ ਦੂਸਰੀ ਟਾਈਪ ਦੀ ਹੋ ਸਕਦੀ ਆ, ਉੱਪਰ ਐਲੀਮੈਂਟ ਹੋ ਸਕਦੇ ਆ D E F, ਬਾਕੀ ਸਾਰੇ 0। ਤਾਂ ਇਹਨਾਂ ਦਾ ਡਿਟਰਮੀਨੈਂਟ ਕਿਵੇਂ ਫਾਈਂਡ ਕਰਾਂਗੇ? ਜਸਟ ਜਿਹੜੇ ਡਾਇਗਨਲ ਐਲੀਮੈਂਟਸ ਨੇ ਉਹਨਾਂ ਦੀ ਪ੍ਰੋਡਕਟ ਕਰ ਦਿਓ, ABC, ਹੋਰ ਕੁਝ ਨਹੀਂ ਕਰਨਾ। ਤਾਂ ਇਹਦਾ ਵੀ ਕਿੰਨਾ ਆਏਗਾ? ਸੇਮ। ਜਸਟ ਮਤਲਬ ਅਗਰ ਲੋਅਰ ਹੋਵੇ ਜਾਂ ਅਪਰ ਹੋਵੇ ਤਾਂ ਉਹਦੇ ਡਾਇਗਨਲ ਐਲੀਮੈਂਟ ਦੀ ਪ੍ਰੋਡਕਟ ਹੀ ਕੀ ਹੁੰਦਾ? ਉਹਦਾ ਡਿਟਰਮੀਨੈਂਟ ਹੁੰਦਾ। ਕਲੀਅਰ ਹੈ ਜੀ? ਨਾਲ ਲਿਖਿਆ ਹੋਇਆ।
ਜੀ ਅੱਗੇ ਚੱਲਦੇ ਹਾਂ ਜੀ। ਸਕਿਊ ਸਿਮੈਟ੍ਰਿਕ ਮੈਟ੍ਰਿਕਸ, ਦੇਖੋ ਹੁਣ ਮੈਂ ਸਿਮੈਟ੍ਰਿਕ ਮੈਟ੍ਰਿਕਸ ਬੋਲਿਆ ਨਹੀਂਗਾ, ਸਿੱਧਾ ਆਪਾਂ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਤੇ ਆਏ ਆ, ਤਾਂ ਮਤਲਬ ਮੇਰੇ ਕੋਲੇ ਸਿਮੈਟ੍ਰਿਕ ਮੈਟ੍ਰਿਕ ਵਾਸਤੇ ਕੋਈ ਰਿਜ਼ਲਟ ਨਹੀਂ ਹੁੰਦਾ। ਹਾਂਜੀ ਸਰ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ ਤੇ ਸੁਪਰ ਟ੍ਰਾਇੰਗੂਲਰ ਮੈਟ੍ਰਿਕਸ ਕਿਸ ਤਰ੍ਹਾਂ ਜੀ? ਜਿੱਦਾਂ ਇੱਕ ਹੁੰਦੀ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ, ਹਾਂਜੀ ਇੱਕ ਹੁੰਦੀ ਸੁਪਰ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ। ਉਹਦੇ ਐਲੀਮੈਂਟਸ 'ਚ ਫਰਕ ਹੁੰਦਾ ਆ। ਜਿਹੜੇ ਜਦੋਂ ਤੁਸੀਂ ਸੁਪਰ ਕਹਿ ਦੋਗੇ ਉਹਦੇ ਡਾਇਗਨਲ ਐਲੀਮੈਂਟ ਵੀ 0 ਬਣ ਜਾਣੇ। ਠੀਕ ਹੈ ਜੀ। ਠੀਕ ਹੈ ਜੀ। ਓਕੇ ਜੀ ਅੱਗੇ ਚੱਲਦੇ ਹਾਂ। ਸਰ ਦੇਖੋ ਹੁਣ ਇੱਕ ਹੋਰ, ਹਾਂਜੀ ਹਾਂਜੀ ਜੇ ਉੱਪਰ ਵਾਲੇ ਤਾਂ ਅਪਰ ਹੋ ਜੂਗੀ 0। ਅੱਪਰ ਵਾਲੀ ਮੈਟ੍ਰਿਕਸ ਦਾ ਮਤਲਬ ਕੀ ਅੱਪਰ ਟ੍ਰਾਇੰਗੂਲਰ, ਮਤਲਬ ਉਹਦੇ ਉੱਪਰ ਐਲੀਮੈਂਟਸ ਹੋਣਗੇ, ਉੱਪਰ ਟ੍ਰਾਇੰਗਲ ਬਣੇਗੀ। ਲੋਅਰ ਵਾਲੇ ਦਾ ਮਤਲਬ ਨੀਚੇ ਟ੍ਰਾਇੰਗਲ ਬਣੇਗੀ। ਠੀਕ ਹੈ ਜੀ, ਜਿੱਥੇ ਟ੍ਰਾਇੰਗਲ ਬਣੀ ਜੇ ਉੱਪਰ ਬਣ ਗਈ ਤਾਂ ਅੱਪਰ, ਜੇ ਨੀਚੇ ਬਣ ਗਈ ਤਾਂ ਲੋਅਰ। ਠੀਕ ਹੈ ਜੀ। ਓਕੇ ਜੀ, ਹੁਣ ਆਪਣਾ ਮੇਨ ਜਿਹੜੀਆਂ ਮੈਟ੍ਰਿਕਸ ਸਟਾਰਟ ਹੋ ਰਹੀਆਂ, ਪਹਿਲੀਆਂ ਤਾਂ ਬਹੁਤ ਸਿੰਪਲ ਸੀਗੀਆਂ। ਹੁਣ ਦੇਖੋ ਮੈਂ ਸਿਮੈਟ੍ਰਿਕ ਮੈਟ੍ਰਿਕਸ ਬਾਰੇ ਗੱਲ ਨਹੀਂ ਕੀਤੀ, ਤਾਂ ਮਤਲਬ ਸਿਮੈਟ੍ਰਿਕ ਮੈਟ੍ਰਿਕਸ ਤੇ ਕੋਈ ਰਿਜ਼ਲਟ ਨਹੀਂ ਹੈਗਾ, ਤਾਂ ਆਪਾਂ ਡਾਇਰੈਕਟ ਕਰਦੇ ਹਾਂ। ਹਾਂਜੀ ਪਲੀਜ਼ ਮਾਈਕ ਆਫ ਕਰ ਲਓ ਜੀ। ਹਾਂਜੀ ਮਨਪ੍ਰੀਤ ਮਾਈਕ ਔਨ ਸੀ। ਓਕੇ ਜੀ ਚੱਲਦੇ ਅੱਗੇ। ਸਕਿਊ ਸਿਮੈਟ੍ਰਿਕ ਮੈਟ੍ਰਿਕਸ, ਹੁਣ ਦੇਖੋ ਆਰਡਰ ਜਾਂ ਤਾਂ ਮੇਰੇ ਕੋਲੇ ਕੀ ਹੋ ਸਕਦਾ, ਈਵਨ ਹੋਏਗਾ, ਜਾਂ ਮੇਰੇ ਕੋਲੇ ਕੀ ਹੋਏਗਾ, ਆਡ ਹੋਏਗਾ। ਅਗਰ ਈਵਨ ਹੋਇਆ, ਅਗਰ ਪਹਿਲਾਂ ਤਾਂ ਆਡ ਤੇ ਚੱਲਦੇ ਹਾਂ, ਅਗਰ ਆਡ ਆਰਡਰ ਦੀ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਆ, ਯਾਨੀ ਕਿ A ਟਰਾਂਸਪੋਜ਼ ਕਿਹਦੇ ਬਰਾਬਰ ਹੁੰਦਾ, ਨੈਗੇਟਿਵ ਆਫ A ਦੇ, ਤਾਂ ਮੇਰੇ ਕੋਲੇ ਆਂਸਰ ਕਿੰਨਾ ਆਏਗਾ, ਹਮੇਸ਼ਾ ਮੇਰੇ ਕੋਲੇ ਕਿੰਨਾ ਆਏਗਾ, 0 ਆਏਗਾ। ਅਗਰ ਈਵਨ ਹੋਈ ਤਾਂ ਫਿਰ ਮੇਰੇ ਕੋਲੇ ਕੀ ਬਣੇਗਾ, ਪਰਫੈਕਟ ਸਕੁਅਰ। ਪਰਫੈਕਟ ਸਕੁਅਰ ਦਾ ਮਤਲਬ ਕੀ ਹੋ ਸਕਦਾ, ਜਿਵੇਂ 0 4 9। ਠੀਕ ਹੈ ਜੀ, ਪਰਫੈਕਟ ਸਕੁਅਰ ਬਣੇਗਾ ਜਿਹੜਾ ਵੀ ਐਲੀਮੈਂਟ ਆਏਗਾ, ਜਿਵੇਂ -4, ਠੀਕ ਹੈ ਜੀ, ਜਾਂ 16 ਹੋ ਗਿਆ, ਜਾਂ 25 ਹੋ ਗਿਆ। ਇਸ ਤਰ੍ਹਾਂ ਦਾ ਮੇਰੇ ਕੋਲੇ ਕੀ ਬਣੇਗਾ, ਅਗਰ ਈਵਨ ਆਰਡਰ ਦੀ ਮੈਟ੍ਰਿਕਸ ਆਏਗੀ ਤਾਂ ਉਹਦਾ ਡਿਟਰਮੀਨੈਂਟ ਬਣੇਗਾ। ਠੀਕ ਹੈ ਜੀ, ਤਾਂ ਦੇਖਦੇ ਹਾਂ ਇਹਦੇ ਵਿੱਚ ਪੇਪਰ ਦੇ ਵਿੱਚ ਸਮ ਕਿਵੇਂ ਆਇਆ ਹੋਇਆ। ਵੈਸੇ ਤਾਂ ਆਪਾਂ ਇਹਨੂੰ ਕੀ ਕਰ ਸਕਦੇ ਹਾਂ, ਸੋਲਵ ਵੀ ਕਰ ਸਕਦੇ ਹਾਂ, ਕਿਉਂ 0 ਬਣਦਾ, ਤਾਂ ਮੈਨੂੰ ਤੁਹਾਨੂੰ ਸੋਲਵ ਕਰਕੇ ਦਿਖਾਉਣਾ ਕਿਉਂ 0 ਬਣਦਾ। ਸਰ ਰਿਪੀਟ ਕਰਿਓ ਮਾੜਾ ਜਿਹਾ। ਹਾਂਜੀ ਮੈਂ ਸੋਲਵ ਵੀ ਕਰਾ ਦੇਣ ਲੱਗਾ, ਤੁਸੀਂ ਦੇਖੋ ਜਰਾ। ਪਹਿਲਾਂ ਮੈਂ ਆਡ ਆਰਡਰ ਬਾਰੇ ਗੱਲ ਕਰਨ ਲੱਗਾ। ਆਡ ਆਰਡਰ ਮਤਲਬ ਮੈਂ 3x3 ਦੀ ਮੈਟ੍ਰਿਕਸ ਲੈਣ ਲੱਗਾ, ਜ਼ਿਆਦਾ ਦੂਰ ਨਹੀਂ ਜਾਣੇ ਆਪਾਂ। ਤਾਂ ਮੰਨ ਲਓ ਮੇਰੇ ਕੋਲ A ਟਰਾਂਸਪੋਜ਼ ਕਿਹਦੇ ਬਰਾਬਰ ਹੁੰਦਾ, ਮਾਈਨਸ ਆਫ A ਦੇ। ਸਕਿਊ ਸਿਮੈਟ੍ਰਿਕ ਮੈਟ੍ਰਿਕਸ ਦੀ ਡੈਫੀਨੇਸ਼ਨ, ਤਾਂ ਮੈਂ ਦੋਨੋਂ ਬੰਨੇ ਡਿਟਰਮੀਨੈਂਟ ਅਪਲਾਈ ਕਰ ਦਿੱਤਾ, ਇਧਰ ਕੀ ਬਣ ਗਿਆ, ਨੈਗੇਟਿਵ ਆਫ। ਤਾਂ ਹੁਣੇ ਆਪਾਂ ਇੱਕ ਚੀਜ਼ ਪੜ੍ਹੀ ਸੀ, ਅਗਰ ਮੈਂ K ਦੇ ਨਾਲ ਮਲਟੀਪਲਾਈ ਕਰਦਾ ਤਾਂ ਉਹ ਕੀ ਹੋ ਜਾਂਦਾ ਮੇਰੇ ਕੋਲੇ, ਇਸ ਤਰ੍ਹਾਂ K ਇੰਟੂ A ਦਾ ਡਿਟਰਮੀਨੈਂਟ ਫਾਈਂਡ ਕਰ ਦਿੰਦਾ, K ਰੇਜ਼ ਟੂ ਪਾਵਰ N ਡਿਟਰਮੀਨੈਂਟ ਆਫ A ਹੋ ਜਾਂਦਾ। ਤਾਂ ਹੁਣ ਇੱਥੇ ਮੇਰੇ ਕੋਲੇ ਕਿੰਨਾ, -1 ਅੱਗੇ ਲੱਗਾ ਹੋਇਆ, ਤਾਂ 3x3 ਦੀ ਮੈਟ੍ਰਿਕਸ ਲੱਗੀ, ਤਾਂ ਉਹ -1 ਰੇਜ਼ ਟੂ ਪਾਵਰ 3 ਹੋ ਗਿਆ, ਤਾਂ ਡਿਟਰਮੀਨੈਂਟ ਕਿੰਨਾ ਬਣ ਗਿਆ। ਠੀਕ ਹੈ ਜੀ, ਇਹ ਤਾਂ ਹੁਣ ਡਿਟਰਮੀਨੈਂਟ ਆਫ T ਇਧਰ ਕਿੰਨਾ ਬਣ ਗਿਆ ਮੇਰੇ ਕੋਲ, ਮਾਈਨਸ ਡਿਟਰਮੀਨੈਂਟ ਆਫ T। ਤਾਂ ਹੁਣ ਇਹਨੂੰ ਅਗਰ ਮੈਂ ਰਾਈਟ, ਦੋਨੋਂ ਹੁਣ ਦੇਖੋ ਆਪਸ ਇਕੁਅਲ ਹੁੰਦੇ, ਆਪਾਂ ਪੜ੍ਹ ਕੇ ਆਏ ਹਾਂ ਥੋੜੀ ਦੇਰ ਪਹਿਲਾਂ, ਡਿਟਰਮੀਨੈਂਟ ਆਫ T ਕਿਹਦੇ ਬਰਾਬਰ ਹੁੰਦਾ, ਡਿਟਰਮੀਨੈਂਟ ਆਫ A ਦੇ। ਠੀਕ ਹੈ, ਟਰਾਂਸਪੋਜ਼ ਦਾ ਡਿਟਰਮੀਨੈਂਟ ਕਿਹਦੇ ਬਰਾਬਰ ਹੁੰਦਾ, ਸਿੰਪਲ ਮੈਟ੍ਰਿਕਸ ਦੇ। ਤਾਂ ਇਹਦੀ ਵੈਲਿਊ ਵੀ ਮੈਂ ਸੇਮ ਲਿਖ ਦਿੰਦਾ। ਲਓ ਜੀ ਹੁਣ ਇੱਕੋ ਸਾਈਡ ਤੇ ਲੈ ਆਈਏ, ਤਾਂ ਇਹ ਕੀ ਬਣ ਗਿਆ, ਡਿਟਰਮੀਨੈਂਟ ਆਫ A ਪਲੱਸ ਡਿਟਰਮੀਨੈਂਟ ਆਫ A ਇਜ਼ ਇਕੁਅਲ ਟੂ 0। ਤਾਂ ਇਹ ਕਿੰਨਾ ਬਣ ਗਿਆ, 2 ਟਾਈਮਸ ਡਿਟਰਮੀਨੈਂਟ ਆਫ A ਇਜ਼ ਇਕੁਅਲ ਟੂ 0, ਯਾਨੀ ਕਿ ਡਿਟਰਮੀਨੈਂਟ ਆਫ A ਇਜ਼ ਇਕੁਅਲ ਟੂ 0 ਬਣ ਗਿਆ। ਤਾਂ ਅਗਰ ਮੇਰੇ ਕੋਲੇ ਕੋਈ ਵੀ ਆਡ ਆਰਡਰ ਦੀ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਬਣਦੀ ਆ, ਤਾਂ ਉਹਦਾ ਮੇਰੇ ਕੋਲੇ ਡਿਟਰਮੀਨੈਂਟ ਕਿੰਨਾ ਹੁੰਦਾ, ਆਲਵੇਜ਼ 0 ਹੁੰਦਾ। ਠੀਕ ਹੈ, ਸਿਰਫ ਤੁਸੀਂ ਆਰਡਰ ਦੇਖਣਾ, ਅਗਰ ਆਡ ਮਿਲ ਗਿਆ ਤਾਂ ਤੁਸੀਂ ਡਾਇਰੈਕਟ ਉਹਦਾ ਆਂਸਰ 0 ਲਗਾ ਦੇਣਾ। ਸੈਕੰਡ ਦੇਖੋ, ਸੈਕੰਡ ਮੇਰੇ ਕੋਲ ਕੀ ਆ, ਈਵਨ ਆਰਡਰ ਆ। ਈਵਨ ਆਰਡਰ ਦਾ ਮਤਲਬ ਕੀ ਹੈ, ਮੈਟ੍ਰਿਕਸ ਦਾ ਆਰਡਰ 2x2 ਹੋ ਸਕਦਾ, 4x4 ਹੋ ਸਕਦਾ, 6x6 ਹੋ ਸਕਦਾ। ਠੀਕ ਹੈ, ਮੈਂ ਇੱਕ 2x2 ਦੀ ਐਗਜ਼ਾਮਪਲ ਲੈਣਾ। ਮੰਨ ਲਓ ਮੇਰੇ ਕੋਲ 2x2 ਦੀ ਇੱਕ ਮੈਟ੍ਰਿਕਸ ਆ, 0 0। ਹੁਣ ਜਿਹੜਾ ਐਲੀਮੈਂਟ ਵੀ ਇਧਰ ਹੋਇਆ, ਉਹੀ ਐਲੀਮੈਂਟ ਮੇਰੇ ਕੋਲ ਇਧਰ ਹੋਏਗਾ। ਕਲੀਅਰ ਹੈ ਜੀ, ਪਰ ਉਹਦਾ ਨੈਗੇਟਿਵ ਸਾਈਨ ਲਗਾਉਣਾ। ਹੁਣ ਤੁਸੀਂ ਇਹਦਾ ਡਿਟਰਮੀਨੈਂਟ ਫਾਈਂਡ ਕਰਕੇ ਦੇਖੋ ਕਿ ਕਿੰਨਾ ਬਣੇਗਾ, A ਸਕੁਅਰ ਬਣੇਗਾ, ਯਾਨੀ ਕਿ ਇਹ ਕੀ ਬਣ ਗਿਆ, ਇੱਕ ਤਰ੍ਹਾਂ ਦਾ ਪਰਫੈਕਟ ਸਕੁਅਰ ਬਣ ਗਿਆ। ਠੀਕ ਹੈ ਜੀ, ਕੋਈ ਵੀ ਐਲੀਮੈਂਟ ਹੋਇਆ ਉਹਦਾ ਪਰਫੈਕਟ ਸਕੁਅਰ ਹੋਏਗਾ। ਠੀਕ ਹੈ ਜੀ, ਜਿਵੇਂ ਮੇਰੇ ਕੋਲ 1/4 ਵੀ ਹੋ ਸਕਦਾ,
1/9 ਵੀ ਹੋ ਸਕਦਾ, ਕਿਉਂ? ਕਿਉਂਕਿ ਇਹ ਕਿਹਦਾ ਸਕੇਅਰ ਹੁੰਦਾ? 1/2 ਦਾ ਸਕੇਅਰ। ਕਲੀਅਰ ਹੈ ਜੀ? ਤਾਂ ਪਰਫੈਕਟ ਸਕੇਅਰ ਹੋਏਗਾ, ਯਾਨੀ ਕਿ ਜਦੋਂ ਉਹਦਾ ਰੂਟ ਕਰਾਂਗੇ ਤਾਂ ਆਪਣੇ ਕੋਲ ਇੱਕ ਸਿੰਪਲ ਵੈਲਿਊ ਆ ਜਾਏਗੀ। ਕਲੀਅਰ ਹੈ ਜੀ? ਹੁਣ ਇਹਦੇ ਬੇਸ ਤੇ ਜਿਹੜੇ ਪੇਪਰ 'ਚ ਸਮ ਆਏ ਹੋਏ ਆ ਉਹ ਦੇਖੋ ਜਰਾ। ਹਾਂਜੀ, ਪਹਿਲਾ ਹੀ ਸਮ ਆਇਆ ਹੋਇਆ, ਤਾਂ ਦੇਖੋ ਜਰਾ ਨਿਗਾਹ ਮਾਰੋ ਇਹਦੇ ਤੇ ਕਿਸ ਤਰ੍ਹਾਂ ਦਾ ਕਹਿੰਦਾ। ਦੇਖੋ A ਟਰਾਂਸਪੋਜ਼ ਇਜ਼ ਇਕੁਅਲ ਟੂ ਨੈਗੇਟਿਵ ਆਫ A, ਨਾਲ ਆਰਡਰ ਕਿੰਨਾ ਦਿੱਤਾ ਹੋਇਆ? 5x5। ਤਾਂ ਕਹਿੰਦਾ ਡਿਟਰਮੀਨੈਂਟ A ਦਾ ਕਿੰਨਾ ਹੋਏਗਾ। ਹੁਣ ਇੰਡਾਇਰੈਕਟਲੀ ਉਹਨੇ ਦਿੱਤਾ ਹੋਇਆ, ਤੁਹਾਨੂੰ ਦੱਸਿਆ ਨਹੀਂ ਹੋਇਆ ਮੇਰੇ ਕੋਲ ਇਹ ਕੀ ਆ? ਸਕਿਊ ਸਿਮੈਟ੍ਰਿਕ ਆ। ਤਾਂ ਹੁਣ ਇਹ ਮੇਰੇ ਕੋਲ ਡੈਫੀਨੇਸ਼ਨ ਦੇ ਅਕੋਰਡਿੰਗ ਕੀ ਬਣ ਗਿਆ? ਸਕਿਊ ਸਿਮੈਟ੍ਰਿਕ ਮੈਟ੍ਰਿਕਸ। ਆਰਡਰ ਕਿਹੜਾ ਬਣ ਗਿਆ ਉਹਦਾ? ਔਡ। ਤਾਂ ਡਾਇਰੈਕਟ ਆਨਸਰ ਕਿੰਨਾ ਬਣ ਜਾਣਾ ਤੁਹਾਡੇ ਕੋਲੇ? ਸੋਲਵ ਕਰਨ ਦੀ ਇਹਨੂੰ ਜ਼ਰੂਰਤ ਨਹੀਂ। ਹਾਂਜੀ, ਕਿੰਨਾ ਬਣ ਜਾਏਗਾ? 0। ਕਲੀਅਰ ਹੈ ਜੀ? ਹਾਂਜੀ, ਜੇ ਕਿਸੇ ਨੂੰ ਕੋਈ ਡਾਊਟ ਆ ਤਾਂ ਦੱਸ ਦਿਓ। ਨੈਕਸਟ ਚੱਲਦੇ ਹਾਂ ਜੀ। ਹਾਂਜੀ, ਇਹ ਪੇਪਰ ਦੇ ਵਿੱਚ ਸਮ ਆਇਆ ਹੋਇਆ, ਮੈਂ ਐਜ਼ ਇਟ ਇਜ਼ ਤਾਂ ਪਾਇਆ ਤਾਂ ਕਿ ਤੁਹਾਨੂੰ ਕਈ ਵਾਰ ਪੇਪਰ ਦੇ ਵਿੱਚ ਕੀ ਆ ਉਹ ਰੋਂਗ ਕੁਐਸਚਨ ਵੀ ਪਾ ਦਿੰਦਾ। ਇਹ ਰੋਂਗ ਆ ਕੁਐਸਚਨ। ਕਿਉਂ ਰੋਂਗ ਆ? ਹੁਣੇ ਆਪਾਂ ਚੈੱਕ ਕਰਦੇ ਹਾਂ। ਸਟੇਟਮੈਂਟ ਰੋਂਗ ਆ। ਆਰਡਰ ਨਹੀਂ ਦਿੱਤਾ। ਹਾਂਜੀ, ਆਰਡਰ ਨਹੀਂ ਦਿੱਤਾ ਹੋਇਆ ਇਹਦਾ। ਪੇਪਰ ਦੇ ਵਿੱਚ ਰੋਂਗ ਸਟੇਟਮੈਂਟ ਆਈ ਆ, ਤਾਂ ਇਹਨੇ ਸਾਰਿਆਂ ਨੂੰ ਨੰਬਰ ਮਿਲੇ ਸੀਗੇ। ਤਾਂ ਦੇਖੋ ਜਰਾ ਕਿਉਂ? ਕਿਉਂਕਿ ਆਰਡਰ ਬਾਰੇ ਆਪਾਂ ਨੂੰ ਕੋਈ ਕਲੈਰਿਟੀ ਨਹੀਂ ਗੀ। ਤਾਂ ਦੇਖੋ, ਅਗਰ ਮੇਰੇ ਕੋਲੇ ਔਡ ਆਰਡਰ ਹੁੰਦਾ, ਔਡ ਆਰਡਰ ਮੰਨ ਕੇ ਚੱਲਦੇ ਆਪਾਂ, ਤਾਂ ਡਿਟਰਮੀਨੈਂਟ A ਦਾ ਡਾਇਰੈਕਟ ਆਨਸਰ ਕੀ ਹੋਣਾ ਸੀ? 0। ਦੇਖੋ ਮੇਰੇ ਕੋਲੇ 0। ਠੀਕ ਹੈ ਜੀ? ਤਾਂ ਮੰਨ ਲਓ ਮੇਰੇ ਕੋਲੇ ਅਗਰ ਈਵਨ ਆਰਡਰ ਹੁੰਦਾ, ਫਿਰ ਕੀ ਬਣਨਾ ਸੀ? ਪਰਫੈਕਟ ਸਕੁਏਅਰ। ਤਾਂ ਹੁਣ ਇਹਨਾਂ ਚਾਰਾਂ ਆਪਸ਼ਨ ਦੇ ਵਿੱਚ ਦੇਖੋ ਪਰਫੈਕਟ ਸਕੁਏਅਰ ਕਿਹੜਾ ਆ? ਹਾਂਜੀ, ਪਰਫੈਕਟ ਸਕੁਏਅਰ। ਦੇਖੋ 1 ਨੂੰ ਮੈਂ ਲਿਖ ਹੀ ਸਕਦਾ, 1 ਸਕੁਏਅਰ ਇੱਕ ਤਰ੍ਹਾਂ ਦਾ ਪਰਫੈਕਟ ਸਕੁਏਅਰ ਆ। ਸੀ ਆਪਸ਼ਨ ਵੀ ਦੇਖੋ, ਸੀ ਆਪਸ਼ਨ ਕੀ ਆ? 0। ਤਾਂ 0 ਦਾ ਸਕੁਏਅਰ ਵੀ ਤਾਂ ਹੋ ਹੀ ਸਕਦਾ ਨਾ। ਤਾਂ ਦੇਖੋ ਇਹ ਦੋਨੋਂ ਪਰਫੈਕਟ ਸਕੁਏਅਰ ਸੀ, ਯਾਨੀ ਕਿ ਆਪਸ਼ਨ 1 ਤੇ ਸੀ, ਯਾਨੀ ਕਿ A ਤੇ C ਦੋਨੋਂ ਠੀਕ ਸੀ। ਕਲੀਅਰ ਹੈ ਜੀ? ਦੱਸ ਦਿਓ ਕਿਸੇ ਨੂੰ ਅਗਰ ਨਹੀਂ ਕਲੀਅਰ ਤਾਂ। ਨੈਕਸਟ ਚੱਲਦੇ ਹਾਂ ਜੀ। ਅਡਿੰਪੋਰਟੈਂਟ ਮੈਟ੍ਰਿਕਸ ਆ ਗਈ। ਹਾਂਜੀ, ਵੈਰੀ ਇੰਪੋਰਟੈਂਟ। ਹੁਣ ਇਹਦਾ ਮੇਰੇ ਕੋਲੇ ਡਿਟਰਮੀਨੈਂਟ ਕੀ ਹੋ ਸਕਦਾ? ਅਗਰ ਤੁਹਾਡੇ ਕੋਲੇ ਕੋਈ ਵੀ ਅਡਿੰਪੋਰਟੈਂਟ ਮੈਟ੍ਰਿਕਸ ਆ, ਜਾਂ ਤਾਂ ਤੁਹਾਡੇ ਕੋਲੇ ਡਿਟਰਮੀਨੈਂਟ 0 ਹੋਏਗਾ, ਜਾਂ ਤੁਹਾਡੇ ਕੋਲੇ 1 ਹੋਏਗਾ। ਦੇਖੋ ਕਿੱਦਾਂ? ਆਪਾਂ ਡੈਫੀਨੇਸ਼ਨ ਕੋਲੇ ਜਾਣਾ ਤੇ ਆਪਾਂ ਉਹਨੂੰ ਜਸਟ ਅਪਲਾਈ ਕਰਨਾ। ਤਾਂ ਦੇਖੋ ਇੱਕ ਸੈਕਿੰਡ, ਡੈਫੀਨੇਸ਼ਨ ਲਿਖਣ ਲੱਗੇ। ਡੈਫੀਨੇਸ਼ਨ ਦੇ ਅਕੋਰਡਿੰਗ ਕੀ ਹੁੰਦਾ? A ਸਕੁਏਅਰ ਕਿਹਦੇ ਬਰਾਬਰ ਹੋਣਾ ਚਾਹੀਦਾ? A ਦੇ। ਤਾਂ ਆਪਾਂ ਦੋਨੇ ਸਾਈਡ ਤੇ ਡਿਟਰਮੀਨੈਂਟ ਦਾ ਸਾਈਨ ਅਪਲਾਈ ਕਰਦੇ ਹਾਂ। ਤਾਂ ਕੀ ਬਣ ਗਿਆ ਮੇਰੇ ਕੋਲ? ਦੇਖੋ A ਸਕੁਏਅਰ ਇਜ਼ ਇਕੁਅਲ ਟੂ, ਇੱਕ ਸੈਕਿੰਡ, ਉਲਟਾ ਲਿਖਿਆ ਗਿਆ। A ਸਕੁਏਅਰ ਡਿਟਰਮੀਨੈਂਟ ਦਾ ਸਾਈਨ ਦੋਨੋਂ ਬੰਨੇ ਡਿਟਰਮੀਨੈਂਟ। ਥੋੜੀ ਦੇਰ ਪਹਿਲਾਂ ਆਪਾਂ ਇੱਕ ਰੂਲ ਪੜਿਆ ਸੀ, ਡਿਟਰਮੀਨੈਂਟ ਭਾਵੇਂ an ਦਾ ਕਰ ਲਓ ਜਾਂ ਪਹਿਲਾਂ ਡਿਟਰਮੀਨੈਂਟ ਕਰ ਲਓ ਫਿਰ ਉਹਦੀ ਪਾਵਰ ਕਰ ਲਓ। ਉਸੇ ਰੂਲ ਨੂੰ ਆਪਾਂ ਅਪਲਾਈ ਕਰਨਾ। ਤਾਂ ਕੀ ਬਣ ਜਾਏਗਾ ਮੇਰੇ ਕੋਲ? ਦੇਖੋ ਡਿਟਰਮੀਨੈਂਟ ਆਫ A ਸਕੁਏਅਰ ਬਣ ਜਾਏਗਾ। ਇਧਰ ਕੀ ਬਣ ਗਿਆ? ਡਿਟਰਮੀਨੈਂਟ। ਤਾਂ ਦੋਨੋਂ ਇੱਕੋ ਸਾਈਡ ਤੇ ਲੈ ਆਓ। ਜੇ ਇੱਕੋ ਸਾਈਡ ਤੇ ਲੈ ਕੇ ਆਂਦਾ, ਦੇਖੋ ਮੇਰੇ ਕੋਲ ਕੀ ਬਣ ਗਿਆ? ਮਾਈਨਸ ਦਾ ਬਣ ਗਿਆ ਲੈਫਟ ਸਾਈਡ ਤੇ ਲਿਆਉਣ ਦੇ ਨਾਲ। ਤਾਂ ਦੋਨਾਂ ਦੇ ਵਿੱਚੋਂ ਕਾਮਨ ਕੀ ਆ? ਡਿਟਰਮੀਨੈਂਟ ਆਫ A। ਹਾਂਜੀ, ਕੀ ਬਣ ਗਿਆ? ਡਿਟਰਮੀਨੈਂਟ ਆਫ A -1 ਬਣੇਗਾ ਨਾ, ਕਿਉਂਕਿ ਉਹ ਤਾਂ ਵੈਲਿਊ ਬਾਹਰ ਆ ਗਈ। ਹੁਣ ਦੋ ਨੰਬਰ ਦੀ ਪ੍ਰੋਡਕਟ 0 ਆ, ਤਾਂ ਜਾਂ ਤਾਂ ਮੇਰੇ ਕੋਲ ਡਿਟਰਮੀਨੈਂਟ ਆਫ A ਇਜ਼ ਇਕੁਅਲ ਟੂ 0 ਹੋਏਗਾ, ਜਾਂ ਮੇਰੇ ਕੋਲ ਕੀ ਹੋਏਗਾ? ਡਿਟਰਮੀਨੈਂਟ ਆਫ A -1 ਇਜ਼ ਇਕੁਅਲ ਟੂ 0। ਇੱਥੋਂ ਮੇਰੇ ਕੋਲ ਵੈਲਿਊ ਕਿੰਨੀ ਆ ਗਈ? 1। ਤਾਂ ਇੱਥੋਂ ਮੇਰੇ ਕੋਲ ਇੱਕ ਰਿਜ਼ਲਟ ਹੀ ਬਣ ਗਿਆ, ਜੇ ਕੋਈ ਵੀ ਇੰਡੀਪੈਂਡੈਂਟ ਮੈਟ੍ਰਿਕਸ ਆ ਉਹਦਾ ਡਿਟਰਮੀਨੈਂਟ ਨਾ ਤਾਂ 0 ਮਿਲੇਗਾ ਜਾਂ 1 ਮਿਲੇਗਾ। ਠੀਕ ਆ, ਸੋਲਵ ਕਰਕੇ ਵੀ ਤੁਹਾਨੂੰ ਦਿਖਾ ਦਿੱਤਾ। ਠੀਕ ਹੈ ਜੀ, ਚਲਿਏ ਅੱਗੇ। ਦੇਖੋ ਹੁਣ ਆਪਾਂ ਜਿਵੇਂ ਸਟਾਰਟਿੰਗ ਤੋਂ ਕਰਿਆ ਸੀ, ਪਹਿਲਾਂ ਆਪਾਂ ਸਾਰੀਆਂ ਪ੍ਰੋਪਰਟੀਜ਼ ਕਰੀਆਂ ਸੀ। ਹੁਣ ਜਿਵੇਂ ਜਿਵੇਂ ਆਪਾਂ ਅੱਗੇ ਰੂਲ ਕਰਦੇ ਜਾਵਾਂਗੇ, ਆਪਾਂ ਸਾਰੇ ਇਹ ਵਾਰ-ਵਾਰ ਰਿਪੀਟ ਹੁੰਦੀਆਂ ਜਾਣੀਆਂ ਆਪਣੇ ਕੋਲੇ। ਹਾਂਜੀ, ਅੱਗੇ ਕਲੀਅਰ ਆ? ਇਹਦਾ ਆਨਸਰ ਤਾਂ ਹੁਣ ਤੁਹਾਨੂੰ ਡਾਇਰੈਕਟ ਯਾਦ ਹੋ ਗਿਆ, ਹੁਣ ਆਪਾਂ ਹੁਣੇ ਕਰਕੇ ਦੇਖ ਚੁੱਕੇ ਹਾਂ। ਤਾਂ ਆਪਸ਼ਨ ਨੰਬਰ ਕਿਹੜੀ ਆ? ਹਾਂਜੀ, C ਆ ਜੀ ਕਿ D ਆ? ਦੋ ਆਪਸ਼ਨ ਇੱਕੋ ਜਿਹੇ? ਦੋਨੋਂ ਸੇਮ ਨਹੀਂ ਆ, ਤਾਂ ਹੀ ਤਾਂ ਪਾਈ ਹੋਈ ਆ। ਡੀ ਆਪਸ਼ਨ ਹੈ ਸਰ। ਪਹਿਲੀ ਦੇ ਵਿੱਚ ਦੇਖੋ ਐਂਡ ਆ, ਦੂਸਰੀ ਦੇ ਵਿੱਚ ਕੀ ਆ? ਔਰ। D option। ਐਂਡ ਦਾ ਮਤਲਬ ਦੇਖੋ ਹੁਣ ਡਿਟਰਮੀਨੈਂਟ, ਥਰਡ ਆਪਸ਼ਨ ਕਿਉਂ ਕੱਟੀ ਗਈ? ਡਿਟਰਮੀਨੈਂਟ ਦੀ ਪਹਿਲੀ ਡੈਫੀਨੇਸ਼ਨ ਦੇ ਅਕੋਰਡਿੰਗ ਹੀ ਮੇਰੇ ਕੋਲ C ਆਪਸ਼ਨ ਕੱਟੀ ਗਈ। ਹੁਣ ਤੇ ਕੀ ਕਿਹਾ ਸੀਗਾ? ਫਾਈਨਾਈਟ ਫਿਕਸ ਵੈਲਿਊ, ਮਤਲਬ ਇੱਕ ਫਿਕਸ ਵੈਲਿਊ ਆਏਗੀ। ਹੁਣ ਇਹਦੇ ਮਤਲਬ ਕੀ ਆ? ਉਹਦੀ ਵੈਲਿਊ 0 ਵੀ ਆ
ਐਂਡ ਦਾ ਮਤਲਬ ਕੀ ਹੁੰਦਾ ਪੰਜਾਬੀ ਚ ਦੇਖਣਾ ਹੋਵੇ ਤਾਂ ਅਤੇ 1 ਵੀ ਆ। ਹੁਣ ਇੱਕ ਡਿਟਰਮੀਨੈਂਟ ਦੀਆਂ ਦੋ ਵੈਲਿਊ ਕਦੇ ਨਹੀਂ ਹੋ ਸਕਦੀਆਂ, ਕਿਉਂ? ਕਿਉਂਕਿ ਆਪਾਂ ਡੈਫੀਨੇਸ਼ਨ ਦੇ ਵਿੱਚ ਪੜ੍ਹ ਚੁੱਕੇ ਹਾਂ। ਤਾਂ ਥਰਡ ਆਪਸ਼ਨ ਵੈਸੇ ਹੀ ਕੈਂਸਲ ਹੋ ਗਈ। ਤਾਂ ਐਗਜ਼ਾਮੀਨਰ ਇਹ ਟ੍ਰਿਕ ਤੁਹਾਡੇ ਨਾਲ ਖੇਡ ਸਕਦਾ ਉੱਥੇ। ਹੈਲੋ ਸਰ ਇਹਦੇ ਵਿੱਚ -1 ਨਹੀਂ ਆ ਰਿਹਾ। ਹੈਲੋ ਸਰ ਪਲੱਸ 1 ਕਰ ਦਿਓ ਜੀ, ਠੀਕ ਹੈ ਜੀ, ਪਲੱਸ 1 ਕਰ ਹੈਲੋ ਦਿਓ। ਸਰ ਹਾਂਜੀ ਹਾਂਜੀ ਮਨਪ੍ਰੀਤ ਜੀ ਆਪਸ਼ਨ ਉਹੀ ਰਹਿਣ, ਹਾਂਜੀ ਆਨਸਰ ਏ ਨਹੀਂ ਆਊਗਾ। ਜੀ ਆਪਸ਼ਨ ਉਹੀ ਰਹਿਣ। ਹਾਂਜੀ ਫਿਰ ਫਸਟ ਆਪਸ਼ਨ ਆਊਗਾ ਨਾ। ਹਾਂਜੀ ਪਰ One, ਉਹਦਾ ਆਨਸਰ 0 ਵੀ ਹੋ ਸਕਦਾ ਨਾ ਫਸਟ ਆਪਸ਼ਨ ਦੇ ਪਰ ਅਕੋਰਡਿੰਗ। ਉਹਨੇ ਦੇਖੋ ਜਾਂ 0 ਹੋ ਸਕਦਾ ਜਾਂ 1, ਪਰ 1 ਤੇ ਹੈਗਾ ਹੀ ਆ ਨਾ ਵਿੱਚ। ਬਟ ਜੇ ਆਪਾਂ ਮੈਟ੍ਰਿਕਸ ਹੀ 0 0 0 ਲੈ ਲਈਏ ਫਿਰ ਫਸਟ ਆਪਸ਼ਨ ਤਾਂ ਵੈਸੇ ਕੱਟੀ ਗਈ। ਨਹੀਂ ਤੁਸੀਂ ਆਪਾਂ ਮੈਂ ਉਹ ਕਹਿੰਦਾ ਪਿਆ ਹਾਂ ਕਿ ਆਪਸ਼ਨ ਉਹੀ ਪਈਆਂ ਵਾ ਡਿਟਰਮੀਨੈਂਟ ਨੇ ਕਿਹਾ ਵੀ ਏ ਦਾ ਡਿਟਰਮੀਨੈਂਟ ਕੀ ਹੋਊਗਾ। ਫਿਰ ਵੀ ਰੋਂਗ ਕੁਐਸਚਨ ਹੋ ਜਾਏਗਾ ਜੀ, ਕਿਉਂ? ਕਿਉਂਕਿ ਇੱਕ ਮੈਟ੍ਰਿਕਸ ਮੈਂ A ਲੈ ਲਿੱਤੀ, ਉਹਦੀ ਵੈਲਿਊ ਮੈਂ ਕੀ ਲਈ ਸੀ 0 ਮੈਟ੍ਰਿਕਸ। ਤਾਂ A ਸਕੁਅਰ ਦੇਖੋ ਇਜ਼ ਇਕੁਅਲ ਟੂ A ਤਾਂ ਹੁੰਦਾ ਹੀ ਹੁੰਦਾ, ਬਟ ਉਹਦੀ ਵੈਲਿਊ ਡਿਟਰਮੀਨੈਂਟ ਕਿੰਨਾ ਆ ਜਾਣਾ, ਇਹਦਾ 0 ਆ ਜਾਣਾ। ਬਟ ਤੁਸੀਂ 1 ਲਿਖ ਰਹੇ ਹੋ, ਉਹ ਤਾਂ ਗਲਤ ਹੋ ਗਿਆ ਨਾ। ਠੀਕ ਹੈ ਜੀ, ਨਹੀਂ ਸਰ 0 ਔਰ 1 ਆ ਨਾ। ਮੈਂ ਤੁਹਾਡੀ ਗੱਲ ਸਮਝ ਗਿਆ ਨਾ। ਤੁਸੀਂ ਕਹਿ ਰਹੇ ਹੋ ਆਪਸ਼ਨ ਸਾਰੀਆਂ ਸੇਮ ਆ। ਹਾਂਜੀ ਤੇ ਜੇ ਮੈਂ ਮੈਟ੍ਰਿਕਸ ਹੀ 0 ਲੈ ਲਾਂ ਫਿਰ ਕੀ ਆਨਸਰ ਬਣੇਗਾ? ਫਿਰ ਹਾਂ ਕਦੇ ਉਹਨੇ ਆਪਾਂ ਜਦੋਂ ਆਪਾਂ ਥਿਊਰੀ ਪੜ੍ਹੀ ਆ ਉਹਦੇ ਵਿੱਚ ਉਹਨੇ ਕਿਹਾ ਜਾਂ ਤਾਂ ਆਨਸਰ 0 ਆਊਗਾ ਜਾਂ 1 ਆਊਗਾ, ਤੇ 1 ਹੈਗਾ ਉਹਨੇ ਐਡ ਤੇ ਕਿਹਾ ਨਹੀਂ। ਦੇਖੋ ਆਪਾਂ ਆਪਸ਼ਨ 1 ਤਾਂ ਕੱਟੀ ਗਈ ਆ। ਹੁਣ ਜੇ ਮੈਂ ਮੈਟ੍ਰਿਕਸ ਹੀ 0 ਲੈ ਲਾਂ 1 ਕਦੇ, ਇਹਦਾ 1 ਤੁਸੀਂ ਲਿਆ ਕੇ ਦਿਖਾਓ ਫਿਰ। ਠੀਕ ਹੈ ਜੀ, ਆਪਾਂ ਇਸ ਹਿਸਾਬ ਨਾਲ ਫਿਰ ਆਪਣਾ ਰੋਂਗ ਕੁਐਸਚਨ ਬਣਦਾ ਆ, ਕੰਟਰਾਡਿਕਟ ਹੋ ਗਿਆ ਨਾ ਆਪਣੇ ਕੋਲੇ। ਠੀਕ ਹੈ ਜੀ, ਇਹਨੂੰ ਜਰਾ ਇੱਥੇ ਕਰੈਕਟ ਕਰ ਲਓ। ਸਾਰੇ ਮੈਟ੍ਰਿਕਸ ਨੂੰ ਹੀ ਸੈਟੀਸਫਾਈ ਕਰਨਾ ਚਾਹੀਏ। ਹਾਂਜੀ ਸਾਰੇ ਨੇ, ਕਿਉਂਕਿ ਦੇਖੋ ਇਹ ਇੰਡੀਪੈਂਡੈਂਟ ਬੋਲਿਆ ਆ ਉਹਨੇ। ਠੀਕ ਹੈ ਜੀ, ਹੁਣ ਇੰਡੀਪੈਂਡੈਂਟ ਦਾ ਮਤਲਬ ਕੀ ਆ? ਕੋਈ ਵੀ ਆਪਾਂ ਇਦਾਂ ਦੀ ਮੈਟ੍ਰਿਕ ਲੈ ਸਕਦੇ ਹਾਂ ਜਿਹੜੀ ਇੰਡੀਪੈਂਡੈਂਟ ਹੋਵੇ। ਹੁਣ 0 ਮੈਟ੍ਰਿਕਸ ਵੀ ਇੱਕ ਤਰ੍ਹਾਂ ਦੀ ਇੰਡੀਪੈਂਡੈਂਟ ਮੈਟ੍ਰਿਕਸ ਹੈ ਨਾ। 0 ਲੈ ਲਓ ਜੀ, 0 ਕ੍ਰਾਸ 0 ਦੀ ਮੈਟ੍ਰਿਕਸ, ਸਾਰੇ ਐਲੀਮੈਂਟ 0, n ਕ੍ਰਾਸ n ਦੀ ਡਿਟਰਮੀਨੈਂਟ ਕਿੰਨਾ ਆਏਗਾ? 0। ਤਾਂ ਹੁਣ ਜੇ 0 ਆ ਗਿਆ ਤਾਂ ਫਸਟ ਆਪਸ਼ਨ ਤਾਂ ਕਦੇ ਨਹੀਂ ਨਾ ਹੋਈ, ਉਹ ਵੀ ਕੈਂਸਲ ਹੋ ਗਈ, ਇਹ ਵੀ ਕੈਂਸਲ ਹੋ ਗਈ। ਠੀਕ ਹੈ ਜੀ, ਐਂਡ ਵਾਲੀ ਆਪਸ਼ਨ ਵੀ ਵੈਸੇ ਕੈਂਸਲ ਹੋ ਗਈ, ਕਿਉਂ? 0 ਤੇ ਉਹਨੇ। ਠੀਕ ਹੈ ਜੀ, ਚਲੋ ਅੱਗੇ ਚੱਲਦੇ ਹਾਂ ਜੀ। ਥਰਡ ਆਪਸ਼ਨ ਤਾਂ ਵੈਸੇ ਹੀ ਕੈਂਸਲ ਹੋ ਗਈ ਕਿਉਂਕਿ ਦੋ ਆਨਸਰ ਕਦੇ ਨਹੀਂ ਆ ਸਕਦੇ। ਤਾਂ ਇੱਥੇ ਮਾਈਨਸ ਗਲਤੀ ਨਾ ਪੈ ਗਿਆ, ਇਹਨੂੰ ਜਰਾ ਕਰੈਕਟ ਕਰ ਲਓ। ਇਸ ਆਪਸ਼ਨ ਦੇ ਵਿੱਚ ਇੱਥੇ ਕੀ ਆ? +1 ਆ ਜੀ, ਇੱਧਰ ਵੀ +1 ਕਰ ਦਿਓ। ਹਾਂਜੀ ਅਗਲਾ ਦੇਖ ਲਓ ਜੀ, ਨੈਕਸਟ ਸਮ। ਓਕੇ ਜੀ, ਇਨਵੋਲੈਂਟਰੀ ਮੈਟ੍ਰਿਕਸ। ਤਾਂ ਸੇਮ ਪ੍ਰੋਸੈਸ ਆਪਾਂ ਇਹਦੇ ਤੇ ਅਪਲਾਈ ਕਰਨਾ। ਪਹਿਲਾਂ ਤਾਂ ਇਹਨੂੰ ਪ੍ਰੂਫ ਕਰਦੇ ਹਾਂ ਵੀ ਇਹਦਾ ਡਿਟਰਮੀਨੈਂਟ 1 ਔਰ -1 ਕਿਵੇਂ ਆਉਂਦਾ। ਦੇਖੋ ਇਨਵੋਲੈਂਟਰੀ ਮੈਟ੍ਰਿਕਸ ਕੀ ਹੁੰਦੀ ਆ? A ਸਕੁਅਰ ਇਜ਼ ਇਕੁਅਲ ਟੂ I। ਠੀਕ ਹੈ ਜੀ, ਤਾਂ ਦੋਨੋਂ ਮਨੇ ਡਿਟਰਮੀਨੈਂਟ ਅਪਲਾਈ ਕਰਕੇ ਦੇਖੋ ਜਰਾ ਆਨਸਰ ਕੀ ਆ ਰਿਹਾ। ਲਓ ਜੀ, A ਸਕੁਅਰ ਡਿਟਰਮੀਨੈਂਟ I। ਤਾਂ ਹੁਣ ਇਹ ਕੀ ਬਣ ਜਾਏਗਾ? A ਨੂੰ ਉਹਦਾ ਸਕੁਅਰ ਕਰ ਸਕਦੇ ਆਪਾਂ, ਤਾਂ I ਦਾ ਡਿਟਰਮੀਨੈਂਟ ਕਿੰਨਾ ਹੁੰਦਾ? ਹਮੇਸ਼ਾ 1 ਹੁੰਦਾ। ਤਾਂ ਹੁਣ ਇਹਨੂੰ ਆਪਾਂ ਲੈਫਟ ਸਾਈਡ ਤੇ ਲੈ ਆਈਏ 1 ਨੂੰ, ਤਾਂ ਮੇਰੇ ਕੋਲ 1 ਦਾ ਸਕੁਅਰ ਲਿਖ ਦਈਏ ਕਿਉਂਕਿ 1 ਤਾਂ ਇੱਕ ਨੰਬਰ ਆ। ਤਾਂ ਇਹ ਡਿਟਰਮੀਨੈਂਟ ਵੀ ਇੱਕ ਹਿਸਾਬ ਨਾਲ ਮੇਰੇ ਕੋਲ ਇੱਕ ਨੰਬਰ ਹੀ ਬਣਨਾ, ਕਿਉਂਕਿ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਇਹ ਕੀ ਬਣ ਗਿਆ ਮੇਰੇ ਕੋਲੇ? A ਸਕੁਅਰ ਮਾਈਨਸ B ਸਕੁਅਰ ਦਾ ਫਾਰਮੂਲਾ ਬਣ ਗਿਆ। ਕਲੀਅਰ ਆ ਜੀ? ਹੁਣ ਇਥੋਂ ਤੁਹਾਡੇ ਕੋਲੇ ਦੋ ਨੰਬਰ ਦੀ ਪ੍ਰੋਡਕਟ 0 ਆ ਰਹੀ ਆ, ਤਾਂ ਡਿਟਰਮੀਨੈਂਟ ਆਫ A +1 ਇਜ਼ ਇਕੁਅਲ ਟੂ 0 ਹੋਏਗਾ, ਜਾਂ ਸੈਕੰਡ ਡਿਟਰਮੀਨੈਂਟ ਆਫ A ਇਜ਼ ਇਕੁਅਲ -1 ਇਜ਼ ਇਕੁਅਲ ਟੂ 0 ਹੋਏਗਾ। ਤਾਂ ਦੇਖੋ ਕਿੰਨਾ ਆ ਗਿਆ? ਡਿਟਰਮੀਨੈਂਟ ਆਫ A ਇਜ਼ ਇਕੁਅਲ ਟੂ -1, ਤਾਂ ਸੈਕੰਡ ਤੋਂ ਮੇਰੇ ਕੋਲ ਡਿਟਰਮੀਨੈਂਟ ਕਿੰਨਾ ਆ ਗਿਆ? 1 ਆ ਗਿਆ। ਕਲੀਅਰ ਆ ਜੀ? ਤਾਂ ਹੁਣ ਜਦੋਂ ਵੀ ਇਨਵੋਲੈਂਟਰੀ ਮੈਟ੍ਰਿਕਸ ਆਈ, ਜਾਂ ਤਾਂ ਉਹਦਾ ਆਨਸਰ 1 ਹੋਏਗਾ ਤੇ ਜਾਂ -1। ਓਕੇ ਜੀ, ਪੇਪਰ ਦੇ ਵਿੱਚ ਕੁਐਸਚਨ ਇਸ ਤਰ੍ਹਾਂ ਦਾ ਆਇਆ ਹੋਇਆ, ਤਾਂ ਡਾਇਰੈਕਟ ਆਨਸਰ ਇਹਦਾ ਦੱਸ ਦਿਓ ਕਿਹੜਾ ਹੋਏਗਾ। ਆਪਸ਼ਨ ਨੰਬਰ ਡੀ। ਪੇਪਰ ਦੇ ਵਿੱਚ ਡਾਇਰੈਕਟ ਹੀ ਆਇਆ ਹੋਇਆ ਸੀਗਾ। ਅੱਗੇ ਚੱਲਦੇ ਹਾਂ ਜੀ, ਆਰਥੋਗੋਨਲ ਮੈਟ੍ਰਿਕਸ। ਹੁਣ ਇਹਦਾ ਡਿਟਰਮੀਨੈਂਟ ਕਿੰਨਾ ਹੋਏਗਾ? ਆਪਾਂ ਪਹਿਲਾਂ ਤਾਂ ਆਰਥੋਗੋਨਲ ਮੈਟ੍ਰਿਕਸ ਦੀ ਡੈਫੀਨੇਸ਼ਨ ਤੇ ਜਾਂਦੇ ਹਾਂ। ਡੈਫੀਨੇਸ਼ਨ ਕੀ ਕਹਿੰਦੀ ਆ ਮੇਰੇ ਕੋਲੇ? A ਟਰਾਂਸਪੋਜ਼ ਇਨਟੂ A ਕਿਹਦੇ ਬਰਾਬਰ ਹੋਣਾ ਚਾਹੀਦਾ? ਉਹ I ਦੇ ਬਰਾਬਰ ਹੋਣਾ ਚਾਹੀਦਾ।
ਤਾਂ ਤੁਸੀਂ ਕੀ ਕਰਦੇ ਹੋ, ਜਸਟ ਡਿਟਰਮੀਨੈਂਟ ਸਾਈਨ ਅਪਲਾਈ ਕਰ ਦਿਓ। ਡਿਟਰਮੀਨੈਂਟ ਸਾਈਨ ਅਪਲਾਈ ਮੈਂ ਇੱਥੇ ਕਰ ਦੇਣ ਲੱਗਾ ਤਾਂ ਦੇਖੋ ਕੀ ਬਣਦਾ। ਤਾਂ ਦੋ ਪ੍ਰੋਡਕਟ ਆ, ਜਾਣੀ ਕਿ ਜਿਵੇਂ ਹੁਣ ਆਪਾਂ ਏ ਬੀ ਦੇ ਫਾਰਮੂਲਾ ਲਗਾਇਆ ਸੀ ਪ੍ਰੋਡਕਟ ਦਾ, ਤਾਂ ਉਹ ਦੋਨੋਂ ਸੈਪਰੇਟ ਕਰ ਸਕਦੇ ਹਾਂ ਆਪਾਂ। ਤਾਂ ਇੱਥੇ ਵੀ ਤੁਸੀਂ ਸੈਪਰੇਟ ਕਰ ਦਿਓ, ਏ ਟਰਾਂਸਪੋਜ਼ ਦਾ ਡਿਟਰਮੀਨੈਂਟ ਤੇ ਏ ਦਾ ਡਿਟਰਮੀਨੈਂਟ ਕਿੰਨਾ ਬਣ ਜਾਏਗਾ 1। ਤਾਂ ਆਪਾਂ ਇਹ ਵੀ ਪੜ੍ਹ ਕੇ ਆਏ ਹਾਂ, ਜਿਹੜਾ ਟਰਾਂਸਪੋਜ਼ ਆ ਏ ਦਾ, ਉਹਦਾ ਡਿਟਰਮੀਨੈਂਟ ਤੇ ਏ ਦਾ ਡਿਟਰਮੀਨੈਂਟ ਸੇਮ ਹੁੰਦਾ। ਇਹ ਕੀ ਬਣ ਗਿਆ ਦੇਖੋ ਮੇਰੇ ਕੋਲੇ, ਸੇਮ ਵੈਲਿਊ ਫਿਲ ਹੋ ਗਈ ਇਹਨਾਂ ਦੀ। ਲਓ ਜੀ, ਇਹ ਏ ਸਕੇਅਰ ਬਣ ਗਿਆ, ਇਹ ਬਣ ਗਿਆ 1 ਤੇ ਪਿਛਲੇ ਵਾਲਾ ਹੀ ਬਣ ਗਿਆ। ਇਹਨੂੰ ਜੇ ਸਾਰਾ ਸੋਲਵ ਕਰਾਂਗੇ ਤਾਂ ਫਿਰ ਮੇਰੇ ਕੋਲ ਇੱਥੇ ਕਿੰਨੀ ਵੈਲਿਊ ਬਣ ਜਾਣੀ ਇਹਦੀ, +-1। ਠੀਕ ਆ, ਹੁਣ ਲਾਸਟ ਸਮ ਦੇ ਵਿੱਚ ਇਹਨੂੰ ਸੋਲਵ ਕਰ ਚੁੱਕੇ ਹਾਂ, ਰਿਪੀਟ ਇੱਥੇ ਦੁਬਾਰਾ ਨਹੀਂ ਕਰ ਰਹੇ ਆਪਾਂ। ਠੀਕ ਹੈ, ਰਿਪੀਟਡ ਹੋ ਗਿਆ, ਟਾਈਮ ਕੰਜ਼ਿਊਮ ਨਹੀਂ ਕਰਦੇ ਆਪਾਂ। ਕਲੀਅਰ ਹੈ ਜੀ। ਤਾਂ ਹੁਣ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਕੋਲ ਆਰਥੋਗੋਨਲ ਮੈਟ੍ਰਿਕਸ ਦੇਖ ਗਈ, ਮੰਨ ਲਓ ਮੈਂ ਇਸ ਤਰ੍ਹਾਂ ਦੀ ਮੈਟ੍ਰਿਕਸ ਆ ਗਈ ਤੁਹਾਡੇ ਕੋਲ ਪੇਪਰ ਦੇ ਵਿੱਚ, cos ਅਲਫਾ ਹੈ ਨਾ, ਜਿਸ ਤਰ੍ਹਾਂ sin ਅਲਫਾ ਆਪਾਂ ਇੱਕ ਪੜ੍ਹ ਚੁੱਕੇ ਹਾਂ, ਇਹ sin ਅਲਫਾ cos ਅਲਫਾ। ਤਾਂ ਤੁਸੀਂ ਇਹਨੂੰ ਸੋਲਵ ਨਹੀਂ ਕਰਨਾ, ਜਸਟ ਇਹਦੀ ਵੈਲਿਊ ਕਿੰਨੀ ਹੋਏਗੀ, ਜਾਂ ਤਾਂ 1 ਹੋਏਗੀ ਤੇ ਜਾਂ -1 ਹੋਏਗੀ, ਆਪਾਂ ਚੈੱਕ ਕਰ ਲੈਣੀ ਹੈ ਆਪਸ਼ਨ ਦੇ ਅਕੋਰਡਿੰਗ। ਇੱਕ ਹੋਰ ਆਪਾਂ ਜਿਹੜੀ ਮੈਟ੍ਰਿਕਸ 4x4 ਦੀ ਕਰੀ ਸੀਗੀ, ਜਿਵੇਂ ਠੀਕ ਹੈ ਜੀ, 0 0 0 1 ਇੱਥੇ ਫਿਲ ਕਰਕੇ 0, ਇਹ ਸਾਰੀ ਮੈਟ੍ਰਿਕਸ A ਵਾਲੀ ਇੱਥੇ ਫਿਲ ਕਰ ਦਿੱਤੀ ਸੀ, cos ਅਲਫਾ sin ਅਲਫਾ, ਠੀਕ ਹੈ, 0 0 -sin ਅਲਫਾ cos ਅਲਫਾ 0 ਤੇ ਲਾਸਟ ਤੇ 1 0। ਠੀਕ ਹੈ ਜੀ। ਤਾਂ ਇਹਨਾਂ ਦਾ ਆਨਸਰ ਬਾਕੀ ਸਾਰੀਆਂ ਆਪਸ਼ਨ ਕੱਢ ਦਿਓ, ਜਾਂ ਤਾਂ 1 ਹੋਏਗਾ ਤੇ ਜਾਂ -1 ਹੋਏਗਾ। ਠੀਕ ਹੈ, ਉਹ ਆਪਾਂ ਥੋੜਾ ਸੋਲਵ ਕਰਕੇ ਦੇਖ ਲਾਂਗੇ 1 ਆਂਦਾ ਕਿ -1 ਆਂਦਾ। ਓਕੇ ਜੀ, ਪੇਪਰ ਦੇ ਵਿੱਚ ਆ ਦੋਨੋਂ ਸਮ ਆਏ ਹੋਏ, ਦੋਨੋਂ ਤਰੀਕਿਆਂ ਦੇ ਨਾਲ ਸਮ ਆ ਸਕਦਾ ਆ। ਤਾਂ ਦੋਨੋਂ ਤਰੀਕੇ ਮੈਂ ਇੱਕੋ ਹੀ ਸਮ ਆ, ਦੋ ਤਰੀਕੇ ਨਾਲ ਕਿਵੇਂ ਲਿਖ ਸਕਦੇ ਹਾਂ ਦੇਖ ਲਓ। ਹਾਂਜੀ, ਪਹਿਲਾ ਆਰਥੋਗੋਨਲ ਮੈਟ੍ਰਿਕਸ ਡਾਇਰੈਕਟ ਪੁੱਛ ਲਿਆ, ਤਾਂ ਆਪਾਂ ਕੀ ਲਿਖਾਂਗੇ, ਆਈਦਰ -1 ਔਰ 0। ਤੇ 19 ਦੀ ਆਪਸ਼ਨ ਦੇ ਵਿੱਚ ਕੀ ਆ, ਉਹਨੇ ਇਨਡਾਇਰੈਕਟ ਪੁੱਛਿਆ ਹੋਇਆ, A × A ਟਰਾਂਸਪੋਜ਼ = I। ਤਾਂ ਜਦੋਂ ਇਹ ਚੀਜ਼ ਮਿਲ ਗਿਆ ਤਾਂ ਉਹਨੇ ਆਪਾਂ ਨੂੰ ਸਾਈਨ ਦੇ ਦਿੱਤਾ, ਇਹ ਕੀ ਆ, ਆਰਥੋਗੋਨਲ ਮੈਟ੍ਰਿਕਸ। ਠੀਕ ਹੈ ਜੀ, ਇਹ ਕੀ ਹੈ ਮੇਰੇ ਕੋਲ ਆਰਥੋਗੋਨਲ ਮੈਟ੍ਰਿਕਸ। ਤਾਂ ਆਨਸਰ ਕਿੰਨਾ ਆਏਗਾ ਇਹਦਾ, +-1। ਤਾਂ ਆਪਸ਼ਨ ਇਹਦੀ ਕਿਹੜੀ ਆ, ਸੈਕੰਡ ਕਰੈਕਟ। ਠੀਕ ਹੈ, ਦੋ ਤਰ੍ਹਾਂ ਨਾਲ ਸਮ ਪੁੱਛਿਆ ਜਾ ਸਕਦਾ, ਤਾਂ ਦੋਨੋਂ ਹੀ ਮੈਂ ਲਿਖ ਦਿੱਤੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਹਰਮਿਸ਼ਨ ਮੈਟ੍ਰਿਕਸ, ਹਰਮਿਸ਼ਨ ਮੈਟ੍ਰਿਕਸ ਦੇ ਵਿੱਚ ਡਿਟਰਮੀਨੈਂਟ ਹਮੇਸ਼ਾ ਹੀ ਮੇਰੇ ਕੋਲੇ ਕੀ ਆਏਗਾ, ਇੱਕ ਰੀਅਲ ਵੈਲਿਊ ਆਏਗੀ। ਤਾਂ ਮਤਲਬ ਕੀ ਆ, ਮੰਨ ਲਓ ਮੈਨੂੰ ਕੀ ਕਹਿ ਦੇਵੇ ਉਹ, ਸਮ ਪੇਪਰ ਦੇ ਵਿੱਚ ਕਿੱਦਾਂ ਪੁੱਛੇਗਾ, ਲੰਮਾ ਚੌੜਾ ਸਮ ਤੁਹਾਨੂੰ ਸੋਲਵ ਕਰਨ ਨੂੰ ਪੁੱਛਿਆ ਜਾਏਗਾ, ਫਿਰ ਤਾਂ ਮੈਟ੍ਰਿਕਸ ਸੋਲਵ ਕਰਾਂਗੇ। ਜੇ ਉਹਨੇ ਕਹਿ ਦਿੱਤਾ ਜਸਟ ਇਸ ਤਰ੍ਹਾਂ ਦੀ, A is ਹਰਮਿਸ਼ਨ ਮੈਟ੍ਰਿਕਸ, A is ਹਰਮਿਸ਼ਨ ਮੈਟ੍ਰਿਕਸ, ਤਾਂ ਫਿਰ ਉਹ ਤੁਹਾਡੇ ਕੋਲੇ ਕਿਸ ਤਰ੍ਹਾਂ ਦੀਆਂ ਆਪਸ਼ਨ ਦੇਗਾ ਉਹ ਤੁਸੀਂ ਨੋਟ ਕਰੋ। ਜਿਵੇਂ ਇੱਥੇ ਇਓਟਾ ਦੇ ਦਿੱਤੀ, ਇੱਥੇ 2 + 3 ਇਓਟਾ ਦੇ ਦਿੱਤੀ, ਮਾਈਨਸ ਇਓਟਾ ਦੇ ਦਿੱਤਾ, ਤੇ ਲਾਸਟ ਵਾਲੀ ਆਪਸ਼ਨ 5 ਦੇ ਦਿੱਤੀ। ਤਾਂ ਆਨਸਰ ਤੁਹਾਡੇ ਕੋਲੇ ਕੀ ਪੋਸੀਬਲ ਹੈ ਇਹਦੇ ਚੋਂ, ਜਸਟ ਰੀਅਲ ਵੈਲਿਊ, ਬਾਕੀ ਸਾਰੀਆਂ ਆਪਸ਼ਨਸ ਤੁਸੀਂ ਕੱਟ ਕਰ ਦੇਣੀਆਂ। ਕਲੀਅਰ ਹੈ ਜੀ। ਤਾਂ ਤੁਹਾਡੇ ਕੋਲੇ ਕਿਹੜਾ ਆਨਸਰ ਬਣੇਗਾ, D ਆਨਸਰ ਬਣੇਗਾ। ਤਾਂ ਤੁਹਾਡੇ ਤੋਂ ਇਸੇ ਤਰੀਕੇ ਨਾਲ ਹੀ ਇਹਦਾ ਕੁਐਸਚਨ ਪੁੱਛਿਆ ਜਾ ਸਕਦਾ ਹਰਮਿਸ਼ਨ ਮੈਟ੍ਰਿਕਸ ਦਾ। ਠੀਕ ਹੈ ਜੀ, ਜਾਂ ਤੁਹਾਨੂੰ ਇੱਕ ਮੈਟ੍ਰਿਕਸ ਦੇ ਕੇ ਉਹਨੂੰ ਸੋਲਵ ਕਰਨ ਵਾਸਤੇ ਕਿਹਾ ਜਾ ਸਕਦਾ। ਹਾਂਜੀ, ਅੱਗੇ ਚੱਲਦੇ ਹਾਂ ਜੀ। ਯੂਨਿਟਰੀ ਮੈਟ੍ਰਿਕਸ, ਯੂਨਿਟਰੀ ਮੈਟ੍ਰਿਕਸ ਦਾ ਮਤਲਬ ਕੀ ਆ, ਕੋਈ ਵੀ ਆਪਸ਼ਨ ਉਹਦਾ ਮੋਡੂਲਸ ਕਿੰਨਾ ਹੋਣਾ ਚਾਹੀਦਾ, ਮੈਗਨੀਟਿਊਡ ਵਰਡ ਬੋਲਿਆ ਹੋਇਆ। ਠੀਕ ਹੈ ਜੀ, ਕਿੰਨਾ ਆਏਗਾ, 1 ਆਏਗਾ। ਦੇਖੋ ਕੁਐਸਚਨ ਕਿਦਾਂ ਦਾ ਬਣ ਸਕਦਾ, ਡਾਇਰੈਕਟ ਕੁਐਸਚਨ ਤੇ ਆਉਣੇ ਆ। ਠੀਕ ਹੈ, ਉੱਪਰ ਲਿਖ ਦਿੰਦੇ ਆ, ਵਿਚ ਆਫ ਦੀ ਫੋਲੋਇੰਗ, ਵਿਚ ਆਫ ਦਾ ਫੋਲੋਇੰਗ ਕੁਡ ਬੀ। ਠੀਕ ਹੈ, ਮੈਂ ਮਲਟੀਪਲ ਚੋਇਸ ਉਸ ਤਰ੍ਹਾਂ ਦਾ ਬਣਾ ਦੇਣ ਲੱਗਾ, ਤੁਹਾਨੂੰ ਸਾਰੀਆਂ ਆਪਸ਼ਨ ਕਲੀਅਰ ਹੋ ਜਾਣ। ਕੁਡ ਬੀ ਦੀ ਡਿਟਰਮੀਨੈਂਟ ਆਫ ਯੂਨਿਟਰੀ ਮੈਟ੍ਰਿਕਸ। ਠੀਕ ਹੈ, ਇਸ ਨਾਲ ਸਮ ਨੋਟ ਕਰ ਲਓ। ਫਸਟ ਆਪਸ਼ਨ ਇਓਟਾ, ਸੈਕੰਡ ਆਪਸ਼ਨ ਮਾਈਨਸ ਇਓਟਾ, थर्ड ऑप्शन 1 -1, फिफ्थ ऑप्शन ठीक है जी। अगला आप लिख सकते हैं e⁻ एओटा थीटा। ठीक है जी,
ਇਹ ਮੈਂ ਸਾਰੀਆਂ ਆਪਸ਼ਨ ਉਸ ਤਰ੍ਹਾਂ ਦੀਆਂ ਲਿਖ ਕੇ ਦਿਖਾ ਦੇਣ ਲੱਗਾ ਜਿਹਦਾ ਡਿਟਰਮੀਨੈਂਟ ਹੋ ਸਕਦਾ। ਦੇਖੋ ਫਸਟ ਆਪਸ਼ਨ ਆਪਾਂ ਕੀ ਕਰਨਾ, ਮੋਡੂਲਸ ਕੱਢਣਾ। ਮੋਡੂਲਸ ਦਾ ਮਤਲਬ ਕੀ ਹੁੰਦਾ, ਮੰਨ ਲਓ ਮੇਰੇ ਕੋਲੇ ਕੋਈ ਵੀ z ਆ, ਉਹ ਕੀ ਹੁੰਦਾ ਮੇਰੇ ਕੋਲੇ x ਪਲੱਸ ਇਓਟਾ y। ਇਹਦਾ ਮੋਡੂਲਸ ਕੱਢਣਾ ਹੋਵੇ ਤਾਂ ਤੁਸੀਂ ਜਸਟ ਕੀ ਕਰਨਾ, x ਸਕੁਅਰ ਪਲੱਸ y ਸਕੁਅਰ ਕਰ ਦੇਣਾ, ਯਾਨੀ ਕਿ ਕੋਫੀਸ਼ੀਐਂਟ ਆਫ ਰੀਅਲ ਪਾਰਟ ਪਲੱਸ ਕੋਫੀਸ਼ੀਐਂਟ ਆਫ ਇਮੈਜਿਨਰੀ ਪਾਰਟ। ਤਾਂ ਅਗਰ ਫਸਟ ਆਪਸ਼ਨ ਹੋ ਸਕਦੀ ਹੈ ਜੀ, ਹੁਣ ਚੈੱਕ ਕਰ ਲਓ, ਕੁਡ ਵੀ ਬੋਲਿਆ ਮੈਂ, ਹਾਂਜੀ ਇਹਨੂੰ ਕੀ ਲਿਖਾਂਗੇ ਆਪਾਂ 0 ਪਲੱਸ 1 ਇਓਟਾ। ਤਾਂ ਇਹਦਾ ਮੋਡੂਲਸ ਕਰਕੇ ਦੇਖੋ ਕਿੰਨਾ ਆ ਰਿਹਾ, 0 ਪਲੱਸ 1 ਤਾਂ 1, ਤਾਂ ਯਾਨੀ ਕਿ ਮੇਰੇ ਕੋਲ ਫਸਟ ਆਪਸ਼ਨ ਹੋ ਸਕਦੀ ਆ। ਸੈਕੰਡ ਚੈੱਕ ਕਰੋਗੇ, ਸੈਕੰਡ ਵੀ ਫਟਾਫਟ ਚੈੱਕ ਕਰ ਲਓ, ਉਹਨੇ ਕੀ ਬਣ ਜਾਣਾ -1 ਦਾ ਸਕੁਅਰ ਕੀਤਾ ਅਗੇਨ 1, ਤਾਂ ਇਹ ਵੀ ਪੋਸੀਬਲ ਹੈ। ਥਰਡ 1 ਤਾਂ ਪੋਸੀਬਲ ਹੈ ਹੀ। ਫੋਰਥ, ਹਾਂਜੀ ਫੋਰਥ ਆਪਸ਼ਨ ਦੇਖ ਲਓ ਜਰਾ, ਇਹ -1 ਪਲੱਸ 0 ਇਓਟਾ ਬਣੇਗਾ ਨਾ, ਤਾਂ ਆਪਾਂ ਮੋਡੂਲਸ ਕੱਢਣਾ ਜਸਟ ਇਹਦਾ, ਤਾਂ ਮੋਡੂਲਸ ਕਿੱਦਾਂ ਦਾ ਬਣ ਜਾਏਗਾ, ਰੀਅਲ ਪਾਰਟ ਦਾ ਸਕੁਅਰ -1 ਦਾ ਸਕੁਅਰ 1 ਤਾਂ 0 ਦਾ 0, ਅਗੇਨ ਇਹ ਵੀ ਪੋਸੀਬਲ ਆ। ਠੀਕ ਹੈ ਜੀ, ਪੁੱਛਿਆ ਜਾ ਸਕਦਾ। ਫੋਰਥ ਫਿਫਥ ਆਪਸ਼ਨ ਪੋਸੀਬਲ ਹੈ, ਚੈੱਕ ਕਰੋ ਜਰਾ। ਹਾਂਜੀ ਫਿਫਥ ਆਪਸ਼ਨ ਦੇ ਵਿੱਚ ਵੀ ਰੀਅਲ ਪਾਰਟ ਤੇ ਇਮੈਜਿਨਰੀ ਪਾਰਟ ਦਾ ਸਕੁਅਰ ਕਰਕੇ ਦੇਖ ਲਓ ਜਰਾ। ਯੈਸ ਸਰ। ਓਕੇ, ਸਾਰੀਆਂ ਇਹ ਪੋਸੀਬਲ ਆਪਸ਼ਨਸ ਲਿਖੀਆਂ ਹੋਈਆਂ ਮੈਂ, ਤਾਂ ਤੁਸੀਂ ਫਿਰ ਵੀ ਇਹਨੂੰ ਚੈੱਕ ਕਰ ਲਓ ਫਟਾਫਟ। 1/√2 ਦਾ ਸਕੁਅਰ ਕੀਤਾ 1/2 ਪਲੱਸ 1/2, ਤਾਂ ਓਵਰਆਲ ਆਂਸਰ ਕਿੰਨਾ ਬਣ ਗਿਆ 1 ਤੇ 1 ਆ ਗਿਆ। e ਰੇਜ਼ ਟੂ ਪਾਵਰ ਇਓਟਾ ਥੀਟਾ, e ਰੇਜ਼ ਟੂ ਪਾਵਰ ਇਓਟਾ ਥੀਟਾ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ, cos ਥੀਟਾ ਪਲੱਸ ਇਓਟਾ ਸਾਈਨ ਥੀਟਾ। ਹੁਣ ਇਹਦਾ ਅਗਰ ਮੈਂ ਮੋਡੂਲਸ ਕੱਢਣਾ ਹੋਵੇ ਤਾਂ ਕੀ ਬਣੇਗਾ ਮੇਰੇ ਕੋਲੇ, ਰੂਟ cos ਸਕੁਅਰ ਪਲੱਸ, ਦੇਖੋ ਇਓਟਾ ਨਹੀਂ ਨਾਲ ਕਦੇ ਵੀ ਲਗਾਉਣਾ, ਇਹਨਾਂ ਨੂੰ ਇਓਟਾ ਵੀ ਨਾਲ ਲਗਾਈ ਚਲੋ, ਰੀਅਲ ਪਾਰਟ ਦਾ ਸਕੁਅਰ ਪਲੱਸ ਇਮੈਜਿਨਰੀ ਪਾਰਟ ਦਾ ਸਕੁਅਰ, ਤਾਂ ਕਿੰਨਾ ਬਣ ਜਾਣਾ ਦੇਖੋ 1। ਤਾਂ ਇਹ ਵੀ ਹੋ ਗਿਆ, ਤੇ ਲਾਸਟ ਵਾਲਾ ਤਾਂ ਇਸੇ ਦਾ ਹੀ ਆਪਣੇ ਕੋਲੇ ਇੱਕ ਉਲਝਿਆ ਹੋਇਆ ਫਾਰਮ ਹੈ। ਠੀਕ ਹੈ ਜੀ, ਕਲੀਅਰ ਹੈ ਜੀ। ਤਾਂ ਇਸ ਤਰ੍ਹਾਂ ਦੀ ਤੁਹਾਡੇ ਕੋਲੇ ਕੋਈ ਵੀ ਆਪਸ਼ਨ ਦਿੱਤੀ ਜਾ ਸਕਦੀ ਆ, ਤੁਹਾਨੂੰ 4 ਆਪਸ਼ਨ ਦਿੱਤੀਆਂ ਹੋਣਗੀਆਂ, ਤੁਸੀਂ ਜਸਟ ਕੀ ਕਰਨਾ, ਉਹਦਾ ਮੋਡੂਲਸ ਕਰਕੇ ਦੇਖ ਲਓ, ਜਿਹੜਾ ਉਹਦਾ ਆਂਸਰ 1 ਬਣਦਾ ਹੋਇਆ ਮੋਡੂਲਸ ਦਾ, ਠੀਕ ਹੈ, ਮੈਗਨੀਟਿਊਡ ਦਾ, ਉਹ ਆਂਸਰ ਹੋ ਸਕਦਾ ਆ। ਠੀਕ ਹੈ ਜੀ, ਤਾਂ ਉਹ ਤੁਹਾਨੂੰ 3 ਆਪਸ਼ਨ ਇਦਾਂ ਦੀਆਂ ਦੇਵੇਗਾ ਜਿਹਦਾ ਡਿਟਰਮੀਨੈਂਟ 1 ਨਹੀਂ ਬਣੇਗਾ, ਇੱਕ ਇਦਾਂ ਦੀ ਆਪਸ਼ਨ ਦੇਵੇਗਾ ਜਿਹਦਾ ਡਿਟਰਮੀਨੈਂਟ ਤੁਹਾਡੇ ਕੋਲ ਕੀ ਬਣ ਸਕਦਾ, 1 ਬਣ ਸਕਦਾ। ਕਲੀਅਰ ਹੈ ਜੀ। ਓਕੇ, ਨੈਕਸਟ ਦੇਖਦੇ ਹਾਂ ਜੀ। ਹਾਂਜੀ, ਨਿਲਪੋਟੈਂਟ ਮੈਟ੍ਰਿਕਸ। ਹੁਣ ਡਿਟਰਮੀਨੈਂਟ ਤੇ ਟਰੇਸ, ਨਿਲਪੋਟੈਂਟ ਮੈਟ੍ਰਿਕਸ ਦਾ ਹਮੇਸ਼ਾ ਕੀ ਹੋਏਗਾ, 0 ਹੋਏਗਾ। ਤਾਂ ਤੁਸੀਂ ਜਸਟ ਕੀ ਡਿਟਰਮੀਨੈਂਟ ਫਾਈਂਡ ਕਰ ਲਓ, ਤਾਂ ਤੁਹਾਡੇ ਕੋਲ ਕਿੰਨਾ ਹੋਣਾ ਚਾਹੀਦਾ, 0 ਆਏਗਾ ਨਿਲਪੋਟੈਂਟ ਮੈਟ੍ਰਿਕਸ ਦਾ। ਠੀਕ ਹੈ ਜੀ, ਇਹ ਸਿੰਪਲ ਹੀ ਆ, ਜ਼ਰੂਰਤ ਹੀ ਨਹੀਂ ਇਹਦੀ। ਤਾਂ ਵੈਸੇ ਜੇ ਦੇਖਣਾ ਹੋਵੇ ਤਾਂ a ਰੇਜ਼ ਟੂ ਪਾਵਰ n ਆਪਣੇ ਕੋਲੇ 0 ਹੁੰਦਾ ਨਾ, ਤਾਂ ਉਹਨੂੰ ਇਹਨੂੰ ਆਪਾਂ ਸੋਲਵ ਕਰਕੇ ਕੀ ਇਹਨੂੰ ਡਾਇਰੈਕਟ ਪ੍ਰੂਵ ਕਰ ਸਕਦੇ ਹਾਂ, ਮੇਰੇ ਕੋਲੇ ਡਿਟਰਮੀਨੈਂਟ ਕਿੰਨਾ ਆ, 0 ਬਣਦਾ। ਕਿਉਂ, ਇੱਥੋਂ ਮੈਨੂੰ ਆਪਾਂ ਇਹੀ ਪੜਿਆ ਹੋਇਆ ਨਾ, ਤੁਸੀਂ a ਰੇਜ਼ ਟੂ ਪਾਵਰ n ਦਾ ਡਿਟਰਮੀਨੈਂਟ ਕੱਢਣਾ ਹੋਵੇ, ਜਾਂ ਤੁਸੀਂ ਕੀ ਕਰ ਲਓ, a ਦਾ ਡਿਟਰਮੀਨੈਂਟ ਫਾਈਂਡ ਕਰ ਲਓ, ਉਹਦੀ ਪਾਵਰ n ਕਰ ਦਿਓ, ਇਸ ਰੂਲ ਨੂੰ ਆਪਾਂ ਫੋਲੋ ਕਰਨਾ। ਠੀਕ ਹੈ ਜੀ, ਹੁਣ ਦੇਖੋ a ਦੀ ਪਾਵਰ ਜਾਂ ਤਾਂ ਦੇਖੋ 1 ਹੁੰਦੀ ਆ, a ਦੀ ਪਾਵਰ 2 ਹੁੰਦੀ ਆ, a ਦੀ ਪਾਵਰ 3 ਹੁੰਦੀ, ਚੱਲਦਾ ਜਾਂਦਾ, ਯਾਨੀ ਕਿ ਉੱਪਰ ਧਿਆਨ ਨਾਲ ਦੇਖੋ ਤਾਂ ਇੱਕ ਪੋਜ਼ਿਟਿਵ ਇੰਟੀਜਰ ਬਣਦਾ ਆ, ਹਨਾ। ਤਾਂ ਇਸੇ ਨੂੰ ਤਾਂ ਕਰਕੇ ਆਪਾਂ ਯੂਜ਼ ਕਰਦੇ ਹਾਂ। ਦੇਖੋ ਹੁਣ ਜਦੋਂ ਆਪਾਂ ਇਹਦਾ ਡਿਟਰਮੀਨੈਂਟ ਫਾਈਂਡ ਕੀਤਾ, ਇਹਨੇ ਕੀ ਕਰਨਾ, ਡਿਟਰਮੀਨੈਂਟ ਸਾਈਨ ਅਪਲਾਈ ਕਰ ਦਿੱਤਾ, ਤਾਂ ਇੱਧਰ 0 ਬਣ ਜਾਣਾ ਸੀਗਾ। ਇਹਨੂੰ ਆਪਾਂ ਡਿਟਰਮੀਨੈਂਟ ਆਫ a, ਇੱਧਰ ਤਾਂ ਮੇਰੇ ਕੋਲੇ 0 ਬਣ ਜਾਣਾ। ਹੁਣ ਦੇਖੋ n ਨੇ ਤਾਂ ਕਦੇ 0 ਬਣਨਾ ਨਹੀਂਗਾ, ਕਿਉਂਕਿ ਆਪਣੇ ਕੋਲੇ ਅਗਰ n 0 ਵੀ ਬਣ ਜਾਂਦਾ ਤਾਂ ਵੀ ਇਹਨੇ ਕਿੰਨਾ ਬਣ ਜਾਣਾ ਸੀਗਾ, ਕਿਸੇ ਦੀ ਵੀ ਪਾਵਰ 0 ਹਮੇਸ਼ਾ ਮੇਰੇ ਕੋਲੇ 1 ਹੁੰਦੀ ਆ। ਤਾਂ ਹੁਣ ਇੱਕੋ ਹੀ ਪੋਸੀਬਿਲਿਟੀ ਆ ਜਿਹੜਾ ਇਹਨੂੰ ਟਰੂ ਕਰੇਗਾ ਵੀ ਇਹਦਾ ਆਂਸਰ 0 ਬਣ ਜੇ, ਤਾਂ ਉਹ ਮੇਰੇ ਕੋਲੇ ਕੀ ਕਹਿ ਰਿਹਾ, ਡਿਟਰਮੀਨੈਂਟ ਆਫ a ਕਿੰਨਾ ਬਣਨਾ ਚਾਹੀਦਾ, 0 ਬਣਨਾ ਚਾਹੀਦਾ। ਕਲੀਅਰ ਹੈ ਜੀ। ਅਗਰ ਇਹਦਾ 0 ਨਹੀਂ ਬਣਦਾ ਤਾਂ a ਰੇਜ਼ ਟੂ ਪਾਵਰ n ਕੁਛ ਨਾ ਕੁਛ ਇੱਕ ਵੈਲਿਊ ਆ ਜਾਏਗੀ ਜਿਹੜੀ ਕੀ ਹੋਏਗੀ, 0 ਦੇ ਬਰਾਬਰ ਨਹੀਂ ਹੋਏਗੀ। ਬਟ ਆਪਣੇ ਕੋਲੇ ਕੀ ਇੱਥੇ ਬਣਦਾ ਪਿਆ, 0 ਬਣਦਾ ਪਿਆ। ਕਿਸੇ ਨੂੰ ਇਹ ਚੀਜ਼ ਜੋ ਮੈਂ ਬੋਲ ਰਿਹਾ ਨਹੀਂ ਸਮਝ ਲੱਗੀ ਤਾਂ ਪੁੱਛ ਸਕਦਾ। ਕਲੀਅਰ ਹੈ ਜੀ, ਅੱਗੇ ਚੱਲਦੇ ਹਾਂ। ਸਰ ਦੁਬਾਰਾ ਹਾਂਜੀ ਮੈਨੂੰ ਲੱਗ ਰਿਹਾ ਸੀਗਾ, ਮੈਂ ਤਾਂ ਹੀ ਬੋਲ ਰਿਹਾ ਸੀਗਾ, ਦੁਬਾਰਾ ਕਰਾ ਦਿੰਦਾ। ਦੇਖੋ ਹੁਣ ਆਪਾਂ ਪ੍ਰੂਫ ਕਰਨਾ ਨਿਲਪੋਟੈਂਟ ਮੈਟ੍ਰਿਕਸ ਦਾ ਡਿਟਰਮੀਨੈਂਟ ਮੇਰੇ ਕੋਲ ਹਮੇਸ਼ਾ 0 ਹੁੰਦਾ। ਤਾਂ ਨਿਲਪੋਟੈਂਟ ਮੈਟ੍ਰਿਕਸ ਮੈਨੂੰ ਕੀ ਕਹਿੰਦੀ ਹੁੰਦੀ ਆ, ਇੱਕ ਮੈਟ੍ਰਿਕਸ A ਆ, ਉਹਦੀ ਪਾਵਰ ਕਰਦੇ ਜਾਓ, a ਰੇਜ਼ ਟੂ ਪਾਵਰ n ਹਮੇਸ਼ਾ 0 ਬਣਦੀ ਆ। ਤਾਂ ਇਸ ਤੋਂ ਪਿੱਛੇ ਵਾਲੀ ਵੈਲਿਊ ਕਿੰਨੀ ਹੋਏਗੀ, a ਰੇਜ਼ ਟੂ ਪਾਵਰ n ਮਾਈਨਸ 1 ਕਿੰਨੀ ਹੁੰਦੀ ਆ, ਨਾਨ 0 ਹੁੰਦੀ ਆ। ਤਾਂ ਹੁਣ ਮੈਂ ਇਧਰੋਂ ਸਟਾਰਟ ਕਰਨ ਲੱਗਾ, ਮੈਂ a ਪਾਵਰ n ਲੈ ਕੇ ਚੱਲਿਆ 0, ਮੈਂ ਦੋਨੋਂ ਬੰਨੇ ਡਿਟਰਮੀਨੈਂਟ ਸਾਈਨ ਅਪਲਾਈ ਕਰ ਦਿੱਤਾ,
ਜ਼ੀਰੋ ਦਾ ਡਿਟਰਮੀਨੈਂਟ ਹਮੇਸ਼ਾ ਜ਼ੀਰੋ ਹੁੰਦਾ। ਓਕੇ ਜੀ, ਇਹਨੂੰ ਜਸਟ ਇੱਕ ਚੀਜ਼ ਸੈੱਟ ਕਰ ਲਈਏ ਜਰਾ, a ਰੇਸ ਟੂ ਪਾਵਰ n ਤੇ ਇਧਰ ਜ਼ੀਰੋ। ਤਾਂ ਹੁਣ ਤੁਸੀਂ ਭਾਵੇਂ ਡਿਟਰਮੀਨੈਂਟ a ਰੇਸ ਟੂ ਪਾਵਰ n ਦਾ ਕਰ ਦਿਓ, ਜਾਂ ਪਹਿਲਾਂ ਡਿਟਰਮੀਨੈਂਟ ਫਾਈਂਡ ਕਰ ਲਓ ਫਿਰ ਉਹਦੀ ਪਾਵਰ n ਕਰ ਦਿਓ, ਤਾਂ ਦੋਨੋਂ ਬਰਾਬਰ ਆਉਣਗੇ। ਤਾਂ ਇਸੇ ਨੂੰ ਯੂਜ਼ ਕਰ ਰਹੇ ਹਾਂ ਆਪਾਂ ਰੂਲ ਨੂੰ। ਇਹ ਕੀ ਬਣ ਜਾਏਗਾ, a ਰੇਸ ਟੂ ਪਾਵਰ n। ਜ਼ੀਰੋ ਦਾ ਮਤਲਬ ਜ਼ੀਰੋ ਮੈਟ੍ਰਿਕਸ ਦਾ ਡਿਟਰਮੀਨੈਂਟ ਆਲਵੇਜ਼ ਜ਼ੀਰੋ। ਹੁਣ ਦੇਖੋ n ਤਾਂ ਮੇਰੇ ਕੋਲੇ ਕੀ ਹੋਏਗਾ, ਪੋਜ਼ਿਟਿਵ ਹੋਏਗਾ ਨਾ, ਕਿਉਂ? ਕਿਉਂਕਿ ਦੇਖੋ a ਦੀ ਪਾਵਰ ਜਾਂ ਤਾਂ 1 ਹੋਏਗੀ ਜਾਂ 2 ਹੋਏਗੀ ਜਾਂ 3 ਹੋਏਗੀ। ਤਾਂ ਹੁਣ ਇਹ ਜ਼ੀਰੋ ਕਦੋਂ ਬਣ ਸਕਦਾ? ਫਿਰ ਜਸਟ ਇੱਕੋ ਹੀ ਪੋਸੀਬਿਲਿਟੀ ਹੈ ਨਾ, ਅੰਦਰ ਵਾਲੀ ਵੈਲਿਊ ਮੇਰੇ ਕੋਲ ਜ਼ੀਰੋ ਬਣੇਗੀ, ਕਿਉਂਕਿ ਜ਼ੀਰੋ ਦੀ ਕੋਈ ਵੀ ਪਾਵਰ ਕਰਾਂਗੇ ਤਾਂ ਉਹਨੇ ਜ਼ੀਰੋ ਬਣਨਾ। ਤਾਂ ਇੱਥੋਂ ਮੇਰੇ ਕੋਲ ਡਾਇਰੈਕਟ ਕੀ ਪਤਾ ਲੱਗ ਗਿਆ, ਡਿਟਰਮੀਨੈਂਟ a ਦਾ ਕਿੰਨਾ ਹੈ, ਮੇਰੇ ਕੋਲੇ ਜ਼ੀਰੋ ਬਣੇਗਾ। ਕਲੀਅਰ ਹੈ ਜੀ? ਹਾਂਜੀ, ਬੋਲ ਦਿਓ ਜੇ ਅਗਰ ਕਲੀਅਰ ਹੋ ਗਿਆ। ਹਾਂਜੀ ਹਾਂਜੀ। ਓਕੇ ਜੀ, ਇਸੇ ਬੇਸ ਤੇ ਪੇਪਰ ਦੇ ਵਿੱਚ ਇਹ ਸਵਾਲ ਆਇਆ ਹੋਇਆ। ਠੀਕ ਹੈ ਜੀ, ਤਾਂ ਵੈਰੀ ਇੰਪੋਰਟੈਂਟ। ਬਹੁਤ ਬੱਚੇ ਇਹਨੂੰ ਗਲਤ ਕਰਦੇ ਆ, ਬਟ ਆਪਾਂ ਇਹਨੂੰ ਸਹੀ ਕਰਨਾ। ਦੇਖੋ ਕੀ ਕਹਿ ਰਿਹਾ ਮੇਰੇ ਕੋਲ, a ਤੇ b ਦੋ ਮੈਟ੍ਰਿਕਸ ਆ। ਹੁਣ a ਤੇ b ਤੇ ਕੋਈ ਕੰਡੀਸ਼ਨ ਨਹੀਂ, ਬਟ a ਡਾਟ b ਮੇਰੇ ਕੋਲ ਨਲ ਮੈਟ੍ਰਿਕਸ ਆ। ਨਲ ਮੈਟ੍ਰਿਕਸ ਦਾ ਮਤਲਬ ਕੀ ਆ, ਉਹ ਮੇਰੇ ਕੋਲ ਇੱਕ ਜ਼ੀਰੋ ਮੈਟ੍ਰਿਕਸ ਬਣਦੀ ਪਈ ਆ। ਉਹਦਾ ਆਰਡਰ ਕਿੰਨਾ, ਹੁਣ a b ਦਾ ਆਰਡਰ ਬਾਰੇ ਨਹੀਂ ਦਿੱਤਾ ਹੋਇਆ, ਜਸਟ ਕੀ ਆ n ਕ੍ਰਾਸ n। ਠੀਕ ਹੈ ਜੀ, ਹੁਣ ਤੁਸੀਂ ਇਹ ਤੇ ਡਿਟਰਮੀਨੈਂਟ ਅਪਲਾਈ ਕਰ ਸਕਦੇ ਹੋ ਜੀ। ਤਾਂ ਡਿਟਰਮੀਨੈਂਟ ਅਪਲਾਈ ਕਰ ਦਿਓ ਜਸਟ, ਤਾਂ ਕੀ ਬਣ ਗਿਆ ਮੇਰੇ ਕੋਲ, ਦੇਖੋ ਜ਼ੀਰੋ ਦਾ ਡਿਟਰਮੀਨੈਂਟ। ਤਾਂ ਹੁਣ ਆਪਾਂ ਇੱਥੇ ਕਿਹੜਾ ਰੂਲ ਅਪਲਾਈ ਕੀਤਾ ਹੋਇਆ, ਡਿਟਰਮੀਨੈਂਟ ਆਫ a ਡਿਟਰਮੀਨੈਂਟ ਆਫ b। ਹੁਣ ਦੇਖੋ ਦੋ ਨੰਬਰ ਆ, ਦੇਖੋ ਇਹ ਨੰਬਰ ਆ ਤੇ ਇਹ ਨੰਬਰ ਆ। ਠੀਕ, ਹੁਣ ਆਪਣੇ ਕੋਲ ਕਿਹੜੇ ਕਿਹੜੇ ਚਾਂਸ ਬਣ ਸਕਦੇ ਆ? ਜਾਂ ਤਾਂ ਦੇਖੋ ਡਿਟਰਮੀਨੈਂਟ a ਦਾ ਜ਼ੀਰੋ ਹੋ ਜਾਏਗਾ, ਜਾਂ ਕੀ ਹੋ ਜਾਏਗਾ ਤੁਹਾਡੇ ਕੋਲ ਡਿਟਰਮੀਨੈਂਟ b ਦਾ ਜ਼ੀਰੋ ਹੋ ਜਾਏਗਾ, ਤੇ ਜਾਂ ਤੁਹਾਡੇ ਕੋਲ ਕੀ ਹੋ ਜਾਏਗਾ, ਡਿਟਰਮੀਨੈਂਟ a ਐਂਡ ਡਿਟਰਮੀਨੈਂਟ b ਦਾ ਦੋਨਾਂ ਦਾ ਇਕੱਠਿਆਂ ਜ਼ੀਰੋ ਹੋ ਜਾਏਗਾ। ਤਿੰਨੋਂ ਕੇਸ ਬਣਦੇ ਮੇਰੇ ਕੋਲੇ। ਬਟ ਹੁਣ ਆਪਣੇ ਕੋਲੇ ਕੀ ਆ, ਪੇਪਰ ਦੇ ਵਿੱਚ ਦੋ ਆਪਸ਼ਨ ਤਾਂ ਨਹੀਂ ਨਾ ਹੋ ਸਕਦੀਆਂ, ਫਸਟ ਐਂਡ ਲਾਸਟ ਆਪਸ਼ਨ ਬਣ ਗਈ। ਤਾਂ ਆਪਾਂ ਫਿਰ ਇੱਥੇ ਕਿਹਦੀ ਹੈਲਪ ਲੈਣੀ ਆ? ਦੇਖੋ ਡਿਟਰਮੀਨੈਂਟ ਆਫ a ਇਜ਼ ਇਕੁਅਲ ਟੂ ਜ਼ੀਰੋ, ਇਹ ਵੀ ਆਪਸ਼ਨ ਠੀਕ ਹੋ ਰਹੀ ਹੈ ਇਹਦੇ ਅਕੋਰਡਿੰਗ। ਡਿਟਰਮੀਨੈਂਟ ਆਫ b ਇਜ਼ ਇਕੁਅਲ ਟੂ ਜ਼ੀਰੋ, ਥਰਡ ਆਪਸ਼ਨ ਵੀ ਠੀਕ ਹੋ ਰਹੀ ਹੈ, ਕਿਉਂਕਿ ਇੱਥੇ ਔਰ ਸਿੰਬਲ ਵੀ ਹੋ ਸਕਦਾ। ਤਾਂ ਹੁਣ ਇਸ ਹਿਸਾਬ ਨਾਲ ਤਾਂ ਮੇਰੇ ਕੋਲ ਸਾਰੇ ਆਨਸਰ ਆ ਰਹੇ ਆ। ਤਾਂ ਮੈਂ ਕੀ ਕਰਨਾ ਫਿਰ ਇੱਥੇ, ਜਦੋਂ ਮੈਂ ਹੁਣ ਪੂਰੀ ਤਰ੍ਹਾਂ ਪਜ਼ਲ ਹੋ ਗਿਆ, ਤਾਂ ਫਿਰ ਮੈਂ ਐਗਜ਼ਾਮਪਲ ਦਾ ਸਹਾਰਾ ਲੈਣਾ। ਤੁਹਾਨੂੰ ਯਾਦ ਹੋਵੇ ਤਾਂ ਜਿਸ ਦਿਨ ਆਪਾਂ ਮੈਟ੍ਰਿਕਸ ਕਰ ਰਹੇ ਸੀ, ਉਸ ਦਿਨ ਮੈਂ ਤੁਹਾਨੂੰ ਇੱਕ ਚੀਜ਼ ਲਿਖਾਈ ਸੀ, a ਤੇ b ਦੋ ਮੈਟ੍ਰਿਕਸ, ਉਹਨਾਂ ਦੀ ਪ੍ਰੋਡਕਟ ਜ਼ੀਰੋ ਹੋਗੀ, ਤਾਂ ਜ਼ਰੂਰੀ ਨਹੀਂਗਾ a ਮੈਟ੍ਰਿਕਸ ਜ਼ੀਰੋ ਹੋਵੇ ਜਾਂ b ਮੈਟ੍ਰਿਕਸ ਜ਼ੀਰੋ ਹੋਵੇ। ਮਤਲਬ ਨਾਨ ਜ਼ੀਰੋ ਮੈਟ੍ਰਿਕਸ ਦੀ ਪ੍ਰੋਡਕਟ ਵੀ ਕੀ ਹੋ ਸਕਦੀ ਹੈ, ਜ਼ੀਰੋ ਹੋ ਸਕਦੀ ਹੈ। ਤਾਂ ਕਿਹੜੀਆਂ ਮੈਟ੍ਰਿਕਸ ਲਿਖਾਈਆਂ ਸੀ, ਤੁਹਾਨੂੰ ਯਾਦ ਰੱਖਣ ਨੂੰ ਕਿਹਾ ਸੀਗਾ, 0 1 1 0। ਇਹ ਮੈਂ a ਮੈਟ੍ਰਿਕਸ ਲੈ ਲਈ। ਇਹ ਕੀ ਆ, ਮੈਂ b ਮੈਟ੍ਰਿਕਸ ਲੈ ਲੈਣ ਲੱਗਾ ਇੱਕ 0 0 0। ਮੈਂ ਆਪਸ਼ਨਸ ਕੱਟ ਕਰਨੀਆਂ ਆ। ਆਪਸ਼ਨਸ ਕੱਟ ਕਰਨ ਦਾ ਮਤਲਬ ਕੀ ਆ, ਮੈਂ ਉਹਨੂੰ ਖਤਮ ਕਰਨਾ। ਪਹਿਲੀ ਵਾਰ ਮੈਂ ਇਹ ਮੰਨ ਕੇ ਚੱਲਿਆ, ਸਪੋਜ਼ ਕਰ ਲਿਆ। ਹੁਣ ਦੇਖੋ a ਦਾ ਡਿਟਰਮੀਨੈਂਟ ਕਿੰਨਾ ਬਣ ਗਿਆ, 1 ਬਣ ਗਿਆ। b ਦਾ ਡਿਟਰਮੀਨੈਂਟ ਕਿੰਨਾ ਬਣ ਗਿਆ, 0 ਬਣ ਗਿਆ। ਤਾਂ ਕਿਹੜੀ ਆਪਸ਼ਨ ਕੱਟੀ ਗਈ ਇਹਦੇ ਅਕੋਰਡਿੰਗ? ਸੈਕੰਡ ਆਪਸ਼ਨ ਗਈ। ਕਿਉਂ? ਉਹਦੇ ਚ ਕੀ ਕਹਿ ਰਿਹਾ ਮੇਰੇ ਕੋਲੇ, ਡਿਟਰਮੀਨੈਂਟ a ਦਾ ਕਿੰਨਾ ਆ, 0 ਕਹਿ ਰਿਹਾ, ਤਾਂ 0 ਕੱਟਿਆ ਗਿਆ। ਠੀਕ ਹੈ ਜੀ, ਤੇ ਇੱਕ ਮੇਰੇ ਕੋਲੇ ਕਿਹੜੀ ਆਪਸ਼ਨ ਕੱਟੀ ਗਈ ਇਹਦੇ ਨਾਲ ਹੀ, ਡੀ ਆਪਸ਼ਨ ਕੱਟੀ ਗਈ। ਕਿਉਂ? ਕਿਉਂਕਿ ਉਹਨੇ ਵਰਡ ਬੋਲਿਆ ਐਂਡ। ਐਂਡ ਦਾ ਮਤਲਬ ਇਹ ਦੋਨੋਂ ਠੀਕ ਹੋਣੇ ਚਾਹੀਦੇ ਆ, ਬਟ ਆਪਣੇ ਕੋਲੇ ਡਿਟਰਮੀਨੈਂਟ a ਦਾ ਕਿੰਨਾ ਆ ਗਿਆ, 1 ਆ ਗਿਆ। ਹੁਣ ਤੁਸੀਂ ਕੀ ਕਰਨਾ, ਇੱਕ ਗੇਮ ਹੋਰ ਖੇਡ ਲੈਣੀ ਹੈ, ਕਿਹੜੀ? ਕੱਟੀ ਜਾਊਗੀ ਕਿਉਂਕਿ ਡਿਟਰਮਿਨ ਹਾਂਜੀ, ਡੀ ਤਾਂ ਕੱਟੀ ਗਈ, ਉਹਨੇ ਬੋਲਿਆ a ਦਾ ਡਿਟਰਮੀਨੈਂਟ ਵੀ 0 ਆ ਅਤੇ b ਦਾ ਵੀ 0 ਆ, ਦੋਨਾਂ ਦਾ ਉਹਨੇ 0 ਬੋਲਿਆ। ਬਟ ਦੇਖੋ a ਦਾ ਡਿਟਰਮੀਨੈਂਟ ਕਿੰਨਾ ਆ ਰਿਹਾ, 1 ਆ ਰਿਹਾ। ਠੀਕ ਹੈ ਹਾਂਜੀ ਹਾਂਜੀ। ਓਕੇ ਜੀ, ਹੁਣ ਆਪਾਂ ਇੱਕ ਥੋੜੀ ਜਿਹੀ ਗੇਮ ਖੇਡਣ ਲੱਗੇ। ਕਿ ਮੈਂ ਇੱਕ ਚੋਰੀ ਕਰ ਲੈਣ ਲੱਗਾ, ਕਿ ਇਹਨੂੰ b ਬੋਲ ਦੇਣ ਲੱਗਾ ਤੇ ਦੂਸਰੇ ਨੂੰ a ਬੋਲ ਦੇਣ ਲੱਗਾ। ਮੈਨੂੰ ਕੀ ਪ੍ਰੋਬਲਮ, ਮੈਂ ਬੋਲ ਦੇਣਾ। ਤੇ ਹੁਣ ਦੇਖੋ ਕੀ ਬਣਿਆ, ਕਹਾਣੀ ਕੁਛ ਵੀ ਨਹੀਂ ਬਣੀ। ਇਹਨੂੰ ਰੱਬ ਕਰ ਦਈਏ।
ਤਾਂ ਤੁਹਾਡੇ ਕੋਲ ਆਨਸਰ ਆ ਜਾਏਗਾ ਇੰਨਾ ਕਰਨ ਦੇ ਨਾਲ, ਕਿਉਂਕਿ ਦੇਖੋ ਗੇਮ ਖੇਡਣੀ ਆਪਾਂ ਜਸਟ। ਹੁਣ ਦੇਖੋ ਡਿਟਰਮੀਨੈਂਟ ਬੀ ਦਾ ਕਿੰਨਾ ਬਣ ਗਿਆ। ਓਕੇ ਜੀ, ਡਿਟਰਮੀਨੈਂਟ ਏ ਦਾ -1 ਬਣਦਾ ਸੀ, ਠੀਕ ਹੈ ਜੀ। ਸੌਰੀ, ਜਦੋਂ ਪਿਛਲੀ ਵਾਰ ਆਪਾਂ ਸੋਲਵ ਕੀਤਾ ਤਾਂ ਆਪਾਂ ਕਿੰਨਾ ਲਿਖ ਦਿੱਤਾ ਸੀਗਾ, ਸ਼ਾਇਦ 1 ਲਿਖ ਦਿੱਤਾ ਸੀ, ਬੜਾ ਚੈੱਕ ਕਰ ਲਿਓ। ਠੀਕ ਹੈ, ਡਿਟਰਮੀਨੈਂਟ ਬੀ ਦਾ ਕਿੰਨਾ ਬਣ ਗਿਆ, -1 ਬਣ ਗਿਆ, ਤੇ ਏ ਦਾ ਕਿੰਨਾ ਬਣ ਗਿਆ, 0 ਬਣ ਗਿਆ। ਠੀਕ ਹੈ ਜੀ, ਆਪਾਂ ਆਈ ਮੈਟ੍ਰਿਕਸ ਲਵਾਂਗੇ ਫਿਰ 1 ਬਣੀ ਜਾਣਾ। ਠੀਕ ਹੈ ਜੀ, ਤਾਂ ਹੁਣ ਇਹਦੇ ਅਕੋਰਡਿੰਗ ਕਿਹੜੀ ਆਪਸ਼ਨ ਕੱਟੀ ਗਈ, ਆਪਸ਼ਨ ਨੰਬਰ ਸੀ ਕੈਂਸਲ ਹੋ ਗਈ। ਕਲੀਅਰ, ਤਾਂ ਆਪਸ਼ਨ ਕਿਹੜੀ ਬਚ ਗਈ, ਜਸਟ ਫਸਟ ਆਪਸ਼ਨ। ਕਲੀਅਰ ਹੈ ਜੀ। ਜੇ ਕਿਸੇ ਨੂੰ ਡਾਊਟ ਆ ਤਾਂ ਪਲੀਜ਼ ਕਨਫਰਮ ਕਰ ਲਿਓ, ਕਿਉਂਕਿ ਇਦਾਂ ਦੇ ਸਵਾਲ ਕੀ ਹੁੰਦਾ, ਕਈ ਵਾਰ ਕਨਫਿਊਜ਼ ਹੋ ਜਾਂਦਾ, ਚਾਰੇ ਆਪਸ਼ਨ ਆਪਾਂ ਨੂੰ ਇੱਕੋ ਜਿਹੀਆਂ ਲੱਗਦੀਆਂ ਰਹਿੰਦੀਆਂ, ਤਾਂ ਉੱਥੇ ਆਪਾਂ ਐਗਜ਼ਾਮਪਲ ਦਾ ਸਹਾਰਾ ਲੈਣਾ। ਜ਼ਰੂਰੀ ਨਹੀਂ ਤੁਸੀਂ ਵੀ ਰੱਟਾ ਮਾਰਨਾ ਵੀ ਇਹੀ ਮੈਂ ਮੈਟ੍ਰਿਕਸ ਲੈਣੀ ਆ, ਤਾਂ ਜਿਹੜੀ ਮਰਜ਼ੀ ਇੱਕ ਮੈਟ੍ਰਿਕਸ ਨੂੰ ਜਿਹੜੀ ਮਰਜ਼ੀ ਦਾ ਨਾਮ ਦੇ ਦਿਓ। ਜਿਵੇਂ ਹੁਣ ਏ ਮੈਟ੍ਰਿਕਸ ਲੈਣੀ ਸੀ 2004 ਲੈ ਲਓ, ਤਾਂ ਮੈਟ੍ਰਿਕਸ ਦੇਖੋ ਇਦਾਂ ਦੀ ਲਿਆ ਕਰੋ ਜਿਹਦਾ ਡਿਟਰਮੀਨੈਂਟ ਫਾਈਂਡ ਕਰਨਾ ਸੌਖਾ ਹੋਵੇ। ਇਹ ਨਾ ਹੋਵੇ ਤੁਸੀਂ ਉੱਥੇ ਪੇਪਰ ਦੇ ਵਿੱਚ ਜਾ ਕੇ ਕਰੀ ਚਲੋ 1 2 4 5 ਮੈਂ ਇਹਦਾ ਡਿਟਰਮੀਨੈਂਟ ਕੱਢਾਂ, ਨਹੀਂ। ਡਿਟਰਮੀਨੈਂਟ ਉਦਾਂ ਦੀ ਮੈਟ੍ਰਿਕਸ ਲਓ ਜਿਹਦੀ ਕੈਲਕੂਲੇਸ਼ਨ ਬਹੁਤ ਸੌਖੀ ਹੋਵੇ, ਤਾਂ ਮਤਲਬ ਤੁਹਾਡੇ ਕੋਲ 1 ਸੈਕਿੰਡ ਦੇ ਵਿੱਚ ਕੈਲਕੂਲੇਸ਼ਨ ਕਰ ਸਕੋ। ਹੈਲੋ ਸਰ। ਠੀਕ ਹੈ ਜੀ, ਹੈਲੋ ਸਰ। ਹਾਂਜੀ ਸਰ ਜਿੱਦਾਂ ਏ ਵੀ ਜ਼ੀਰੋ ਮੈਟ੍ਰਿਕਸ ਨਹੀਂ ਹੈ, ਹਾਂਜੀ ਬੀ ਵੀ ਨਹੀਂ ਜ਼ੀਰੋ ਮੈਟ੍ਰਿਕਸ, ਹਾਂਜੀ ਤੇ ਤਾਂ ਵੀ ਦੋਵਾਂ ਦਾ ਪ੍ਰੋਡਕਟ ਜ਼ੀਰੋ ਮੈਟ੍ਰਿਕਸ ਆਵੇ, ਹਾਂਜੀ, ਤੇ ਫੇਰ ਆਨਸਰ ਕਿਹੜਾ ਹੋਊਗਾ ਇਹਦੇ ਚ? ਫਿਰ ਵੀ ਆਪਣੇ ਕੋਲੇ ਕਿਹੜਾ ਆਏਗਾ, ਤੁਸੀਂ ਦੇਖੋ ਇਹ ਆਪਸ਼ਨ ਹੀ ਬਣੇਗੀ। ਆਪਾਂ ਦੇਖੋ ਤੁਸੀਂ ਨਾ ਦੂਸਰੇ ਤਰੀਕੇ ਨੂੰ ਜਾ ਰਹੇ ਆ, ਆਪਾਂ ਕੀ ਕਰਨਾ, ਆਪਸ਼ਨਸ ਕੱਟਣੀਆਂ ਆ, ਨਾ ਕਿ ਆਪਾਂ ਆਪਸ਼ਨ ਨੂੰ ਧੱਕੇ ਦੇ ਨਾਲ ਪ੍ਰੂਫ ਕਰਨਾ ਹੈ। ਠੀਕ ਆ, ਜਿੱਦਾਂ ਜਿਵੇਂ ਤੁਸੀਂ ਕਹਿ ਰਹੇ ਹੋ ਉਦਾਂ ਆਪਾਂ ਕੀ ਜਾ ਰਹੇ ਆ, ਇੱਕ ਬੰਦੇ ਜਿੱਦਾਂ ਆਪਾਂ ਕਹਿ ਲਈਏ, ਮੰਨ ਲਓ ਮੇਰੇ ਕੋਲ ਕੋਈ ਗਲਤ ਬੰਦਾ, ਮੈਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਇਹ ਠੀਕ ਆ, ਬਟ ਗਲਤ ਨੇ ਤਾਂ ਗਲਤ ਹੀ ਰਹਿਣਾ ਆ, ਤੇ ਆਪਾਂ ਉਹ ਬੰਦੇ ਲੱਭਣੇ ਆ ਜਿਹੜੇ ਗਲਤ ਹੋਣਗੇ, ਇਨਸਟੈਡ ਕਿ ਆਪਾਂ ਕੋਸ਼ਿਸ਼ ਕਰੀਏ ਵੀ ਉਹ ਠੀਕ ਹੋ ਜਾਏ, ਉਹ ਠੀਕ ਹੋ ਜਾਏ, ਉਹ ਠੀਕ ਹੋ ਜਾਏ, ਤਾਂ ਦਿੱਕਤ ਆਏਗੀ ਨਹੀਂ। ਠੀਕ ਹੈ ਜੀ, ਨੈਕਸਟ ਕੁਐਸਚਨ ਦੇਖਦੇ ਹਾਂ ਜੀ। ਓਕੇ ਜੀ, ਇਹਦੇ ਨਾਲ ਦੇ ਕੁਐਸਚਨ ਇੱਕੋ ਖਤਮ ਹੋ ਮਿੰਟ ਗਿਆ। ਸਰ, ਹਾਂਜੀ ਹਾਂਜੀ ਸਰ ਮੈਂ ਇੱਕ ਮੈਟ੍ਰਿਕਸ ਬੋਲਦਾ, ਹਾਂਜੀ ਬੋਲੋ ਜੀ। ਬੋਲਾਂ ਜੀ? ਹਾਂਜੀ ਬੋਲੋ। ਜਿੱਦਾਂ ਏ ਮੈਟ੍ਰਿਕਸ ਲੈ ਲਈ 0 1 1 0 0 1 1 0 1 0, ਹਾਂਜੀ, ਬੀ ਮੈਟ੍ਰਿਕਸ ਲੈ ਲਈ 2 0 2 0 2। 0 2 ਹਾਂਜੀ। ਹੁਣ ਇਹਦਾ ਆਨਸਰ ਕੀ ਆਊਗਾ ਜੀ? ਦੇਖੋ ਜੀ, ਨਲ ਮੈਟ੍ਰਿਕਸ ਬਣਨੀ ਚਾਹੀਦੀ ਹੈ, ਇਦਾਂ ਦੀ ਮੈਟ੍ਰਿਕਸ ਹਾਂਜੀ ਲੱਭਣੀ ਹੈ ਬਣ ਜਿਨ੍ਹਾਂ ਗਈ ਦੀ ਹੈ। ਪ੍ਰੋਡਕਟ 0 ਬਣੇ, ਇਹਦੀ ਪ੍ਰੋਡਕਟ 0 ਨਹੀਂ ਬਣ ਰਹੀ। ਬਣਨੀ ਹੈ ਸਰ, 0 ਬਣਦੀ ਹੈ। 0 ਬਣ ਰਹੀ ਆ, ਨਹੀਂ 0 ਬਣ ਰਹੀ। ਠੀਕ ਹੈ, 0 ਨਹੀਂ ਬਣ ਰਹੀ ਇਹਦੀ, 0 2 ਬਣ ਰਿਹਾ ਇਹਦਾ। ਠੀਕ ਹੈ ਜੀ, ਓਕੇ। ਤਾਂ ਆਪਾਂ ਪ੍ਰੋਡਕਟ ਇਦਾਂ ਦੀ ਲੱਭਣੀ ਸੀ ਜਿਹਦੀ ਆਪਣੇ ਕੋਲੇ ਨਲ ਮੈਟ੍ਰਿਕਸ ਬਣੇ। ਓਕੇ ਜੀ, ਅਗਲਾ ਟੌਪਿਕ ਆਪਣੇ ਕੋਲੇ ਕੀ ਹੈਗਾ, ਡਿਟਰਮੀਨੈਂਟ ਦੀ ਹੈਲਪ ਦੇ ਨਾਲ ਆਪਾਂ ਕੀ ਫਾਈਂਡ ਕਰਨਾ ਹੈ, ਏਰੀਆ ਆਫ ਟ੍ਰਾਇੰਗਲ ਕਿਵੇਂ ਫਾਈਂਡ ਕਰ ਸਕਦੇ ਹਾਂ। ਤਾਂ ਦੇਖੋ 3 ਆਪਣੇ ਕੋਲੇ ਕਾਰਨਰ ਹੋਣਗੇ, ਇੱਕ ਦਾ ਨਾਮ ਦਿੱਤਾ x1 y1, ਸੈਕੰਡ ਦਾ ਨਾਮ ਦਿੱਤਾ x2 y2, ਥਰਡ ਦਾ ਨਾਮ ਦੇ ਦਿੱਤਾ ਆਪਾਂ c ਦੇ ਨਾਲ x3 y3। ਤਾਂ ਡਿਟਰਮੀਨੈਂਟ ਫਾਈਂਡ ਕਰ ਲਓ, ਜਸਟ ਏਰੀਆ ਆਫ ਟ੍ਰਾਇੰਗਲ ਕਿਹਦੇ ਬਰਾਬਰ ਹੋਏਗਾ, ਹਾਫ। ਠੀਕ ਆ, ਹੁਣ ਦੇਖੋ ਇਹਨਾਂ ਮੈਂ 1 1 1 ਲਾਸਟ ਤੇ ਲਿਖਿਆ, ਜੇ ਤੁਹਾਡਾ ਦਿਲ ਕਰਦਾ ਤਾਂ ਤੁਸੀਂ ਇਹਨੂੰ ਫਸਟ ਤੇ ਵੀ 1 1 ਲਿਖ ਸਕਦੇ ਹੋ। ਤਾਂ ਕੋਐਫੀਸ਼ੀਐਂਟ ਕੀ ਕਰਦੇ ਹੋ, ਜਸਟ ਉੱਪਰੋਂ ਸਟਾਰਟ ਕਰ ਦਿਓ, x1 y1 x2 y2 x3 y3। ਪਲੀਜ਼ ਮਾਈਕ ਆਫ ਕਰ ਦਿਓ ਜਿਹਦਾ ਵੀ ਆਉਣਾ ਜੀ, ਬੜਾ ਨਿਗਾਹ ਮਾਰ ਲਿਓ। ਠੀਕ ਹੈ ਜੀ, ਤਾਂ ਤੁਸੀਂ ਜਸਟ ਇੱਕ ਡਿਟਰਮੀਨੈਂਟ ਜੋ ਵੈਲਿਊ ਆਈ ਉਹ ਕੀ ਹੋਏਗਾ, ਮੇਰੇ ਕੋਲ ਏਰੀਆ ਹੋਏਗਾ। ਤੇ ਇੱਕ ਚੀਜ਼ ਹੋਰ, ਆਨਸਰ ਜੇ ਮੰਨ ਲਓ ਆਨਸਰ ਨੈਗੇਟਿਵ ਦੇ ਵਿੱਚ ਆ ਗਿਆ, ਤਾਂ ਆਪਾਂ ਨੂੰ ਪਤਾ ਏਰੀਆ ਨੈਗੇਟਿਵ ਨਹੀਂ ਹੁੰਦਾ, ਤਾਂ ਤੁਸੀਂ ਉਹਨੂੰ ਜਸਟ ਕੀ ਕੱਚ ਕਨਵਰਟ ਕਰ ਦਿਓ, ਪੋਜ਼ਿਟਿਵ ਦੇ ਵਿੱਚ ਕਨਵਰਟ ਕਰ ਦਿਓ। ਠੀਕ ਹੈ ਜੀ, ਅਗਰ ਇਨ ਕੇਸ ਤੁਹਾਡੇ ਕੋਲੇ ਕੀ ਵੈਲਿਊ ਨੈਗੇਟਿਵ ਵੀ ਆ ਗਈ ਤਾਂ ਉਹਨੂੰ ਆਪਾਂ ਪੋਜ਼ਿਟਿਵ ਦੇ ਵਿੱਚ ਲਿਖ ਦਿਓ, ਤਾਂ ਉਹ ਮੇਰੇ ਕੋਲੇ ਕੀ ਆ ਜਾਏਗਾ, ਏਰੀਆ ਆਫ ਟ੍ਰਾਇੰਗਲ। ਨੈਗੇਟਿਵ ਕਿਉਂ ਅਵੋਇਡ ਕਰ ਰਹੇ ਹਾਂ, ਕਿਉਂਕਿ ਆਪਣੇ ਕੋਲੇ ਕੀ ਹੁੰਦਾ, ਏਰੀਆ ਹਮੇਸ਼ਾ ਪੋਜ਼ਿਟਿਵ ਹੁੰਦਾ, ਜਾਂ ਤਾਂ 0 ਹੋਏਗਾ ਜਾਂ ਕੋਈ ਨਾ ਕੋਈ ਉਹਦੀ ਵੈਲਿਊ ਆਏਗੀ। ਓਕੇ ਜੀ, ਇਹਦੇ ਦੋ ਨੋਟ ਨੇ, ਨੋਟ ਕਰ ਲਓ ਜਰਾ। ਏਰੀਆ ਪੋਜ਼ਿਟਿਵ ਹੁੰਦਾ ਹਮੇਸ਼ਾ, ਕਰ ਚੁੱਕੇ ਆ। ਅਗਰ ਮੇਰੇ ਕੋਲ ਵੈਲਿਊ 0 ਆ ਗਈ, 0 ਆਉਣ ਦਾ ਮਤਲਬ ਕੀ ਹੈ, ਤਿੰਨੋਂ ਜਿਹੜੇ ਪੁਆਇੰਟਸ ਨੇ ਉਹ ਇੱਕੋ ਲਾਈਨ ਦੇ ਉੱਪਰ ਨੇ, ਮਤਲਬ ਪੁਆਇੰਟ ਕੋਲੀਨੀਅਰ ਨੇ। ਠੀਕ ਹੈ ਜੀ, ਇਹਦੇ ਤਰੀਕੇ ਨਾਲ ਅਗਰ ਆਪਣੇ ਕੋਲ ਡਿਟਰਮੀਨੈਂਟ ਦੀ ਵੈਲਿਊ 0 ਆ ਜਾਏ, ਠੀਕ ਹੈ ਜੀ,
ਤਾਂ ਤਿੰਨੋਂ ਪੁਆਇੰਟ ਕੀ ਹੋਣਗੇ ਮੇਰੇ ਕੋਲ ਲੀਨੀਅਰ ਹੋਣਗੇ, ਇੱਕੋ ਲਾਈਨ 'ਚ ਹੋਣਗੇ। ਠੀਕ ਹੈ ਸਰ ਜੀ, ਇਹ ਜਿਹੜੀ 10ਵੀਂ ਦਾ 7ਵਾਂ ਹਾਂਜੀ 10ਵੀਂ ਦਾ ਚੈਪਟਰ ਤਾਂ ਹੁੰਦਾ, ਪਰ ਉੱਥੇ ਆਪਾਂ ਇਹਨੂੰ ਦੂਸਰੇ ਤਰੀਕੇ ਨਾਲ ਕਰਾਉਂਦੇ ਹੁੰਦੇ ਸੀ। 1/2 ਹਾਂਜੀ ਮਤਲਬ ਫਾਰਮੂਲਾ ਡਿਟਰਮੀਨੈਂਟ x1 ਐਕਸਪੈਂਡ ਕਰਾਂਗੇ ਤਾਂ ਉਹੀ ਬਣੂਗੀ। ਹਾਂਜੀ ਬਣੇਗਾ ਉਹੀ, ਪਰ ਆਪਾਂ ਕਰਵਾਉਂਦੇ ਇਸੇ ਤਰ੍ਹਾਂ ਹੁੰਦੇ ਸੀ, ਫਸਟ ਵਾਲਾ ਲਾਸਟ ਤੇ ਲਿਖ ਕੇ। ਠੀਕ ਹੈ ਜੀ, ਹੈ ਫਿਰ ਉਸ ਤੋਂ ਬਾਅਦ ਇਧਰ ਆਪਾਂ ਕ੍ਰਾਸ ਕਰਦੇ ਹੁੰਦੇ ਸੀ, ਉੱਪਰੋਂ ਨੀਚੇ ਨੂੰ, ਫਿਰ ਇਸ ਤਰ੍ਹਾਂ। ਠੀਕ ਹੈ ਜੀ, ਉਹੀ ਹੈ ਆਪਣੇ ਕੋਲ ਇੱਕ ਤਰ੍ਹਾਂ ਦਾ। ਠੀਕ ਹੈ, ਹਜੇ 10ਵੀਂ ਵਾਲਾ ਇੱਕ ਹੋਰ ਫਾਰਮੂਲਾ ਵੀ ਆਏਗਾ ਅੱਗੇ ਜਾ ਕੇ, ਤੁਸੀਂ ਦੇਖੋਗੇ। ਓਕੇ ਜੀ, ਹੁਣ ਇਹਨੂੰ ਕਰਵਾਉਣ ਦੀ ਜ਼ਰੂਰਤ ਤਾਂ ਨਹੀਂ ਕਿ ਕੋਈ ਵੀ ਆਪਣੇ ਕੋਲ 3 ਵੈਲਿਊਜ਼ ਲੈ ਲਓ, ਜਿਵੇਂ 1 2 ਕਹਿ ਦਿੱਤਾ, B ਪੁਆਇੰਟ ਕੋਈ ਵੀ 2 1 ਕਹਿ ਦਿੱਤਾ, ਤਾਂ C ਪੁਆਇੰਟ ਕੋਈ ਵੀ 0 1 ਕਹਿ ਦਿੱਤਾ। ਤੁਸੀਂ ਏਰੀਆ ਫਾਈਂਡ ਕਰਨਾ ਹੋਇਆ ਤਾਂ ਆਈ ਹੋਪ ਹੁਣ ਕਰ ਲਓਗੇ। ਠੀਕ ਹੈ ਜੀ, ਜ਼ਿਆਦਾ ਆਪਾਂ ਉੱਤੇ ਮੱਥਾ ਖਪਾਈ ਨਹੀਂ ਕਰਦੇ, ਸਿੰਪਲ ਹੈਗਾ ਡਿਟਰਮੀਨੈਂਟ ਕੱਢਣਾ। ਓਕੇ ਜੀ, ਮਾਈਨਰ ਆ ਗਏ। ਮੈਟ੍ਰਿਕਸ ਦੇ ਮਾਈਨਰ ਕਿੱਦਾਂ ਫਾਈਂਡ ਕਰਨੇ ਆ? ਲਓ ਜੀ, ਕੋਈ ਵੀ ਮੈਟ੍ਰਿਕਸ ਆ ਮੇਰੇ ਕੋਲ, ਜਿਸ ਤਰ੍ਹਾਂ ਆਪਾਂ ਉਹਨੂੰ ਨਾਮ ਦੇ ਦਿੰਦੇ ਆ A11 A12 A13। ਸੈਕੰਡ ਹੋਇਆ ਮੇਰੇ ਕੋਲ 21 22 23 A31 32 33। ਹਾਂਜੀ, ਨੋਟ ਕਰਦੇ ਆ ਨਾ। ਤਾਂ ਮਾਈਨਰ ਨੂੰ ਆਪਾਂ ਡਿਨੋਟ ਕਾਹਦੇ ਨਾਲ ਕਰਨਾ? ਕੈਪੀਟਲ MIJ ਮਤਲਬ ਜਿਹੜੀ ਮੈਂ ਪਲੇਸ ਲੈਣੀ ਆ। ਸਪੋਜ਼ ਕਰੋ ਮੈਂ ਫਸਟ ਪਲੇਸ ਲੈਣੀ M11, ਤਾਂ ਜਿਹੜੀ ਪਲੇਸ ਲਈ ਉਸ ਪਲੇਸ ਦੇ ਉੱਪਰ ਕੀ ਕਰੋ, ਰਾਈਟ ਨੂੰ ਵੀ ਉਹਦੀ ਰੋ ਖਤਮ ਕਰ ਦਿਓ, ਥੱਲੇ ਨੂੰ ਕਾਲਮ ਖਤਮ ਕਰ ਲਿਓ, ਤੇ ਜਿਹੜੀ ਮੇਰੇ ਕੋਲ ਬਾਕੀ ਵੈਲਿਊ ਬਚੀਆਂ ਉਹ ਮੇਰੇ ਕੋਲ ਮਾਈਨਰ ਦੀ ਵੈਲਿਊ ਹੋ ਜਾਏਗੀ, ਯਾਨੀ ਕਿ A22 A23 A32 A33। ਇਹਦਾ ਡਿਟਰਮੀਨੈਂਟ ਫਾਈਂਡ ਕਰ ਲਓ, ਜਿਹੜੀ ਵੈਲਿਊ ਆਈ ਉਹ ਮੇਰਾ ਆਨਸਰ ਹੋਏਗਾ। ਡਿਟਰਮੀਨੈਂਟ ਕਿੱਦਾਂ ਫਾਈਂਡ ਕਰਦੇ ਹੁੰਦੇ ਆ ਜੀ? A22 A33 ਮਾਈਨਸ A23 A32। ਸਿਮਿਲਰ ਮੈਂ ਅਗਰ ਮੈਂ ਸੈਕਿੰਡ ਦਾ ਫਾਈਂਡ ਕਰਨਾ ਹੋਵੇ ਤਾਂ ਇੱਥੇ ਮੈਂ ਸਾਰੇ ਫਟਾਫਟ ਲਿਖ ਦਿੰਦਾ ਤਾਂ ਕਿ ਤੁਸੀਂ ਕੀ ਇਹਨੂੰ ਨੋਟ ਕਰ ਸਕੋ। ਲਓ ਜੀ, ਲਓ ਜੀ, M11 ਹੁਣੇ ਆਪਾਂ ਕਰ ਚੁੱਕੇ ਹਾਂ। ਕੀ ਬਚਿਆ ਸੀ ਇੱਥੇ? A22 A23 A32 A33। ਡਿਟਰਮੀਨੈਂਟ ਫਾਈਂਡ ਕਰ ਦਿਓ ਤਾਂ ਫਸਟ ਰੋ ਦੇ ਲਿਖ ਕੇ ਦਿਖਾ ਦੇਣਾ, ਸੈਕੰਡ ਥਰਡ ਦੇ ਫਟਾਫਟ ਆਪ ਲਿਖ ਲਿਓ। A12 ਯਾਨੀ ਕਿ ਕਿਹੜੀ ਜਗ੍ਹਾ? ਫਸਟ ਰੋ ਸੈਕੰਡ ਕਾਲਮ, ਤਾਂ ਉੱਥੇ ਪਹੁੰਚ ਜਾਣਾ, ਤਾਂ ਉਹਦੀ ਰੋ ਤੇ ਕਾਲਮ ਖਤਮ ਕਰ ਦੇਣੇ ਆ। ਹਾਂਜੀ, ਖਤਮ ਕਰ ਦਿਓ ਫਟਾਫਟ ਜੀ, ਉਹਦੇ ਰੋ ਤੇ ਕਾਲਮ, ਜੋ ਬਾਕੀ ਬਚੇਗਾ ਲੈ ਲਓ। ਰੋ ਕਾਲਮ ਖਤਮ, ਜੋ ਐਲੀਮੈਂਟ ਬਚ ਗਏ A21 A23 ਤੇ ਲਾਸਟ ਵਾਲਾ A31 ਤੇ A33। ਸਿਮਿਲਰ ਕਿੱਥੇ ਜਾਣਾ? M ਅਗਲੀ ਪਲੇਸ, ਫਸਟ ਕਾਲਮ ਰੋ ਥਰਡ ਕਾਲਮ, ਤਾਂ ਦੇਖੋ ਇਧਰ ਖਤਮ ਹੋ ਜਾਣਾ ਇਹਨੇ, ਤਾਂ ਜੋ ਬਚ ਗਿਆ ਬਚੇਗਾ ਕਿਹੜਾ? ਲਓ ਜੀ, ਇਹ ਵਾਲਾ ਬਚ ਜਾਏਗਾ, ਤਾਂ ਉਹਨੂੰ ਲਿਖ ਦਿਓ A21 A22 A31 A32। ਤਾਂ ਜੋ ਮੇਰੇ ਕੋਲ ਆਨਸਰ ਆਏਗਾ ਉਹ ਮੇਰੇ ਕੋਲ ਕਾਹਦੇ ਮਾਈਨਰ ਬਣ ਗਏ? ਮਾਈਨਰ ਆਫ ਫਸਟ ਰੋ, ਮਾਈਨਰ ਆਫ ਫਸਟ ਰੋ। ਦੇਖੋ ਇਹਦੇ ਅੱਗੇ ਕੋਈ ਵੀ ਮਾਈਨਸ ਪਲੱਸ ਸਾਈਨ ਦੀ ਕੋਈ ਵੀ ਦਿੱਕਤ ਨਹੀਂ ਗੀ। ਕਲੀਅਰ ਆ ਜੀ? ਤਾਂ ਹੁਣ ਅੱਗੇ ਚੱਲਦੇ ਆ। ਸਿਮਿਲਰ ਸੈਕੰਡ ਤੇ ਥਰਡ ਦੇ ਕਰ ਲਓਗੇ, ਜੇ ਤੁਸੀਂ ਕਹਿੰਦੇ ਤਾਂ ਮੈਂ ਲਿਖਵਾ ਵੀ ਦਿੰਦਾ, ਨਹੀਂ ਤਾਂ ਸੇਮ ਪ੍ਰੋਸੈਸ ਚੱਲਣਾ। ਅਗਰ ਕਹਿੰਦੇ ਤਾਂ ਮੈਂ ਸਕਿਪ ਕਰ ਦੇਣਾ, ਟਾਈਮ ਸੇਵ ਹੋ ਜਾਏਗਾ ਥੋੜਾ। ਠੀਕ ਹੈ ਜੀ, ਮੈਂ ਸਕਿਪ ਕਰ ਰਿਹਾ ਤਾਂ ਕਿ ਬਿਲਕੁਲ ਸੇਮ ਚੱਲਣਾ, ਸੈਕੰਡ ਦੇ ਰੋ ਦੇ ਸੇਮ ਪ੍ਰੋਸੈਸ। ਓਕੇ ਜੀ, ਫਿਰ ਨਾਲ ਹੀ ਆਪਾਂ ਇੱਥੇ ਕੋਫੈਕਟਰ ਫਾਈਂਡ ਕਰ ਲੈਂਦੇ ਆ। ਅਗਰ ਆਪਾਂ ਨੂੰ ਮਾਈਨਰ ਫਾਈਂਡ ਕਰਨੇ ਆ ਗਏ ਤਾਂ ਕੋਫੈਕਟਰ ਆਪਣੇ ਆਪ ਹੀ ਫਾਈਂਡ ਹੋ ਜਾਣੇ ਆ। ਤਾਂ ਦੇਖੋ ਕੋਫੈਕਟਰ ਕੀ ਹੁੰਦਾ? ਮੰਨ ਲਓ ਹੁਣੇ ਮੈਂ ਮਾਈਨਰ ਫਾਈਂਡ ਕੀਤਾ ਸੀ M11, ਤਾਂ ਤੁਸੀਂ ਜਸਟ ਕੀ ਇੱਧਰ ਲਿਖ ਦਿਓ ਕੋਫੈਕਟਰ ਹੈ ਨਾ, ਤਾਂ ਉਹਨੂੰ A ਦੇ ਨਾਲ ਡੋਨੇਟ ਕਰ ਦਿੰਦੇ ਆ A11। ਤਾਂ ਤੁਸੀਂ ਇਹਨਾਂ ਦੋ ਨੂੰ ਐਡ ਕਰਕੇ ਦੇਖ ਲਓ, ਅਗਰ ਈਵਨ ਆਇਆ ਤਾਂ ਮਾਈਨਰ ਦੇ ਅੱਗੇ ਪਲੱਸ ਲਗਾ ਦਿਓ, ਜਿਵੇਂ A12, ਇੱਥੇ ਕੀ ਲਿਖਾਂਗੇ? M12, ਮਤਲਬ ਜਿਹੜੀ M12 ਦੀ ਵੈਲਿਊ ਆਈ ਆ। ਹੁਣ ਦੇਖੋ ਕਿਹੜੀ ਪਲੇਸ ਆ? ਫਸਟ ਰੋ ਸੈਕੰਡ ਕਾਲਮ, ਤਾਂ ਸਮ ਕਿੰਨਾ ਆਇਆ ਇਹਦਾ? 3। ਜੇ ਔਡ ਆ ਗਿਆ ਤਾਂ ਨੈਗੇਟਿਵ ਲਗਾ ਦੇਣਾ, ਜੇ ਈਵਨ ਆ ਗਿਆ ਤਾਂ ਪੋਜ਼ਿਟਿਵ ਲਗਾ ਦੇਣਾ। ਦੇਖੋ ਨੈਗੇਟਿਵ ਆ ਗਿਆ ਤਾਂ ਫਿਰ ਨੈਗੇਟਿਵ ਲਗਾ ਦੇਣਾ, ਜਿਹੜਾ ਆਨਸਰ ਆਇਆ ਹੋਇਆ। ਜੇ 13 ਫਾਈਂਡ ਕਰਨਾ ਹੋਇਆ ਤਾਂ ਇੱਥੇ M13 ਕੱਢਣਾ, ਇਹਨਾਂ ਦੋ ਨੂੰ ਐਡ ਕੀਤਾ, ਈਵਨ ਆ ਗਿਆ ਤਾਂ ਮੈਂ ਇਹਦੇ ਅੱਗੇ ਪਲੱਸ ਸਾਈਨ ਲਗਾ ਦੇਣਾ। ਲਓ ਜੀ, ਪਲੱਸ
प्लस का मतलब लगाना होया लगा दिओ, नहीं लगाना होया ना लगाओ। सिमिलर अगर मैं सैकेंड रो दे करने होण तां सैकेंड रो का मतलब सैकेंड रो फस्ट कॉलम, तो यानी कि M21 फाइंड कर लो, इन्हां दो नूं ऐड किया ऑड बन गया। ऑड मतलब जिहड़ी वैल्यू आई सी उहदे अगे की लगा दिओ, नैगेटिव साइन लगा दिओ। ठीक है जी। सिमिलर A22 लो जी 22 ईवन आ गया तो ये अगे प्लस का साइन लगा दो। तो सिमिलर मैं लास्ट वाला करवा देन लगा, तो थर्ड वाली रो तुसीं अपने आप देख लिओ 2 3 कितना आया है ऑड। अगर ऑड आया तो तुसीं की लगा दो ये अगे नैगेटिव साइन। क्लीयर। तो इस तरह तुसीं MA31 तो वो अगे कितना बन जाना M31 रह जाना, A32 लिख ही देने हुण आपां फटाफट नैगेटिव ऑफ M32 ते लास्ट वाला A33 वो कितना बन जाना प्लस M33। क्लीयर। ओके जी, ये को फैक्टर फाइंड करना मैथड सी। अगे चलते हैं आप एडजॉइंट फाइंड करना। ठीक है जी। एडजॉइंट की हुंदा अपने कोले जेड़ा आपां की एडजॉइंट ए कढना। ठीक है जी। जेड़े मैं को फैक्टर फाइंड कीते आ, ठीक है जी, मैं जेड़े को फैक्टर फाइंड कीते आ तां उहनूं की जस्ट लिख दो मैट्रिक्स फॉर्म दे विच लिख दो। लो जी A11 A12 A13 A21 A22 A23 A31 A32 A33 ਇਹਦਾ ट्रांसपोज ਲੈ। ठीक है जी। ओके बन जाएगा मेरे को एडजॉइंट बन जाएगा। ठीक है जी। को फैक्टर लैके ਉਹਦਾ ਕੀ कर दो ट्रांसपोज कर दो, तो वो मेरे को की बन जाएगा एडजॉइंट बन जाएगा। क्लीयर। ਹੁਣ ਇਹਦਾ ट्रांसपोज करना देखो आ ट्रांसपोज करके दिखाया होया। ट्रांसपोज का मतलब की ਹੁੰਦਾ रो ਨੂੰ कॉलम ਦੇ ਵਿੱਚ ट्रांसफॉर्म करना। ਤੇ ਇਹਨੂੰ ਲਿਖਣ ਦਾ ਫਾਰਮੂਲਾ ਕੀ ਹੈ ਆਪਣੇ ਕੋਲੇ, ਤੁਸੀਂ ਦੋ ਤਰੀਕੇ ਨਾਲ ਲਿਖ ਸਕਦੇ ਹੋ ADJ A ਜਾਂ ਇਹਨੂੰ ਕੈਪੀਟਲ ADJ ਇਹ ਐਡਜॉइंट ਆਫ A ਨੂੰ ਡੋਨੇਟ ਕਰਦਾ। ਕਲੀਅਰ। ਇਹ ਆਪਾਂ ਮੋਸਟਲੀ ਪੜ੍ਹ ਚੁੱਕੇ ਹਾਂ। ਓਕੇ ਜੀ। ਹੁਣ ਅੱਗੇ ਜਿਹੜਾ ਮੇਨ ਕੰਮ ਹੁਣ ਇਹਦੇ ਜੋ ਕੁਐਸਚਨ ਕਿੱਥੇ ਬਣਦੇ ਆ, ਇਸ ਤਰ੍ਹਾਂ ਦੇ ਕੁਐਸਚਨ ਬਣਦੇ ਆ, ਉਹ ਆਪਾਂ ਕਰਦੇ ਆ। ਪਹਿਲਾਂ ਇਹਦੀਆਂ ਥੋੜੀਆਂ ਜਿਹੀਆਂ ਪ੍ਰੋਪਰਟੀਜ਼ ਨੇ ਉਹਨੂੰ ਆਪਾਂ ਡਿਸਕਸ਼ਨ ਕਰ ਲੈਂਦੇ ਆ। ਪਹਿਲਾ ਕੁਐਸਚਨ ਜਿਹੜਾ ਤੁਹਾਨੂੰ ਪੁੱਛਿਆ ਜਾ ਸਕਦਾ ਆ, ਇੱਕ ਤੁਹਾਨੂੰ ਕੀ ਦਿੱਤਾ ਹੋਏਗਾ ਮੈਟ੍ਰਿਕਸ ਦਿੱਤੀ ਹੋਏਗੀ। ਮੰਨ ਲਓ ਮੈਨੂੰ A ਮੈਟ੍ਰਿਕਸ ਦੇ ਦਿੱਤੀ ਇਦਾਂ ਦੀ 1 2 3 0 4 5 0 0 6 क्योंकि मैं सौखी जी मैट्रिक्स ਤਾਂ ਲਈ ਤਾਂ ਕਿ मैं ਇਹਦੀ कैलकुलेशन जल्दी जल्दी कर सका। ਤਾਂ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲੇ A ਤੇ ਐਡਜॉइंट A ਇਹ ਕੀ ਹੋਏਗਾ, ਤਾਂ ਤੁਸੀਂ ਕੀ ਜਸਟ ਆਪਸ਼ਨ ਦੇ ਵਿੱਚ ਦੇਖਣਾ ਹੋਏਗਾ। ਤਾਂ ਤੁਸੀਂ ਡਿਟਰਮੀਨੈਂਟ ਆਫ A ਫਾਈਂਡ ਕਰ ਲੈਣਾ। ਤਾਂ ਇੱਕ ਤਰ੍ਹਾਂ ਦੀ ਤੁਸੀਂ ਮੈਟ੍ਰਿਕਸ ਲਿਖ ਲੈਣੀ ਯੂਨਿਟ ਮੈਟ੍ਰਿਕਸ, ਉਹਨੂੰ डिटरमिनेंट ऑफ ए दे नाल मल्टीप्लाई कर देना, बाकी सारे एलीमेंट जीरो लिख देने। मतलब की आ डायगनल एलीमेंट किहड़े होणगे ए इंटू एडजॉइंट ए दे जिहड़ी डिटरमिनेंट ए दी वैल्यू होएगी जस्ट। ठीक है जी। तो लो जी आपां फार्मूला इहदा लिख लैंदे आ। तो फार्मूला डिटरमिनेंट ऑफ ए इंटू आई, तां जां भावें तुसीं इहदा पुट्ठा फाइंड करना होवे तां उल्टा की होएगा एडजॉइंट ए इंटू ए फाइंड करना, तो दोनों की वैल्यू सेम होएगी। हुण मान लो तुसीं इहदा आपां नूं पुछ लिया जाए जिहड़ी मैट्रिक्स लई है, तो तुसीं जस्ट की फाइंड करना ਉਹਦਾ डिटरमिनेंट। तो डिटरमिनेंट कितना आ गया तुसीं जस्ट फाइंड कर लो 24 आ गया, क्योंकि ये अपने को एक ट्रायंगुलर मैट्रिक्स आ। तो हुण तुसीं एडजॉइंट A इंटू A फाइंड करना होए तो वो किदां दी मैट्रिक्स बननी है, जस्ट 24 24 24 ऑल अदर एलीमेंट 0। ठीक है जी। इस तरह की थोड़े को मैट्रिक्स बन जाएगी। तो ऑप्शन दे विच की होणगे जिहड़ियां बाकी ऑप्शनस हो अगर कोई भी नॉन डायगनल एलीमेंट नॉन जीरो मिल जाए तो वो तुसीं डायरैक्ट ऑप्शन कट देनी। ठीक है जी। वो की आपां कर देनी है डायरैक्ट ऑप्शन कैंसल कर देनी। क्लीयर। ओके जी। अगे चलते हैं। ओके जी। फस्ट आपां कर चुके हैं। सैकेंड देखो, सैकेंड वैरी इंपॉर्टेंट आ। सैकेंड के उपर पेपर के भी काफ़ी बार सम आ चुके हैं। ਤੁਹਾਨੂੰ ਕੀ ਆ A ਦਾ डिटरमिनेंट गिवन होएगा, मान लो सम K आ गया गिवन।
A ਦਾ ਆਰਡਰ ਕਿੰਨਾ ਆ ਤੁਹਾਡੇ ਕੋਲੇ n ਕ੍ਰਾਸ n, ਤਾਂ ਤੁਸੀਂ ਕੀ ਕਰਨਾ, ਐਡਜੁਆਇੰਟ A ਦਾ ਡਿਟਰਮੀਨੈਂਟ ਤੁਹਾਨੂੰ ਕਹੂਗਾ ਫਾਈਂਡ ਕਰਕੇ ਦੱਸੋ, ਤਾਂ ਤੁਸੀਂ ਕੀ ਜਸਟ ਫਾਈਂਡ ਕਰਨਾ, ਜਿਹੜਾ ਡਿਟਰਮੀਨੈਂਟ A ਦਾ ਫਾਈਂਡ ਕੀਤਾ ਉਹਦੀ ਪਾਵਰ n-1 ਕਰ ਦੇਣੀ ਹੈ। ਯਾਨੀ ਕਿ ਜਿਵੇਂ ਹੁਣ ਇੱਥੇ ਡਿਟਰਮੀਨੈਂਟ ਦੀ ਕੋਈ ਫਿਕਸ ਵੈਲਿਊ ਕੀ ਆ, ਤਾਂ ਕੀ ਬਣ ਜਾਣਾ k ਰੇਜ਼ ਟੂ ਪਾਵਰ n-1। ਹੁਣ ਐਗਜ਼ਾਮਪਲ ਵੀ ਲੈ ਲੈਂਦੇ ਹਾਂ। ਮੰਨ ਲਓ ਮੇਰੇ ਕੋਲ ਕੋਈ 3x3 ਦੀ A ਮੈਟ੍ਰਿਕਸ ਆ, ਉਹਦਾ ਡਿਟਰਮੀਨੈਂਟ ਮੇਰੇ ਕੋਲ ਕਿੰਨਾ ਆ 5 ਆ, ਤਾਂ ਤੁਸੀਂ ਐਡਜੁਆਇੰਟ A ਦਾ ਡਿਟਰਮੀਨੈਂਟ ਫਾਈਂਡ ਕਰਨਾ, ਤਾਂ ਤੁਸੀਂ ਜਸਟ ਕੀ ਕਰਨਾ ਆ, ਐਡਜੁਆਇੰਟ A ਦਾ ਡਿਟਰਮੀਨੈਂਟ ਫਾਈਂਡ ਕਰਨ ਦਾ ਮੈਥਡ, ਜਿਹੜਾ ਡਿਟਰਮੀਨੈਂਟ A ਦਾ ਦਿੱਤਾ, k n ਮਤਲਬ ਜਿਹੜਾ ਉਹਦਾ ਆਰਡਰ ਹੋਏਗਾ, ਆਰਡਰ ਕਿੰਨਾ 3 ਯਾਨੀ ਕਿ 5 ਰੇਜ਼ ਟੂ ਪਾਵਰ 2, ਆਨਸਰ ਕਿੰਨਾ ਜਿਹੜਾ 25। ਤਾਂ ਡਾਇਰੈਕਟ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ। ਠੀਕ ਹੈ ਜੀ। ਨੈਕਸਟ ਦੇਖੋ ਇਹਦਾ ਥਰਡ ਰੂਲ, ਤੁਸੀਂ ਐਡਜੁਆਇੰਟ AB ਫਾਈਂਡ ਕਰ ਲਓ ਜਾਂ ਤੁਸੀਂ ਐਡਜੁਆਇੰਟ B ਇਨਟੂ ਐਡਜੁਆਇੰਟ A ਕਰ ਦਿਓ, ਤਾਂ ਦੋਨੋਂ ਤੁਹਾਡੇ ਕੋਲੇ ਬਰਾਬਰ ਹੋਣਗੇ। ਫੋਰਥ ਕੀ ਕਹਿ ਰਿਹਾ ਮੇਰੇ ਕੋਲ ਰਿਜ਼ਲਟ, ਫੋਰਥ ਦੇਖ ਲਓ, ਅਗਰ ਤੁਹਾਡੇ ਕੋਲ ਦੇਖੋ ਡਿਟਰਮੀਨੈਂਟ ਆਫ A ਇਜ਼ ਇਕੁਅਲ ਟੂ 0 ਆ ਜੇ, ਤਾਂ ਫਿਰ ਤੁਹਾਡੇ ਕੋਲੇ A ਇਨਟੂ ਐਡਜੁਆਇੰਟ A ਕਿੰਨਾ ਹੋਏਗਾ, ਉਹ ਵੀ ਤੁਹਾਡੇ ਕੋਲ ਇੱਕ ਤਰ੍ਹਾਂ ਦੀ ਜ਼ੀਰੋ ਮੈਟ੍ਰਿਕਸ ਬਣੇਗੀ। ਕਿਉਂ, ਹੁਣੇ ਆਪਾਂ ਥੋੜੀ ਦੇਰ ਪਹਿਲਾਂ ਇੱਕ ਇਥੋਂ ਰਿਜ਼ਲਟ ਪੜ੍ਹ ਕੇ ਆਏ ਸੀ, A ਇਨਟੂ ਐਡਜੁਆਇੰਟ A ਕਿੰਨਾ ਹੁੰਦਾ, ਡਿਟਰਮੀਨੈਂਟ ਆਫ A ਇਨਟੂ I। ਹੁਣ ਦੇਖੋ ਅਗਰ ਡਿਟਰਮੀਨੈਂਟ ਦੀ ਵੈਲਿਊ 0 ਹੋ ਗਈ, ਤਾਂ 0 ਇਨਟੂ I ਮੈਟ੍ਰਿਕਸ ਕੀ ਬਣ ਜਾਣੀ, ਇੱਕ ਤਰ੍ਹਾਂ ਦੀ ਜ਼ੀਰੋ ਮੈਟ੍ਰਿਕਸ ਬਣ ਜਾਏਗੀ। ਠੀਕ ਹੈ ਜੀ। ਤਾਂ ਜ਼ੀਰੋ ਮੈਟ੍ਰਿਕਸ ਜਦੋਂ ਮੈਂ ਬੋਲਦਾ ਪਿਆ, ਮਤਲਬ ਇਹਦਾ ਆਰਡਰ ਕਿੰਨਾ ਹੋਏਗਾ, n ਕ੍ਰਾਸ n ਦੀ ਗੱਲ ਕਰਦੇ ਪਏ, ਯਾਨੀ ਕਿ ਇਸ ਤਰ੍ਹਾਂ ਦੀ ਮੈਟ੍ਰਿਕਸ ਬਣੇਗੀ। ਇਹਨੂੰ ਇਹ ਨਾ ਹੋਵੇ ਤੁਸੀਂ ਜਸਟ 0 ਰੀਡ ਕਰ ਲਓ, ਇੱਕ ਮੈਟ੍ਰਿਕਸ ਬਣਦੀ ਹੈ। ਕਲੀਅਰ, ਓਕੇ ਜੀ। ਉਸ ਤੋਂ ਅੱਗੇ ਚੱਲਦੇ ਹਾਂ ਜੀ, ਐਗਜ਼ਾਮਪਲ ਨੰਬਰ ਰੂਲ ਨੰਬਰ 5 ਵੀ ਇੰਪੋਰਟੈਂਟ ਆ, ਚੈੱਕ ਕਰ ਲਓ ਜਰਾ। ਤੁਸੀਂ ਫਾਈਂਡ ਕਰਨਾ ਹੋਏਗਾ ਐਡਜੁਆਇੰਟ ਆਫ ਐਡਜੁਆਇੰਟ A, ਮਤਲਬ ਪਹਿਲਾਂ ਐਡਜੁਆਇੰਟ ਫਾਈਂਡ ਕੀਤਾ, ਜਿਹੜਾ ਆਨਸਰ ਆਇਆ ਉਹਦਾ ਫਿਰ ਐਡਜੁਆਇੰਟ ਕੱਢਿਆ। ਤਾਂ ਆਪਾਂ ਸਾਰਾ ਕੱਢਣ ਦੀ ਜ਼ਰੂਰਤ ਨਹੀਂ, ਆਪਾਂ ਕੀ ਕਰਨਾ, A ਦਾ ਡਿਟਰਮੀਨੈਂਟ ਫਾਈਂਡ ਕਰ ਲਓ, ਉਹਦੀ ਪਾਵਰ n-2 ਕਰ ਦਿਓ, ਤਾਂ ਜਿਹੜੀ ਮੈਟ੍ਰਿਕਸ ਤੁਹਾਨੂੰ ਪਹਿਲਾਂ A ਗਿਵਨ ਸੀ ਉਹਦੇ ਨਾਲ ਜਸਟ ਮਲਟੀਪਲਾਈ ਕਰ ਦਿਓ, ਤਾਂ ਤੁਹਾਡੇ ਕੋਲੇ ਆਨਸਰ ਆ ਜਾਏਗਾ। ਇਹਦੀ ਐਗਜ਼ਾਮਪਲ ਵੀ ਤੁਹਾਨੂੰ ਇੱਕ ਦਿਨ ਨਾਲ ਦੀ ਨਾਲ ਇਹ ਨੋਟ ਕਰ ਲਓ ਜਰਾ। ਹਾਂਜੀ, ਐਗਜ਼ਾਮਪਲ ਕਿਸ ਤਰ੍ਹਾਂ ਦੀ ਹੋਏਗੀ ਦੇਖੋ, ਇੱਕ ਸੌਖੀ ਜਿਹੀ ਮੈਟ੍ਰਿਕਸ ਲੈਣੇ A, ਤਾਂ A ਮੇਰੇ ਕੋਲੇ ਮੈਟ੍ਰਿਕਸ ਕਿੱਦਾਂ ਦੀ ਲੈ ਲਈ, 2 4 6 0 8 1 0 0 1। ਤਾਂ ਤੁਸੀਂ ਹੁਣ ਇਹਦਾ ਕੀ ਫਾਈਂਡ ਕਰਨਾ, ਐਡਜੁਆਇੰਟ A ਫਾਈਂਡ ਕਰਨਾ, ਤਾਂ ਤੁਸੀਂ ਜਸਟ ਕੀ ਫਾਈਂਡ ਕਰਨਾ, ਡਿਟਰਮੀਨੈਂਟ A ਦਾ ਫਾਈਂਡ ਕਰਕੇ ਉਹਦੀ ਪਾਵਰ n-2 ਕਰ ਦੇਣੀ। n ਹਮੇਸ਼ਾ ਤੁਹਾਡੇ ਕੋਲੇ ਆਰਡਰ ਆ, ਇਨਟੂ A ਮੈਟ੍ਰਿਕਸ। ਤਾਂ ਹੁਣ ਤੁਸੀਂ ਇਹਦਾ ਪਹਿਲਾਂ ਤਾਂ ਡਿਟਰਮੀਨੈਂਟ ਫਾਈਂਡ ਕਰੋ, ਡਿਟਰਮੀਨੈਂਟ ਕਿੰਨਾ ਆ ਜਾਏਗਾ, ਦੇਖੋ ਬਣ ਜਾਏਗਾ ਤੁਹਾਡੇ ਕੋਲੇ 16, ਕਿਉਂਕਿ ਮੈਂ ਡਾਇਗਨਲ ਐਲੀਮੈਂਟ ਦਾ ਹੀ ਇੱਕ ਟ੍ਰਾਇੰਗੂਲਰ ਮੈਟ੍ਰਿਕਸ ਲੈ ਲਈ, ਤਾਂ ਡਾਇਗਨਲ ਐਲੀਮੈਂਟ ਦਾ ਵੈਲਿਊ ਜਿਹੜੀ ਡਿਟਰਮੀਨੈਂਟ ਦੀ ਆਏਗੀ ਉਹਨੂੰ ਮਲਟੀਪਲਾਈ ਕਰਕੇ ਆ ਗਈ ਮੇਰੇ ਕੋਲੇ। ਤਾਂ ਹੁਣ ਮੇਰੇ ਕੋਲੇ ਆਨਸਰ ਕੀ ਬਣ ਜਾਏਗਾ, ਦੇਖੋ 16 ਰੇਜ਼ ਟੂ ਪਾਵਰ n ਦੀ ਵੈਲਿਊ 3 ਆ, 3 - 2, ਠੀਕ ਆ, ਇਨਟੂ A ਜਿਹੜੀ ਸਾਰੀ ਮੈਟ੍ਰਿਕਸ ਹੋਏਗੀ, ਸਾਰੀ ਮੈਟ੍ਰਿਕਸ ਕਿੰਨੀ ਆ, 2 4 6 0 8 1 0 0 1। ਤਾਂ ਆਨਸਰ ਕਿੰਨਾ ਆ ਗਿਆ 16 ਇਨਟੂ ਜਿਹੜੀ ਮੈਟ੍ਰਿਕਸ ਆ 2 4 6 0 8 1 0 0 1। ਤਾਂ ਹੁਣ 16 ਨੂੰ ਸਾਰੇ ਐਲੀਮੈਂਟਸ ਦੇ ਨਾਲ ਮਲਟੀਪਲਾਈ ਕਰਕੇ ਦੇਖ ਲਓ ਕਿੰਨਾ ਆਨਸਰ ਆ ਰਿਹਾ। ਜਿੱਦਾਂ ਪਹਿਲੇ ਤਾਂ 32 ਆ ਜਾਏਗਾ, ਠੀਕ ਆ ਜੀ, ਇੱਥੇ ਵੀ 16 ਆ ਜਾਏਗਾ, ਲਾਸਟ ਤੇ 16 ਆ ਜਾਏਗਾ, ਠੀਕ ਆ। ਬਾਕੀ ਸਾਰੀਆਂ ਜਗ੍ਹਾ 0 0 ਇੱਧਰ ਆ ਜਾਏਗਾ, ਉੱਪਰ ਜਿਹੜੀ ਰਹਿ ਗਈ ਕੈਲਕੂਲੇਸ਼ਨ ਉਹ ਕਰ ਲਿਓ। ਕਲੀਅਰ ਹੈ ਜੀ। ਹੈਲੋ ਸਰ। ਹਾਂਜੀ ਸਰ ਜਿੱਦਾਂ ਐਡਜੁਆਇੰਟ ਇੱਥੇ 2 ਵਾਰੀ ਲਿਖਿਆ ਹੋਇਆ, ਹਾਂਜੀ, ਅਗਰ 3 ਵਾਰ ਲਿਖਿਆ ਹੋਵੇ, 3 ਵਾਰ ਵਾਸਤੇ ਫਿਰ ਆਪਾਂ ਹਾਲੇ ਤੱਕ ਤਾਂ ਮਤਲਬ ਹੈ ਨਹੀਂ, ਫਿਰ ਉਹ ਆਪਾਂ ਕਰਕੇ ਦੇਖਣਾ ਪੈਣਾ। ਜਿਹੜਾ ਰੂਲ ਆ ਉਹ ਸਿਰਫ ਆਪਣੇ ਕੋਲੇ ਕਿੱਥੋਂ ਤੱਕ ਆ, 2 ਵਾਲੇ ਵਾਸਤੇ ਆ। ਠੀਕ ਹੈ ਸਰ। ਹਾਂਜੀ, ਮੋਸਟ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਪੇਪਰ ਦੇ ਵਿੱਚ ਇੱਥੋਂ ਤੱਕ ਹੀ ਪੁੱਛੇਗਾ, ਇਸ ਤੋਂ ਜ਼ਿਆਦਾ ਨਹੀਂ ਪੁੱਛੇਗਾ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ, ਐਡਜੁਆਇੰਟ A ਦਾ ਜੀ ਕੀ ਕਹਿ ਰਿਹਾ ਮੇਰੇ ਕੋਲ, ਐਡਜੁਆਇੰਟ A ਯਾਨੀ ਕਿ ਪਹਿਲਾਂ A ਮੈਟ੍ਰਿਕਸ ਉਹਦਾ ਟਰਾਂਸਪੋਜ਼ ਕਰਕੇ ਐਡਜੁਆਇੰਟ ਕੱਢ ਦਿਓ,
ਜਾਂ ਪਹਿਲਾਂ ਐਡਜੁਆਇੰਟ ਕੱਢ ਦਿਓ ਫਿਰ ਉਹਦਾ ਟਰਾਂਸਪੋਜ਼ ਕਰ ਦਿਓ, ਦੋਨੋਂ ਬਰਾਬਰ ਹੋਣਗੇ। ਠੀਕ ਹੈ ਜੀ, ਇਹਦਾ ਇੱਕ ਸਿੰਪਲ ਜਿਹਾ ਰੂਲ ਆ, ਇਹ ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਨਹੀਂ। ਅਗਲਾ ਦੇਖਦੇ ਹਾਂ ਜੀ, ਅਗਲਾ ਕੀ ਕਹਿ ਰਿਹਾ ਮੇਰੇ ਕੋਲੇ। ਓਕੇ ਜੀ, ਕਹਿੰਦਾ ਅਗਰ ਮੇਰੇ ਕੋਲੇ ਕੋਈ ਵੀ ਡਾਇਗਨਲ ਮੈਟ੍ਰਿਕਸ ਆ ਤਾਂ ਜਿਹੜਾ ਉਹਦਾ ਐਡਜੁਆਇੰਟ ਵੀ ਹੋਏਗਾ ਉਹ ਵੀ ਕੀ ਇੱਕ ਤਰ੍ਹਾਂ ਦੀ ਡਾਇਗਨਲ ਮੈਟ੍ਰਿਕਸ ਬਣੇਗੀ। ਠੀਕ ਹੈ ਜੀ, ਨਾਨ ਡਾਇਗਨਲ ਮੈਟ੍ਰਿਕਸ ਨਹੀਂ ਬਣੇਗੀ। ਬਾਕੀ ਆਪਸ਼ਨਸ ਕੱਟ ਦਿਓ ਅਗਰ ਕੋਈ ਵੀ ਨਾਨ ਡਾਇਗਨਲ ਐਲੀਮੈਂਟਸ ਬਣਦੇ ਆ। ਓਕੇ ਜੀ, ਅਗਲਾ ਦੇਖੋ ਜਰਾ। ਹਾਂਜੀ, ਇੰਪੋਰਟੈਂਟ ਆ, ਪੇਪਰ ਦੇ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਆ। ਠੀਕ ਹੈ ਜੀ, ਜਿੱਦਾਂ ਆਪਾਂ ਡਿਟਰਮੀਨੈਂਟ ਆਪਾਂ ਫਾਈਂਡ ਕਰਿਆ ਸੀ ਇਕੱਲੇ ਐਡਜੁਆਇੰਟ ਦਾ, ਤੁਹਾਨੂੰ ਅਗਰ ਐਡਜੁਆਇੰਟ ਇਨਟੂ ਐਡਜੁਆਇੰਟ ਕਰਕੇ ਕਹਿ ਦਿੱਤਾ ਜਾਵੇ ਤਾਂ ਫਿਰ ਕੀ ਹੋਏਗਾ। ਦੇਖੋ ਲਓ ਜੀ, ਐਡਜੁਆਇੰਟ ਇਹ ਇੰਪੋਰਟੈਂਟ ਹੈ ਜੀ, ਇਹ ਰਿਜ਼ਲਟ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ। ਤਾਂ ਕੀ ਹੋਏਗਾ, ਡਿਟਰਮੀਨੈਂਟ ਏ ਦਾ ਫਾਈਂਡ ਕਰ ਲਿਓ। ਤਾਂ ਜਿੰਨੀ ਵਾਰ ਐਡਜੁਆਇੰਟ ਕਿਆ ਹੋਇਆ, ਕਿੰਨੀ ਵਾਰ ਕਿਆ ਹੋਇਆ, 2 ਵਾਰ, ਤਾਂ n-1 ਓਵਰ ਉਹਦੀ ਪਾਵਰ 2 ਬਣ ਗਈ। ਸਪੋਜ਼ ਕਰੋ ਇੱਥੇ ਜ਼ਿਆਦਾ ਵਾਰ ਐਡਜੁਆਇੰਟ ਦਿੱਤਾ ਹੁੰਦਾ, ਮੈਨੂੰ ਪਤਾ ਹੀ ਨਾ ਕਿੰਨੀ ਵਾਰ, ਜਿਵੇਂ ਐਡਜੁਆਇੰਟ ਏ ਐਡਜੁਆਇੰਟ ਏ ਐਡਜੁਆਇੰਟ, ਫਿਰ ਇਸ ਤਰ੍ਹਾਂ ਚੱਲਦਾ ਜਾਂਦਾ ਇੱਥੇ ਐਡਜੁਆਇੰਟ ਏ। ਠੀਕ ਹੈ ਜੀ, ਇਹ k ਟਾਈਮਸ ਹੁੰਦਾ, k ਟਾਈਮਸ। ਤਾਂ ਫਿਰ ਮੇਰੇ ਕੋਲ ਆਨਸਰ ਕੀ ਬਣਨਾ ਸੀ, ਡਿਟਰਮੀਨੈਂਟ ਆਫ a n-1। ਠੀਕ ਹੈ ਜੀ, ਇਹਦੀ ਸਾਰੇ ਦੀ ਪਾਵਰ k। ਠੀਕ ਹੈ, ਉਹਦੀ ਸਾਰੇ ਦੀ ਪਾਵਰ k, ਜੋ ਵੀ ਆਨਸਰ ਆਏਗਾ। ਕਲੀਅਰ ਹੈ ਜੀ। ਦੇਖੋ 2 ਵਾਰ ਸੀ ਤਾਂ ਇਹਦੀ ਸਾਰੇ ਦੀ ਪਾਵਰ ਕਿੰਨੀ ਕੀਤੀ, 2। ਅਗਰ k ਟਾਈਮਸ ਹੁੰਦਾ ਤਾਂ ਉਹਦੀ ਸਾਰੇ ਦੀ ਪਾਵਰ ਕਿੰਨੀ ਕਰਨੀ ਸੀ, k। ਤਾਂ ਉਹ ਮੇਰਾ ਆਨਸਰ ਹੋਏਗਾ। ਠੀਕ ਹੈ ਜੀ, ਆਪਾਂ ਕੀ ਫਾਈਂਡ ਕਰ ਰਹੇ ਹਾਂ, ਡਿਟਰਮੀਨੈਂਟ ਫਾਈਂਡ ਕਰ ਰਹੇ ਹਾਂ। ਕਲੀਅਰ ਹੈ ਜੀ। ਹਾਂਜੀ, ਜੇ ਕਿਸੇ ਨੂੰ ਨਹੀਂ ਕਲੀਅਰ ਹੈ ਤਾਂ ਦੱਸ ਦਿਓ ਜੀ। ਹਾਂਜੀ, ਅੱਗੇ ਚੱਲਦੇ ਹਾਂ ਜੀ। ਹਾਂਜੀ, ਅਗਲਾ ਕੀ ਕਹਿ ਰਿਹਾ ਮੇਰੇ ਕੋਲੇ, ਜਸਟ ਰੀਡ ਕਰਨਾ ਇਹਨੂੰ, ਇਹ ਤੇ ਜ਼ਿਆਦਾ ਜ਼ੋਰ ਨਹੀਂ ਦੇਣਾ। ਜਿਹੜੇ ਜਿਹੜੇ ਜ਼ਿਆਦਾ ਜ਼ੋਰ ਦੇਣੇ ਉਹ ਫਿਰ ਮੈਂ ਇੱਕ ਵਾਰ ਉਹਨੂੰ ਜਸਟ ਮਤਲਬ ਲਿਖਾ ਦਾਂਗਾ, ਟਿਕ ਲਗਾ ਦਾਂਗਾ ਜਸਟ। ਠੀਕ ਹੈ, ਚੈੱਕ ਕਰ ਲਓ ਕੀ ਆ, ਐਡਜੁਆਇੰਟ ਕਰ ਲਓ a ਰੇਜ਼ ਟੂ ਪਾਵਰ m, ਮਤਲਬ ਉਹਨੂੰ ਪਹਿਲਾਂ m ਟਾਈਮਸ ਮਲਟੀਪਲਾਈ ਕਰਕੇ ਐਡਜੁਆਇੰਟ ਕਰ ਲਓ, ਜਾਂ ਪਹਿਲਾਂ ਐਡਜੁਆਇੰਟ ਕੱਢ ਲਓ ਫਿਰ ਉਹਦੀ ਪਾਵਰ m ਕਰ ਦਿਓ, ਦੋਨੋਂ ਆਪਸ ਚ ਇਕੁਅਲ ਹੋਣਗੇ। ਓਕੇ ਜੀ, ਲਾਸਟ ਵਾਲਾ ਦੇਖ ਲਓ ਕੀ ਕਹਿੰਦਾ, ਐਡਜੁਆਇੰਟ k ਇੰਟੂ a ਦਾ ਮਤਲਬ ਪਹਿਲਾਂ ਇੱਕ ਮੈਟ੍ਰਿਕਸ a ਆ, ਉਹਨੂੰ k ਦੇ ਨਾਲ ਮਲਟੀਪਲਾਈ ਕਰਕੇ ਐਡਜੁਆਇੰਟ ਕੱਢ ਲਓ, ਜਾਂ ਪਹਿਲਾਂ ਤੁਸੀਂ ਐਡਜੁਆਇੰਟ ਕੱਢ ਲਓ। ਠੀਕ ਹੈ ਜੀ, ਤਾਂ ਜਿਹੜੀ ਅੱਗੇ k ਸੀ ਉਹਦੀ ਪਾਵਰ ਕਿੰਨੀ ਕਰ ਦਿਓ, n-1 ਕਰ ਦਿਓ, ਤਾਂ ਦੋਨੋਂ ਤੁਹਾਡੇ ਕੋਲੇ ਬਰਾਬਰ ਆਉਣਗੇ, ਤਾਂ ਦੋਨਾਂ 'ਚ ਕੋਈ ਡਿਫਰੈਂਸ ਨਹੀਂ ਹੋਏਗਾ। ਇਹਨੂੰ ਜਸਟ ਐਜ਼ ਏ ਰਿਜ਼ਲਟ ਪੜ੍ਹ ਲਓ। ਠੀਕ ਹੈ ਜੀ, ਦੋਨੋਂ ਐਜ਼ ਏ ਰਿਜ਼ਲਟ। ਤਾਂ ਇਹਦੇ 'ਚੋਂ ਜਿਹੜਾ ਇੰਪੋਰਟੈਂਟ ਆ ਉਹ ਮੈਂ ਤੁਹਾਨੂੰ ਕਰਵਾ ਦੇਣ ਲੱਗਾ, ਬਾਕੀ ਭਾਵੇਂ ਛੱਡ ਦਿਓ। ਕੀ ਕਹਿ ਰਿਹਾ ਮੇਰੇ ਕੋਲ, ਸਿਮੈਟ੍ਰਿਕ ਮੈਟ੍ਰਿਕਸ ਆ ਉਹਦਾ ਐਡਜੁਆਇੰਟ ਸਿਮੈਟ੍ਰਿਕ ਮੈਟ੍ਰਿਕਸ ਹੋਏਗਾ। ਜਿਹੜਾ ਲਾਸਟ ਵਾਲਾ ਇਹਦੇ ਕੋਲੇ 14 ਕੁਐਸਚਨ ਜਿਹੜਾ ਪੁਆਇੰਟ ਆ ਉਹ ਇੰਪੋਰਟੈਂਟ ਆ, ਉਹ ਨੋਟ ਕਰੋ ਜਰਾ। ਕੀ ਕਹਿ ਰਿਹਾ 14 ਦੇ ਵਿੱਚ, ਸਿੰਗੂਲਰ ਮੈਟ੍ਰਿਕਸ। ਵੈਸੇ ਤਾਂ ਹਾਲੇ ਸਿੰਗੂਲਰ ਦਾ ਕਨਸੈਪਟ ਥੋੜਾ ਅੱਗੇ ਜਾ ਕੇ ਆਏਗਾ, ਮੈਂ ਫਿਰ ਵੀ ਇੱਥੇ ਹੀ ਨਾਲ ਡੋਨੇਟ ਕਰ ਦਿੰਦਾ। ਸਿੰਗੂਲਰ ਦਾ ਮਤਲਬ ਕੀ ਹੁੰਦਾ ਆ, ਅਗਰ ਕੋਈ ਵੀ ਮੈਟ੍ਰਿਕਸ ਆ A, ਠੀਕ ਹੈ, A ਇਜ਼ ਐਨੀ ਮੈਟ੍ਰਿਕਸ, ਉਹਦਾ ਤੁਸੀਂ ਡਿਟਰਮੀਨੈਂਟ ਫਾਈਂਡ ਕਰੋਗੇ, ਅਗਰ 0 ਆ ਜਾਏ ਤਾਂ ਉਹਨੂੰ ਬੋਲਾਂਗੇ ਸਿੰਗੂਲਰ। ਠੀਕ ਆ, ਅਗਰ ਡਿਟਰਮੀਨੈਂਟ ਆਫ A ਨਾਨ 0 ਆ ਜਾਏ ਤਾਂ ਉਹਨੂੰ ਬੋਲਾਂਗੇ ਨਾਨ ਸਿੰਗੂਲਰ। ਠੀਕ ਹੈ ਜੀ, ਕੀ ਬੋਲਾਂਗੇ ਉਹਨੂੰ, ਨਾਨ ਸਿੰਗੂਲਰ। ਤਾਂ ਹੁਣ ਇਹਨੂੰ ਆਪਾਂ ਯਾਦ ਨਹੀਂ ਕਰਨਾ, ਆਪਾਂ ਵੈਸੇ ਪ੍ਰੂਫ ਵੀ ਕਰ ਦਿੰਦੇ ਹਾਂ। ਕਹਿੰਦਾ ਕੀ ਮੇਰੇ ਕੋਲੇ ਡਿਟਰਮੀਨੈਂਟ ਆਫ A ਕਿੰਨਾ ਆ ਜਾਏ, 0 ਆ ਜਾਏ, ਕਿਉਂ, ਸਿੰਗੂਲਰ ਵਰਡ ਬੋਲ ਦਿੱਤਾ ਉਹਨੇ, ਕੀ ਬੋਲਿਆ, ਸਿੰਗੂਲਰ। ਤਾਂ ਕਹਿੰਦਾ ਜਿਹੜਾ ਅਗਰ ਮੈਂ ਐਡਜੁਆਇੰਟ A ਦਾ ਫਾਈਂਡ ਕਰੂੰਗਾ ਉਹਦਾ ਡਿਟਰਮੀਨੈਂਟ ਵੀ 0 ਹੋਏਗਾ। ਤਾਂ ਇਹ ਤਾਂ ਆਪਣੇ ਕੋਲ ਸਿੱਧਾ ਹੀ ਰੂਲ ਦੇ ਅਕੋਰਡਿੰਗ ਹੀ ਲਗਾ ਸਕਦੇ ਹਾਂ, ਕਿਉਂ, ਐਡਜੁਆਇੰਟ A ਦਾ ਡਿਟਰਮੀਨੈਂਟ ਕਿਵੇਂ ਫਾਈਂਡ ਕਰੀਦਾ ਹੁੰਦਾ ਸੀ, A ਦਾ ਡਿਟਰਮੀਨੈਂਟ ਉਹਦੀ ਰੇਜ਼ ਟੂ ਪਾਵਰ n-1, ਹੁਣ ਸਿੰਗੂਲਰ ਦਿੱਤਾ ਤਾਂ ਇਹਦੀ ਵੈਲਿਊ 0 ਆ, ਤਾਂ 0 ਦੀ ਪਾਵਰ n-1 ਕਰਾਂਗੇ ਤਾਂ ਉਹ 0 ਆ ਜਾਣਾ। ਕਲੀਅਰ ਹੈ ਜੀ, ਇਹਨੂੰ ਆਪਾਂ ਪ੍ਰੂਫ ਵੀ ਕਰ ਦਿੱਤਾ ਨਾਲ ਦੀ ਨਾਲ ਹੀ। ਕਲੀਅਰ ਹੈ ਜੀ। ਓਕੇ ਜੀ, ਲਾਸਟ ਵਾਲਾ ਜਸਟ ਰੀਡ ਕਰਨਾ ਆ, ਟ੍ਰਾਇੰਗੂਲਰ ਮੈਟ੍ਰਿਕਸ ਆ ਉਹਦਾ ਜਿਹੜਾ ਐਡਜੁਆਇੰਟ ਹੁੰਦਾ ਉਹ ਵੀ ਟ੍ਰਾਇੰਗੂਲਰ ਹੋਏਗਾ। ਹੁਣ ਮੈਂ ਇੱਕ ਵਾਰ ਫਿਰ ਤੁਹਾਨੂੰ ਮਾਰਕ ਕਰਾ ਦੇਣ ਲੱਗਾ, ਜਿਹੜੀਆਂ ਪ੍ਰੋਪਰਟੀਜ਼ ਤੁਸੀਂ ਇੱਥੋਂ ਪੁਆਇੰਟ ਆਊਟ ਕਰਕੇ ਰੱਖਣੀਆਂ, ਫਸਟ, ਸੈਕੰਡ,
5th 6th एंड 8th, ठीक है जी, एंड 14। सिर्फ इन्नियां नूं तुसीं नोट करना, बाकियां नूं जस्ट भावें तुसीं रीड कर दिओ। क्लीयर है जी? ओके जी, अगे चलते हैं। हुण ਇਹਦੇ बेस ਤੇ पेपर ਦੇ ਵਿੱਚ क्वेश्चन आया होया, हुण तुसीं ਇਹਦਾ जस्ट आंसर देना है, क्योंकि अगे हुण सारे एडजॉइंट ਦੇ ਨਾਲ रिलेटेड ही सम आउणगे। करिए स्टार्ट जी। फर्स्ट ਦਾ फटाफट आंसर दे दो जी। हाँ जी, ए ਦਾ डिटरमिनेंट ਦਿੱਤਾ ਹੋਇਆ ਮੇਰੇ ਕੋਲ ਕਿੰਨਾ 8 ਆ 64 B sir सर हाँ जी, फटाफट कर दे जाना। ਤਾਂ ਕਿੰਨਾ 3/3 ਦੀ ਮੈਟ੍ਰਿਕਸ ਆ, ਤਾਂ ਇਹਦੀ ਪਾਵਰ 1 ਘਟ ਜਾਣੀ 2, ਯਾਨੀ ਕਿ 64। ਐਗਜ਼ਾਮ ਦੇ ਵਿੱਚ ਇਹ ਬਹੁਤ 3-4 ਵਾਰ ਪੁੱਛਿਆ ਗਿਆ। ਦੇਖੋ ਜਿਹੜਾ ਪੰਜਾਬ ਦਾ ਮਾਸਟਰ ਕੈਡਰ ਆ ਉਹਦੇ ਕੁਐਸਚਨ ਥੋੜੇ ਜਿਹੇ ਈਜ਼ੀ ਆਉਂਦੇ ਆ, ਤੇ ਆਪਾਂ ਉਸੇ ਹਿਸਾਬ ਦੇ ਨਾਲ ਹੀ ਕਰਾਂਗੇ। ਮੈਂ ਤੁਹਾਨੂੰ ਟਫ ਵੀ ਨਾਲ ਨਾਲ ਕਰਾਈ ਜਾ ਰਿਹਾ, ਬਟ ਸੌਖੇ ਵੀ ਨਾਲ ਨਾਲ ਕਰੀ ਜਾ ਰਹੇ। ਹਾਂਜੀ, ਦੱਸ ਦਿਓ ਜਰਾ ਜੀ ਕੀ ਕਹਿ ਰਿਹਾ ਮੇਰੇ ਕੋਲੇ। ਸਕਿਊ ਸਿਮੈਟ੍ਰਿਕ ਮੈਟ੍ਰਿਕਸ ਆ ਕਿਹੜੇ ਆਰਡਰ ਦੀ? 0 ऑड Zero. ऑर्डर। ऑड ऑर्डर ਦਾ ਮਤਲਬ ਡਿਟਰਮੀਨੈਂਟ A 0। ਕਾਹਦਾ ਪੁੱਛਿਆ ਗਿਆ ਹੁਣ? ਐਡਜੁਆਇੰਟ A ਦਾ। ਇਸੇ ਤਰ੍ਹਾਂ ਦੇ ਹੀ ਕੁਐਸਚਨ ਬਣਨੇ ਆ ਤੁਹਾਡੇ ਕੋਲੇ, ਤਾਂ ਜਸਟ ਕੀ ਹੋ ਜਾਣਾ 0 ਦੀ ਪਾਵਰ ਆਰਡਰ ਔਡ ਆ, ਤਾਂ ਜਿਹੜਾ ਮਰਜ਼ੀ ਹੋਈ ਚੱਲੇ, ਔਡ ਦੇ ਵਿੱਚੋਂ n-1 ਕਰ ਦਾਂਗੇ ਤਾਂ ਉਹ 0 ਹੀ ਬਣ ਜਾਣਾ। ਕਲੀਅਰ ਹੈ ਜੀ? ਜੇ ਕਿਸੇ ਨੂੰ ਨਹੀਂ ਪਤਾ ਲੱਗਾ ਤਾਂ ਦੱਸ ਦਿਓ। ਨੈਕਸਟ ਦੇਖ ਲਓ ਜਰਾ ਜੀ, ਇਸੇ ਤੇ ਬੇਸ। A ਕੀ ਆ? ਸਿੰਗੂਲਰ ਮੈਟ੍ਰਿਕਸ ਆ। A ਕੀ ਆ? ਸਿੰਗੂਲਰ ਦਾ ਮਤਲਬ A ਦਾ ਡਿਟਰਮੀਨੈਂਟ ਕਿੰਨਾ ਹੈ ਤੁਹਾਡੇ ਕੋਲੇ? 0। ਸਿੰਗੂਲਰ ਵਰਡ ਦਾ ਮੀਨਿੰਗ 0। ਠੀਕ ਹੈ ਜੀ। ਹੁਣ ਕੀ ਫਾਈਂਡ ਕਰਨ ਨੂੰ ਕਹਿ ਰਿਹਾ? ਕਹਿੰਦਾ A ਇਨਟੂ ਐਡਜੁਆਇੰਟ A ਫਾਈਂਡ ਕਰਨਾ। ਤਾਂ ਕਿਹਦੇ ਬਰਾਬਰ ਹੁੰਦਾ ਆਪਣੇ ਕੋਲੇ? ਡਿਟਰਮੀਨੈਂਟ ਆਫ A ਇਨਟੂ I। ਠੀਕ ਹੈ ਜੀ। ਹੁਣ ਦੇਖੋ 0 ਇਨਟੂ I ਮੈਟ੍ਰਿਕਸ। I ਮੈਟ੍ਰਿਕਸ ਦਾ ਮਤਲਬ ਤੁਹਾਨੂੰ ਮੈਂ ਫਿਰ ਸਮਝਾ ਦਿੰਦਾ। I ਮੈਟ੍ਰਿਕਸ ਬੋਲ ਰਿਹਾ, 1 ਨਹੀਂ ਬੋਲ ਰਿਹਾ। ਹੁਣ ਇੱਥੇ 1 0 0 ਐਂਡ ਸੋ ਔਨ 0 0, ਮਤਲਬ ਡਾਇਗਨਲ ਐਲੀਮੈਂਟ 1 ਆ ਰਿਹਾ। ਤਾਂ ਦੇਖੋ ਹੁਣ ਸਾਰੇ ਐਲੀਮੈਂਟਸ ਨੂੰ 0 ਦੇ ਨਾਲ ਮਲਟੀਪਲਾਈ ਕੀਤਾ ਤਾਂ ਓਵਰਆਲ ਐਲੀਮੈਂਟ ਕਿੰਨੇ ਬਣ ਜਾਣਗੇ ਮੇਰੇ ਕੋਲੇ? ਸਾਰੇ 0 ਬਣ ਜਾਣਗੇ ਨਾ। ਇਧਰ ਵੀ 0, ਤਾਂ ਮੇਰੇ ਕੋਲ ਕਿਹੜੀ ਮੈਟ੍ਰਿਕਸ ਬਣ ਗਈ? ਇਹ 0 ਮੈਟ੍ਰਿਕਸ ਬਣੇਗੀ। ਤਾਂ ਦੇਖੋ ਹੁਣ ਫਿਰ ਮੇਰੇ ਕੋਲ ਕਿਹੜੀ ਆਨਸਰ ਬਣ ਗਿਆ? 0 ਮੈਟ੍ਰਿਕਸ। ਠੀਕ ਹੈ ਜੀ। ਵੈਸੇ ਤਾਂ ਇੱਕ ਤਰ੍ਹਾਂ ਦੀ ਆਪਣੇ ਕੋਲੇ ਕੀ ਆ, ਇਹ ਸਕੇਲਰ ਮੈਟ੍ਰਿਕਸ ਵੀ ਬਣ ਰਹੀ ਆ। ਕਿਉਂ? ਕਿਉਂਕਿ ਸਕੇਲਰ ਮੈਟ੍ਰਿਕਸ ਦੀ ਵੀ ਆਪਣੇ ਕੋਲੇ ਕੀ ਪ੍ਰੋਪਰਟੀ ਆ? ਜਿਹਦੇ ਸਾਰੇ ਐਲੀਮੈਂਟ ਸੇਮ ਹੋਣ। ਠੀਕ ਹੈ ਜੀ, ਡਾਇਗਨਲ ਐਲੀਮੈਂਟ ਸੇਮ ਹੋਣ, ਤਾਂ ਇਹਦੇ ਡਾਇਗਨਲ ਐਲੀਮੈਂਟ 0 ਆ ਰਹੇ ਆ। ਕਲੀਅਰ ਹੈ ਜੀ? ਇੱਕ ਤਰ੍ਹਾਂ ਦੀ ਸਕੇਲਰ ਮੈਟ੍ਰਿਕ ਕੀ ਆ, ਬਟ ਆਪਾਂ ਇਦਾਂ ਦੇ ਕੁਐਸਚਨ ਦੇ ਵਿੱਚ ਕਿਹੜੀ ਆਪਸ਼ਨ ਲਗਾਉਣੀ ਆ? ਜਿਹੜੇ ਆਨਸਰ ਸਭ ਤੋਂ ਜ਼ਿਆਦਾ ਐਕੂਰੇਟ ਹੋਵੇ। ਤਾਂ ਸਭ ਤੋਂ ਜ਼ਿਆਦਾ ਐਕੂਰੇਟ ਕਿਹੜਾ ਆ? 0 ਮੈਟ੍ਰਿਕਸ। ਕਲੀਅਰ? ਓਕੇ ਜੀ, ਅਗਲਾ ਕੁਐਸਚਨ ਦੱਸ ਦਿਓ ਜੀ ਆਨਸਰ ਫਟਾਫਟ। ਹੁਣ ਥੋੜਾ ਜਿਹਾ ਪੁੱਠਾ ਦਿੱਤਾ ਹੋਇਆ, ਘੁਮਾ ਕੇ। ਘੁਮਾ ਕੇ ਕੀ ਦੇ ਦਿੱਤਾ ਉਹਨੇ? A ਇਨਟੂ ਐਡਜੁਆਇੰਟ A। ਤਾਂ ਕਿੰਨੀ ਵੈਲਿਊ ਆ ਦਿੱਤੀ ਹੋਈ? 10 0 0 10 ਸਰ। ਤਾਂ ਹੁਣ ਮੈਂ ਤੋਂ 10 ਕਾਮਨ ਕਰ ਲਿਆ। ਹਾਂਜੀ, ਵੈਰੀ ਗੁੱਡ। ਇੱਥੇ ਕਿੰਨਾ ਬਣ ਗਿਆ? I। ਤਾਂ ਇਹ ਮੇਰੇ ਕੋਲ ਡਿਟਰਮੀਨੈਂਟ ਆਫ A ਬਣਨਾ, ਇਹ I। ਤਾਂ ਮੈਨੂੰ ਡਿਟਰਮੀਨੈਂਟ A ਦਾ ਹੀ ਪੁੱਛਿਆ ਗਿਆ, ਤਾਂ ਆਨਸਰ ਕਿੰਨਾ ਆ ਗਿਆ? 10। ਕਲੀਅਰ ਹੈ ਜੀ? ਓਕੇ ਜੀ, ਅੱਗੇ ਚੱਲਦੇ ਹਾਂ। ਹਾਂਜੀ, ਦੱਸ ਦਿਓ। ਹੁਣ ਥੋੜਾ ਜਿਹਾ ਹੋਰ ਘੁਮਾ ਕੇ ਪੁੱਛ ਲਿਆ ਗਿਆ। ਐਡਜੁਆਇੰਟ A ਦਾ ਡਿਟਰਮੀਨੈਂਟ ਪੁੱਛਿਆ ਹੋਇਆ, ਹੁਣ ਉਹਨੇ ਘੁਮਾ ਫਰਾ ਕੇ A ਇਨਟੂ ਐਡਜੁਆਇੰਟ A। ਜਿੰਨੇ ਵੀ ਤਰ੍ਹਾਂ ਦੇ ਕੁਐਸਚਨ ਇਹਦੇ ਤੋਂ ਬਣ ਸਕਦੇ ਆ, ਉਹ ਮੈਂ ਸਾਰੇ ਕਰਾਉਣ ਦੀ ਟਰਾਈ ਕਰ ਰਿਹਾ। ਹੁਣ ਯਾਨੀ ਕਿ ਇਹ ਡਿਟਰਮੀਨੈਂਟ ਆਫ A ਬਣ ਗਿਆ 10। ਹੁਣ ਐਡਜੁਆਇੰਟ A ਦਾ ਡਿਟਰਮੀਨੈਂਟ ਪੁੱਛਿਆ ਉਹਨੇ। ਲਓ ਜੀ, ਯਾਨੀ ਕਿ 10 ਰੇਜ਼ ਟੂ ਪਾਵਰ ਜਿੰਨਾ ਆਰਡਰ 10 ਦੀ ਪਾਵਰ ਟੂ 100। ਕਲੀਅਰ ਹੈ ਜੀ? ਓਕੇ ਜੀ, ਅੱਗੇ ਚੱਲਦੇ ਹਾਂ। ਹੁਣ ਦੱਸ ਦਿਓ ਜੀ ਕਿੰਨਾ ਹੋਏਗਾ। ਥੋੜਾ ਜਿਹਾ ਸੋਲਵ ਕਰਨਾ ਪੈਣਾ, ਤੇ ਫਟਾਫਟ ਸੋਲਵ ਕਰ ਦਿਓ ਜੀ। ਤੁਸੀਂ ਜਸਟ ਇਹਦੇ ਚ ਕੀ ਫਾਈਂਡ ਕਰਨਾ? ਡਿਟਰਮੀਨੈਂਟ ਕਿਹਦਾ ਫਾਈਂਡ ਕਰਨਾ? ਐਡਜੁਆਇੰਟ ਇਨਟੂ ਐਡਜੁਆਇੰਟ A। ਕਰ ਲਓਗੇ ਜੀ? ਹੋਮਵਰਕ ਸਮਝ ਲਿਓ ਉਹਨੂੰ ਭਾਵੇਂ। ਰੂਲ ਪਿੱਛੇ ਕਰਾ ਚੁੱਕੇ ਆ ਆਪਾਂ। ਕਿੰਨਾ ਆਏਗਾ? डिटर्मिनेंट ऑफ A -1 ਹਾਂਜੀ, ਡਿਟਰਮੀਨੈਂਟ 14 की पावर 4। ਓਕੇ ਜੀ, 14 ਦੀ ਪਾਵਰ 4। ਠੀਕ ਹੈ ਜੀ? ਕਲੀਅਰ ਹੈ ਜੀ? ਓਕੇ, ਅੱਗੇ ਚੱਲਦੇ ਹਾਂ। ਇਹ ਵੀ ਦੱਸ ਦਿਓ ਜੀ। ਫਿਰ ਕਰ ਚੁੱਕੇ ਹਾਂ ਵੈਸੇ ਤਾਂ ਆਪਾਂ।
ਰਿਜ਼ਲਟ ਹੀ ਹੈ ਡਾਇਰੈਕਟ ਐਡਜੁਆਇੰਟ A ਇਨਟੂ ਥਰਡ ਆਪਸ਼ਨ ਹਾਂਜੀ ਥਰਡ ਆਪਸ਼ਨ C option. ਹਾਂਜੀ C ਆਪਸ਼ਨ ਹੈ ਜੀ। ਓਕੇ ਅੱਗੇ ਚੱਲਦੇ ਹਾਂ ਜੀ। ਓਕੇ ਜੀ ਬਸ ਕਰੀਏ ਇਨਵਰਟੀਬਲ ਮੈਟ੍ਰਿਕਸ ਆਪਾਂ ਕੱਲ ਸਟਾਰਟ ਕਰ ਦਾਂਗੇ ਇਸ ਤੋਂ ਹਾਂਜੀ ਸਰ। ਠੀਕ ਹੈ ਜੀ। ਤਾਂ ਹੁਣ ਕਈ ਜਿਹੜੇ ਤੁਹਾਡੇ ਕੋਲੇ ਉਹਦੇ ਆਪਣੇ ਸਮ ਨੇ ਉਹਦੇ ਵਿੱਚ ਥੋੜੇ ਜਿਹੇ ਕੀ ਆ ਹਲੇ ਸਮ ਆਪਣੇ ਕੋਲੇ ਨਹੀਂ ਹੋਏ ਤੇ ਜਿਹੜੇ ਨਹੀਂ ਹੋਏ ਉਹਦਾ ਸਟ੍ਰੈਸ ਨਹੀਂ ਲੈਣਾਗਾ ਕਿਉਂ ਹੁਣ ਜਿਵੇਂ ਆਪਾਂ ਅੱਗੇ ਅੱਗੇ ਕਰਦੇ ਜਾਵਾਂਗੇ ਤੁਸੀਂ ਕਈ ਸਮਸ ਦੇ ਵਿੱਚ ਕੀ ਆ 2-2